ਬਾਈ ਜੀ ਦਸਤਾਰ ਇਹ ਕਫਨ ਹੁੰਦਾ ਵੀ ਅਸੀਂ ਆਪਦੇ ਸਿਰ ਤੇ ਕਫਨ ਬੰਨ੍ਹ ਲਿਆ ਤੇ ਫੇਰ ਤੁਰੇ ਆਏ ਰਾਹ ਤੇ। ਕਫਨ ਤੁਸੀਂ ਸਮਝਦੇ ਹੋ ਹਨਾ? ਜੀ 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 ਜੀ। ਤੇ ਬਾਕੀ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਜਗ੍ਹਾ ਦੇਖਿਆ, ਕਈ ਵਾਰੀ ਨਾ ਕੋਈ ਇਸ ਤਰ੍ਹਾਂ ਦੀ ਕੋਈ ਬੰਦਾ ਡੁੱਬ ਰਿਹਾ ਹੋਵੇ, ਕਿਤੇ ਕਿਸੇ ਆਪਣੇ ਧੀ ਭੈਣ ਦੀ ਬੇਪਤੀ ਹੋ ਗਈ, ਕਿਤੇ ਅੰਗ ਢੱਕਣ ਦੀ ਲੋੜ ਹੋਵੇ ਨਾ, ਅਸੀਂ ਕਈ ਵਾਰ ਆਪਣੇ ਸਿਰ ਤੋਂ ਲਾ ਕੇ ਇਸ ਤਰ੍ਹਾਂ ਦਸਤਾਰ ਨੂੰ ਯੂਜ਼ ਕੀਤਾ ਵੀ ਦਸਤਾਰ ਦੀ ਏਡੀ ਮਹਾਨਤਾ। ਇਹ ਤਾਂ ਸਾਰਿਆਂ ਨੂੰ ਇਹਨੇ ਤਾਂ ਵਿੱਚ ਢੱਕਣਾ ਹੈ ਆਪਣੇ। ਇਹ ਦਸਤਾਰ ਬੰਨ੍ਹ ਕੇ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਵੀ ਰੋਡਾ ਭੋਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਤਾਂ ਅੱਜ ਮੇਰੇ ਨਾਲ ਪਹਿਲੀ ਵਾਰੀ ਇਸ ਸ਼ੋਅ 'ਤੇ ਰਿਪੀਟਡ ਗੈਸਟ ਜਿਹੜੇ ਮੇਰੇ ਵੱਡੇ ਭਰਾ ਵੀ ਨੇ ਅਤੇ ਸਾਡੇ ਸੇਵਕ ਵੀ ਨੇ, ਜਿਹੜੇ ਸਮਾਜ 'ਚ ਬਹੁਤ ਵੱਡੀ ਅਤੇ ਬਹੁਤ ਉੱਤਮ ਸੇਵਾ ਕਰ ਰਹੇ ਨੇ। ਜੱਸਾ ਭਾਜੀ, ਸਵਾਗਤ ਹੈ ਭਾਜੀ, ਕਿਵੇਂ ਹੋ? ਚੜ੍ਹਦੀ ਕਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਸਾਨੂੰ ਤੁਸੀਂ ਜਿਹੜਾ ਪੋਡਕਾਸਟ ਦਿੱਤਾ ਉਸ ਦਿਨ, ਉਹ 3 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕਰ ਲਿਆ ਜੀ ਬਾਈ, ਦੇਖ ਲਿਆ। ਮਤਲਬ ਲੋਕ ਬਹੁਤ ਕਮੈਂਟਸ ਕਰ ਰਹੇ ਨੇ ਜੀ। ਅਤੇ ਮੈਂ ਤੁਹਾਨੂੰ ਸੱਚ ਦੱਸਿਆ ਹੀ ਸੀ ਪਹਿਲਾਂ ਕਿ ਮੈਨੂੰ ਉਮੀਦ ਨਹੀਂ ਸੀ ਕਿ ਇੱਦਾਂ ਦਾ ਟੌਪਿਕ ਲੋਕ ਸੁਣਨਗੇ। ਰੂਹਾਨੀ ਟੌਪਿਕ ਸੀ ਉਹ ਜੀ। ਬਿਲਕੁਲ, ਬਹੁਤ ਆਨੰਦ ਆਇਆ। ਬਹੁਤ ਬਹੁਤ ਸ਼ੁਕਰ ਹੈ ਸਾਰਿਆਂ ਵੱਲੋਂ ਜੀ। ਦੇਖੋ, ਆਪਾਂ ਉਹਦੇ ਵੀ ਗੱਲ ਕਰਦੇ ਸੀ ਨਾ, ਆਪਣੀ ਗੱਲ ਗੁਰੂ ਤੋਂ ਸ਼ੁਰੂ ਹੁੰਦੀ ਆ ਅਤੇ ਗੁਰੂ ਤੋਂ ਹੀ ਖਤਮ ਹੁੰਦੀ ਹੈ ਨਾ। ਉਹਦੇ ਵੀ ਬਸ ਕੋਈ ਇਸ ਤਰ੍ਹਾਂ ਦੀ ਵਾਈਬ੍ਰੇਸ਼ਨ ਸੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾ। ਜਦੋਂ ਵੀ ਤੁਹਾਡੇ ਕੋਲ ਬਹਿੰਦੇ ਹਾਂ, ਜਿੰਨਾ ਕੁ ਵੀ ਸਮਾਂ ਅਸੀਂ ਜਿੱਥੋਂ ਤੁਸੀਂ ਬੈਠੇ ਹੁੰਦੇ ਹਾਂ ਤੁਹਾਡੇ ਕੋਲ ਹੁੰਦੇ ਹਾਂ ਆਪਾਂ, ਅਤੇ ਉਹ ਸਮਾਂ ਬਸ ਇੱਕ ਜਿਵੇਂ ਗਿਫਟ ਨਹੀਂ ਹੁੰਦਾ ਸਾਰੇ ਦਿਨ ਦਾ ਨਾ, ਮੈਂ ਉੱਥੇ ਜਾ ਕੇ ਬਹੁਤ ਕੁਝ ਦਰਸ਼ਨ ਕਰਦਾ ਤੁਹਾਡੇ ਕੋਲ। ਉੱਥੇ ਇੱਕ ਇਸ ਤਰ੍ਹਾਂ ਦੀ ਵਾਈਬ੍ਰੇਸ਼ਨ ਰੋਜ਼ ਵਰਤ ਰਹੀ ਹੁੰਦੀ ਆ। ਜਦੋਂ ਮੈਂ ਦੇਖਦਾ ਇੰਨੇ ਸਰੀਰਾਂ ਨੂੰ ਵੀ ਦੁਖੀ ਤੋਂ ਦੁਖੀ ਇਨਸਾਨ ਨੇ ਆਉਣਾ, ਫਿਰ ਦਾਨੀਆਂ ਨੇ ਆਉਣਾ ਹੈ ਨਾ, ਅਤੇ ਜਿਹੜੇ ਦਾਨ ਕਰਨ ਵਾਲੇ ਬੜੇ ਚਾਅ ਨਾਲ ਆਉਂਦੇ ਨੇ ਵੀ ਅਸੀਂ ਹੱਥੀਂ ਸੇਵਾ ਕਰਾਂਗੇ ਜਾ ਕੇ ਨਾ। ਜਦੋਂ ਕਿਸੇ ਦੀ ਕਿਸੇ ਜ਼ਖਮੀ ਦੇ ਕਹਿੰਦੇ ਉਹਨੂੰ ਸੰਭਾਲ ਲੈਣਾ, ਕਿਸੇ ਲੋੜਵੰਦ ਨੂੰ ਲੰਗਰ ਛਕਾ ਦੇਣਾ, ਠੀਕ ਆ ਜੀ, ਇਹੀ ਸਭ ਤੋਂ ਵੱਡਾ ਪੁੰਨ ਆ ਜੀ। ਇਹੀ ਗੁਰੂ ਸਾਹਿਬ ਨੇ ਰਸਤਾ ਦਰਸਾਇਆ ਸੀ। ਅਤੇ ਇਹ ਜੋ ਆਪਾਂ ਗੱਲਬਾਤ ਕਰਦੇ ਹਾਂ, ਇਹ ਵੀ ਇਹ ਆਪਣੇ ਮਿਸ਼ਨ ਵਿੱਚੋਂ ਹੀ ਨਿਕਲੀ ਹੈ ਜੀ। ਆਪਾਂ ਉਹਦੇ ਤੁਸੀਂ ਵੀ ਗੱਲ ਕੀਤੀ ਸੀ ਵੀ ਆਪਾਂ ਸੱਚ ਬੋਲਣਾ ਅਤੇ ਸੱਚ ਦੇ ਮੁੱਦਿਆਂ 'ਤੇ ਗੱਲ ਕਰਨੀ ਆ। ਸੋ ਹਮੇਸ਼ਾ ਆਪਣੀ ਕੋਸ਼ਿਸ਼ ਰਹੀ ਆ ਪਹਿਲੇ ਦਿਨ ਤੋਂ ਜੀ ਵੀ ਸੱਚ ਬੋਲ ਕੇ ਜ਼ਿੰਦਗੀ ਵਿੱਚ ਇੱਕੋ ਚੀਜ਼ ਕਮਾਈ ਹੈ ਜ਼ਿੰਦਗੀ ਵਿੱਚ, ਸੱਚ। ਅਤੇ ਸੱਚ ਨੂੰ ਸੰਗਤ ਨੇ ਬਹੁਤ ਪਿਆਰ ਦਿੱਤਾ। ਅਤੇ ਹੁਣ ਤੁਹਾਡੇ ਤੋਂ ਅਸੀਂ ਸਿੱਖਣ ਲੱਗੇ ਬਹੁਤ ਕੁਛ, ਕਿਉਂ ਕਰਕੇ ਸੋਸ਼ਲ ਮੀਡੀਆ ਅਸੀਂ ਤੁਹਾਡੇ ਤੋਂ ਹੀ ਸਿੱਖੇ ਹਾਂ ਨਾ। ਦੇਖ ਕੇ ਹੁਣ ਇੰਨੀਆਂ ਸੰਗਤਾਂ ਤੱਕ ਆਪਾਂ ਸੰਗਤ ਦੇ ਵਿਚਾਰ ਸੁਣੇ, ਅਤੇ ਬਹੁਤ ਵੀਰਾਂ ਨੇ, ਬਹੁਤ ਭੈਣਾਂ ਨੇ ਫੋਨ ਵੀ ਲਾਏ ਉਦੋਂ ਬਾਅਦ 'ਚ ਨਾ, ਅਤੇ ਉਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਅਤੇ ਸਾਨੂੰ ਵੀ ਚੰਗਾ ਲੱਗਿਆ। ਇਹ ਪੋਡਕਾਸਟ ਹੀ ਇੱਕ ਇਸ ਤਰ੍ਹਾਂ ਦਾ ਜ਼ਰੀਆ, ਅਤੇ ਕਿੱਥੋਂ ਬੈਠੇ ਆਪਣੀ ਰੂਹ ਕਿੱਥੇ ਮਿਲ ਜਾਣੀ ਆ, ਇਹ ਇੱਕ ਜ਼ਰੀਆ ਫਿਰ ਉੱਥੇ ਹੀ ਗੱਲ ਆ ਜਾਂਦੀ ਵੀ ਇਹ ਇੱਕ ਜ਼ਰੀਆ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜੀ। ਮੈਂ ਨਾ ਭਾਜੀ ਹੁਣੀ ਪੋਡਕਾਸਟਿੰਗ 'ਤੇ ਜਦੋਂ ਆਏ ਨਾ, ਕਹਿੰਦੇ ਮੈਂ ਥੋੜ੍ਹਾ ਜਿਹਾ ਨਾ ਸੇਵਾ ਕਰਦੇ ਨੇ। ਮੈਂ ਇੰਟਰੋਡਕਸ਼ਨ 'ਚ ਪਹਿਲਾਂ ਵੀ ਦੱਸਿਆ ਸੀ, ਫਿਰ ਦੱਸ ਦਿੰਦਾ ਕਿ ਸਾਡੇ ਜਿਹੜੇ ਜੱਸਾ ਭਾਜੀ ਨੇ, ਉਹ ਅਨੋਖਾ ਮਿਸ਼ਨ ਸੁਸਾਇਟੀ ਨਾਮ ਤੋਂ ਪਿਛਲੇ 11 ਸਾਲਾਂ ਤੋਂ ਜਿਹੜੀ ਲੰਗਰ ਦੀ ਸੇਵਾ ਬਿਨ ਨਾਗਾ 365 ਦਿਨ ਰੋਜ਼ ਦੇ 30 ਤੋਂ ਵੱਧ ਹੋਸਪਿਟਲਾਂ ਦੇ ਵਿੱਚ ਸੇਵਾ ਕਰ ਰਹੇ ਨੇ। ਅਤੇ ਅੱਜ ਜਦੋਂ ਆਏ ਕਹਿੰਦੇ ਮੈਂ ਥੋੜ੍ਹਾ ਜਿਹਾ ਦੇਖਣ 'ਚ ਇੱਦਾਂ ਹੈਗਾ। ਮੈਂ ਕਿਹਾ ਨਹੀਂ ਭਾਜੀ, ਤੁਹਾਡੀ ਰੂਹ ਆ ਜਿਹੜੀ ਉਹ ਹੈ। ਅਤੇ ਗੱਲ ਕੀਤੀ ਭਾਜੀ ਰੂਹ ਦੀ, ਪਹਿਰਾਵੇ ਦੀ, ਤੁਹਾਡੇ ਮਨ 'ਚ ਕਦੀ ਇਹ ਨਹੀਂ ਆਇਆ, ਮੈਨੂੰ ਨਹੀਂ ਪਤਾ ਕਿ ਮੈਂ ਸਵਾਲ ਕਿਵੇਂ ਪੁੱਛਾਂ ਹੁਣ ਸਿੱਧਾ ਜੀ, ਕਿ ਮੈਂ ਇਹ ਰੋਡੇ ਭੋਡੇ ਕੋ ਕੀ ਸਿੱਖੂੰਗਾ? ਦੇਖੋ ਜੀ, ਰੋਡੇ ਭੋਡੇ ਦੇਖੋ ਆਪਾਂ ਸਾਰੇ ਇੱਥੋਂ ਹੀ ਆਏ ਹਾਂ ਜੀ। ਇੱਕ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਰੋਡੇ ਭੋਡੇ ਤੋਂ। ਜਦੋਂ ਆਪਾਂ ਪਹਿਲਾਂ ਉਹਦਾ ਆਪਣਾ ਹੋਇਆ ਨਾ ਪੋਡਕਾਸਟ ਹੋਇਆ, ਅਤੇ ਆਪਣੇ ਨਾਲ ਇੱਕ ਮੁੰਡਾ ਆਇਆ ਸੀ ਅਮਰ ਜੀ, ਭੰਮੀਪੁਰੇ ਤੋਂ ਨਾ, ਪੋਡਕਾਸਟ ਹੋਇਆ। ਅਤੇ ਉਹਨੂੰ ਵੀ ਲੱਗਿਆ ਜਾ ਕੇ ਉਹਨਾਂ ਦੀ ਸਿਸਟਰ ਵਿਆਹੀ ਹੋਈ ਆ ਨਿਊਜ਼ੀਲੈਂਡ। ਉਹ ਹਿੰਦੂ ਘਰਾਣੇ 'ਚੋਂ, ਜਿਵੇਂ ਰਾਜਪੂਤ ਹੁੰਦੇ ਆ ਨਾ, ਉਹਨਾਂ ਦੇ ਘਰਾਣੇ 'ਚੋਂ ਨੇ ਉਹਨਾਂ ਦੇ ਬਾਈ ਜੀ ਪ੍ਰਾਹੁਣਾ ਜੀ। ਅਤੇ ਉਹ ਜਾ ਕੇ ਨਾ ਉਹਨੇ ਕਿਹਾ ਉਹਨਾਂ ਨੂੰ, ਕਹਿੰਦਾ ਵੀ ਬਾਈ ਜੀ ਮੈਂ ਨਾ ਇੱਕ ਗੱਲ ਕਹਿਣੀ ਚਾਹੁੰਦਾ ਵੀ ਤੁਹਾਨੂੰ ਅਸੀਂ ਇੰਗਲਿਸ਼ ਟਰਾਂਸਲੇਟ ਗੁਟਕਾ ਸਾਹਿਬ ਲਿਆ ਦਈਏ ਵੀ ਗੁਰਬਾਣੀ ਪੜ੍ਹਨ ਨੂੰ, ਵੀ ਜੇ ਤੁਹਾਨੂੰ ਚਾਹੀਏ, ਕਿਉਂ ਕਰਕੇ ਆਪਾਂ ਰੱਖਦੇ ਹੁੰਦੇ ਹਾਂ ਕੋਲੇ ਵੀ ਕਈ ਵਾਰੀ ਇਸ ਤਰ੍ਹਾਂ ਦੇ ਹੁੰਦੇ ਨੇ, ਕੋਈ ਬਾਹਰ ਇੰਗਲਿਸ਼ ਹੀ ਪੜ੍ਹਦੇ ਨੇ ਨਾ। ਅਤੇ ਉਹਨੇ ਕਿਹਾ ਵੀ, ਕਹਿੰਦਾ ਉਰੇ ਆ ਪੁੱਤ ਮੇਰੀ ਗੱਲ ਸੁਣੇ, ਕਹਿੰਦਾ ਇੱਕ ਮੈਂ ਬਾਤ ਕਹੂੰ ਆਪਕੋ। ਉਹ ਕਹਿੰਦਾ ਮੇਰੇ ਪਾਸ ਨਾ ਸੰਪੂਰਨ ਸ਼੍ਰੀ ਗੁਰੂ ग्रंथ साहिब जी इंग्लिश में ट्रांसलेशन है। वाह जी वाह। और मैं उसको रोज़ पढ़ता हूँ और अपने ज़िंदगी में उसका जो असर है, उनके वचन हो उनको मानता हूँ। कहता मैं किसी को क्या पता था, हमको भी, मैं हिंदी 'ਚ मैं तां बात कर रहा हूँ कि वो हिंदी बोलते हैं बाई, समझ गया जी। ਪਰ ਹੁਣ ਜੇ ਉਹਨੂੰ ਦੇਖ ਕੇ ਆਪਾਂ ਰੋਡੇ ਭੋਡੇ ਤੋਂ ਗੈਸ ਲਾ ਲਈਏ, ਅਤੇ ਤੁਸੀਂ ਅੰਦਰੋਂ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਉਹਨਾਂ ਕੋਲ ਪਿਆ ਏ, ਅਤੇ ਉਹਨੂੰ ਵਾਚਦੇ ਨੇ ਅਤੇ ਆਪਣੇ ਪਰਿਵਾਰ ਵਿੱਚ ਲਾਗੂ ਕਰਦੇ ਨੇ। ਕਹਿੰਦੇ ਵੀ ਅਸੀਂ ਇਹਨੂੰ ਇਕੱਲਾ ਪੂਜਣਾ ਨਹੀਂ ਜੀ, ਅਸੀਂ ਗੁਰਬਾਣੀ ਤੋਂ ਸਿੱਖਿਆ ਵੀ ਲੈਂਦੇ ਹਾਂ। ਅਤੇ ਹੁਣ ਜੇ ਮੇਰੇ ਵਰਗਾ ਹੋਵੇ ਅਤੇ ਮੈਂ ਉਹਨੂੰ ਜਾ ਕੇ ਉਹਦੇ ਪਹਿਰਾਵੇ ਤੋਂ ਜੱਜ ਕਰ ਲਾਂ, ਅਤੇ ਕੋਈ ਚੰਗੀ ਗੱਲ ਤਾਂ ਹੈ ਨਹੀਂ। ਹੁਣ ਜੇ ਉਹਦੇ ਵਿੱਚੋਂ ਤੁਸੀਂ ਦੇਖੋ, ਅਤੇ ਇੱਥੇ ਆਪਾਂ ਹੁਣ ਹੋਰ ਕਿਸੇ ਨੂੰ ਪੁੱਛ ਲਈਏ, ਮੈਂ ਹਰੇਕ ਕੋਈ ਇਹ ਨਹੀਂ ਹੁੰਦੀ ਗੱਲ, ਮੈਂ ਆਪ ਵੀ ਬਾਣੇ 'ਚ ਰਹਿੰਦਾ,
ਕਈ ਵੀਰਾਂ ਨੇ ਮੈਨੂੰ ਵੀ ਇਹ ਸਵਾਲ ਕਰਨਾ ਹੈ ਨਾ ਵੀ ਤੂੰ ਇਸ ਤਰ੍ਹਾਂ ਸਲੌਦਾ ਕਰਨ ਲੱਗ ਜਾਂਦਾ ਹੈ ਨਾ। ਮੈਂ ਕਿਹਾ ਜਿਹੜਾ ਹੈ ਬਾਈ ਜੀ ਸਪੇਸ ਪਾਤਾ ਨਾ ਵਿੱਚ, ਇਹੀ ਖਤਮ ਕਰਨਾ ਆਪ। ਬਈ ਇਹ ਸਪੇਸ ਕੱਢਣ ਲਈ ਹੀ ਅੱਜ ਮੈਂ ਤੁਹਾਡੇ ਨਾਲ ਪੋਡਕਾਸਟ ਕਰ ਰਿਹਾ ਜੀ ਕਿਉਂਕਿ ਪਿਛਲੇ ਪੋਡਕਾਸਟ 'ਚ ਮੈਂ ਤੁਹਾਡੇ ਨਾਲ ਇੰਨਾ ਕੰਫਰਟੇਬਲ ਹੋ ਗਿਆ ਨਾ। ਜੀ ਤੁਸੀਂ ਮੈਨੂੰ ਗੱਲ ਕਹੀ ਸੀ ਪੋਡਕਾਸਟ ਤੋਂ ਬਾਅਦ ਕਿ ਤੁਹਾਡੇ ਨਾਲ ਆ ਅਸੀਂ, ਹੈ ਨਾ। ਜੀ ਤਾਂ ਇਹ ਗੱਲਾਂ ਮੈਂ ਬਹੁਤ ਪਹਿਲਾਂ ਤੋਂ ਕਰਨਾ ਚਾਹੁੰਦਾ ਸੀ, ਪਰ ਨਾ ਮੈਨੂੰ ਕਦੀ ਪਲੇਟਫਾਰਮ ਨਹੀਂ ਮਿਲਿਆ ਜੀ ਕਿ ਮੈਂ ਕਿਹਦੇ ਨਾਲ ਇਹ ਗੱਲਾਂ ਖੁੱਲ੍ਹ ਕੇ ਰੱਖਾਂ। ਜੀ ਬਾਈ। ਤੁਸੀਂ ਪਹਿਲੇ ਸ਼ਖਸ ਹੋ ਜਿਨ੍ਹਾਂ ਨਾਲ ਮੈਂ ਬਿਨਾਂ ਸੋਚੇ ਸਵਾਲ ਰੱਖ ਦਿੰਦਾ, ਜੀ ਬਾਈ। ਕਿਉਂਕਿ ਤੁਸੀਂ ਬੜੀ ਤਰਕ ਨਾਲ ਤੇ ਗੁਰਬਾਣੀ ਦੇ ਆਧਾਰ ਤੇ ਜਵਾਬ ਦਿੰਦੇ ਹੋ। ਜੀ ਬਾਈ। ਅੱਜ ਨਾ ਥੋੜੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਮੁੱਦਾ ਚੱਲ ਰਿਹਾ, ਤੁਸੀਂ ਵੀ ਸੁਣਿਆ ਹੋਣਾ, ਨਸੀਬ ਮੁੰਡਾ ਇੱਕ ਸਿੰਗਰ। ਜੀ। ਤੇ ਮੈਂ ਪਹਿਲਾਂ ਹੀ ਕੈਮਰੇ 'ਚ ਦੱਸਦਾ ਕਿ ਮੈਂ ਕੋਈ ਉਹਦਾ ਵਿਰੋਧੀ ਨਹੀਂ ਹੈਗਾ, ਮੈਂ ਉਹਦਾ ਸਪੋਰਟਰ ਹੀ ਆ, ਮੇਰਾ ਭਰਾ ਹੀ ਆ, ਉਹ ਵੱਡਾ ਭਰਾ ਹੈ ਨਾ, ਨਸੀਬ ਵੀਰਾ ਕਹਿ ਲਓ। ਜੀ। ਹੁਣ ਗੱਲ ਇਹ ਹੈ ਕਿ ਜਿਹੜਾ ਮੁੱਦਾ ਛਿੜਿਆ ਹੋਇਆ ਸੋਸ਼ਲ ਮੀਡੀਆ ਤੇ, ਇਹ ਕਿਉਂ ਡਿਸਕਸ਼ਨ ਕਰਨਾ ਜ਼ਰੂਰੀ ਹੈ? ਜੀ ਬਾਈ। ਉਹ ਡਿਸਕਸ਼ਨ ਕਰਨਾ ਤਾਂ ਜ਼ਰੂਰੀ ਹੈ ਕਿ ਜਿਹੜਾ ਉਹਦਾ ਪ੍ਰਭਾਵ ਲੋਕਾਂ ਤੇ ਜਾ ਰਿਹਾ, ਇਹਦਾ ਨਿਚੋੜ ਕੀ ਨਿਕਲ ਰਿਹਾ। ਜੀ। ਇੱਕ ਬੰਦੇ ਨੇ ਵੀਡੀਓ ਪਾਈ, ਦੂਜੇ ਨੇ ਪਾਤੀ, ਤੀਜੇ ਨੇ ਪਾਤੀ, ਚੌਥੇ ਨੇ ਪਾਤੀ। ਇਹ ਜਿਹੜਾ ਪੋਡਕਾਸਟ ਹੈ ਮੈਨੂੰ ਲੱਗਦਾ ਕਿ ਪਹਿਲਾ ਹੋਏਗਾ ਜੀ ਜਿਹਦੇ 'ਚ ਅਸੀਂ ਜੋੜਨ ਦੀ ਗੱਲ ਕਰਾਂਗੇ, ਤੋੜਾਂਗੇ ਨਹੀਂ। ਜੀ। ਮੈਂ ਕੋਈ ਖਿਲਾਫ ਨਹੀਂ ਬੋਲਣ ਵਾਲਾ, ਮੈਂ ਕੋਈ ਗਲਤ ਨਹੀਂ ਬੋਲਣ ਵਾਲਾ, ਪਰ ਕਲੈਰਿਟੀ ਜ਼ਰੂਰ ਕਰਨੀ ਆਪਾਂ। ਜੀ। ਤਾਂ ਤੁਸੀਂ ਸੁਣਿਆ ਉਸ ਮੁੱਦੇ ਬਾਰੇ ਜਿਹੜਾ ਨਸੀਬ ਦਾ ਥੋੜਾ ਜਿਹਾ ਇੰਟਰਵਿਊ ਚੱਲੀ, ਉਹ 'ਚ 2-3 ਗੱਲਾਂ ਮੂਹਰੇ ਹੋਈਆਂ ਜਿਹੜੀਆਂ ਮੈਨੂੰ ਵੀ ਵਿੱਚ ਬੁਰੀਆਂ ਲੱਗੀਆਂ, ਤੇ ਆਪਾਂ ਉਹਦੇ ਬਾਰੇ ਡਿਸਕਸ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ ਹਾਂ ਵੀਰੇ, ਕੋਈ ਸ਼ੱਕ ਨਹੀਂ। ਆਪਣਾ ਪਰਿਵਾਰ ਨੇ ਜਿਹੜੇ ਗਾਇਕ ਵੀਰ ਨੇ, ਉਹ ਆਪਣਾ ਪਰਿਵਾਰ ਨੇ। ਦੇਖੋ ਅਸੀਂ ਤਾਂ ਕਹਿੰਦੇ ਹੁੰਦੇ ਆ ਵੀ ਕੌਮ ਦੇ ਢਾਡੀ ਨੇ, ਦੇਸ਼ ਦੇ ਢਾਡੀ ਨੇ, ਇਹਨਾਂ ਦੇ ਹੱਥ ਬੜੀ ਵੱਡੀ ਕਮਾਂਡ ਆ। ਜਿਹੜੀ ਗਾਇਕ ਲਾਈਨ ਆ ਨਾ, ਇਹ ਢਾਡੀ ਨੇ ਆਪਣੇ ਅਸਲ ਦੇ ਵਿੱਚ। ਪਹਿਲੇ ਸਮੇਂ 'ਚ ਢਾਡੀ ਹੁੰਦੇ ਸੀ, ਵਾਰਾਂ ਗਾਉਂਦੇ ਹੁੰਦੇ ਸੀ। ਆਪਾਂ ਤੁਸੀਂ ਜਦੋਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਸ਼੍ਰੀ ਅਕਾਲ ਤਖਤ ਸਾਹਿਬ ਨਾ, ਉਹਦੇ ਥੱਲੇ ਢਾਡੀ ਵਾਰਾਂ ਗਾਉਂਦੇ ਸੀ ਜੋਸ਼ ਲਈ, ਵੀ ਜਿਹਦੇ ਨਾਲ ਐਨਰਜੀ ਆਵੇ, ਵੀਰ ਰਸ ਕਹਿਣਾ ਵੀ ਚੜ੍ਹਦੀ ਕਲਾ 'ਚ ਰਹੀਏ ਨਾ। ਤੇ ਜਿੰਨੇ ਵੀ ਗਾਇਕ ਵੀਰ ਨੇ, ਆਪਾਂ ਕਿਉਂ ਕਰਕੇ ਬਾਈ ਸਿੱਧੂ ਮੂਸੇਵਾਲੇ ਦੇ ਕਰਕੇ ਉਹਨਾਂ ਨੂੰ ਅਸੀਂ ਗਾਇਕੀ ਦੇ ਵਿੱਚ ਉਹਨਾਂ ਨੂੰ ਸੁਣਿਆ। ਤੇ ਜਿਵੇਂ ਹੁਣ ਤੁਸੀਂ ਨਸੀਬ ਬਾਈ ਦੀ ਗੱਲ ਕੀਤੀ, ਇਸ ਬਾਈ ਨੂੰ ਵੀ ਸੁਣਿਆ, ਬਹੁਤ ਵਧੀਆ ਬਾਈ ਗਾਉਂਦਾ ਵੀ ਆ, ਕਿਰਪਾ। ਤੇ ਸਿਰ ਤੇ ਦਸਤਾਰ ਹੈਗੀ ਆ, ਆਪਣਾ ਹੀ ਭਰਾ ਹੈ ਬਾਈ। ਤੇ ਆਪਾਂ ਵੀ ਅਰਦਾਸ ਵੀ ਕਰਦੇ ਹਾਂ ਸਤਿਗੁਰ ਬਾਈ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ। ਤੇ ਪਰ ਜੋ ਗੱਲ ਹੁੰਦੀ ਆ, ਦੇਖੋ ਹਰੇਕ ਬੰਦਾ ਕੋਈ ਵੀ, ਆਪਾਂ ਇਹ ਨਹੀਂ ਕਹਿ ਸਕਦੇ ਵੀ ਸਰਵ ਕਲਾ ਸੰਪੂਰਨ ਆ ਦੁਨੀਆ ਦੇ ਵਿੱਚ, ਠੀਕ ਆ। ਸਾਰਿਆਂ ਦੇ ਵਿੱਚ ਕਮੀਆਂ ਹੁੰਦੀਆਂ ਨੇ, ਜੇ ਕਮੀਆਂ ਹੀ ਨਾ ਹੋਣ ਤਾਂ ਪਰਮਾਤਮਾ ਹੋ ਜੇ ਇਨਸਾਨ, ਹੈ ਨਾ। ਤੇ ਗਲਤੀ ਵੀ ਸਾਰੇ ਇਨਸਾਨਾਂ ਤੋਂ ਹੁੰਦੀ ਆ, ਤੇ ਗਲਤੀ ਤੋਂ ਹੀ ਸਿੱਖਦੇ ਨੇ ਨਾ। ਤੇ ਜਿਹੜੀ ਹੁਣ ਇਹ ਟੌਪਿਕ ਆ, ਜਿਵੇਂ ਮੈਂ ਵੀ ਸੁਣਿਆ ਸੀ, ਸ਼ਾਇਦ ਤੁਸੀਂ, ਮੈਨੂੰ ਲੱਗਦਾ ਨਹੀਂ ਉਸ ਬਾਰੇ ਤੁਸੀਂ ਗੱਲ ਕਰਦੇ ਹੋਵੋਗੇ, ਵੀ ਜਿਹਦੇ ਵਿੱਚ ਉਹਦੀ ਮੈਂ ਇੱਕ ਕਲਿੱਪ ਸੁਣੀ ਸੀ ਵੀ ਉਹ ਕਹਿ ਰਿਹਾ ਵੀ ਰੋਡੇ ਭੋਡਿਆਂ ਬਾਰੇ ਕੁਛ ਇਸ ਤਰ੍ਹਾਂ ਦਾ ਉਹਨਾਂ ਨੇ ਬਾਈ ਨੇ। ਮੈਨੂੰ ਬੜੀ ਹਰਟਿੰਗ ਲੱਗੀ ਸੀ ਭਾਜੀ ਗੱਲ, ਉਸ ਵਿਸ਼ੇ 'ਤੇ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਸੀ। ਜੀ ਬਾਈ। ਕਿਉਂਕਿ ਨਾ ਮੈਂ ਹਜ਼ਾਰਾਂ ਇੰਟਰਵਿਊਜ਼ 'ਚ ਭਾਜੀ ਇਹ ਗੱਲ ਕਹੀ ਹੈ ਕਿ ਮੈਂ ਹਿੰਦੂ ਧਰਮ 'ਚ ਜਨਮ ਲਿੱਤਾ, ਪਰ ਮੈਂ ਸੇਵਾ ਨਾਲ ਜੁੜਿਆ ਗੁਰਬਾਣੀ ਤੋਂ, ਉੱਥੋਂ ਸਿੱਖਿਆ ਮੈਂ, ਹੈ ਨਾ। ਮੈਨੂੰ ਵੀ ਲੱਗਦਾ ਭਾਜੀ ਤੁਸੀਂ ਵੀ ਇਹ ਚੀਜ਼ ਮਹਿਸੂਸ ਕਰਦੇ ਹੋ, ਆਡੀਅנס ਵੀ ਕਰਦੀ ਹੋਏਗੀ, ਕਿ ਜਦੋਂ ਰਾਤ ਬਰਾਤੇ ਕੋਈ ਭੈਣ ਇਕੱਲੀ ਹੋਵੇ ਰੋਡ ਤੇ ਨਾ, ਜੇ ਕੋਈ ਗੁਰਸਿੱਖ ਬੰਦਾ ਦਸਤਾਰ 'ਚ ਹੋਵੇ, ਉਹ 'ਚ ਉਹਦੇ ਨਾਲ ਜ਼ਿਆਦਾ ਸੇਫ ਕਰਦੀ ਹੈ, ਆਪਣੇ ਆਪ ਨੂੰ ਸੇਫ ਫੀਲ ਕਰਦੀ ਐਜ਼ ਕੰਪੇਅਰ ਟੂ ਜੇ ਕਿਸੇ ਨੇ ਦਸਤਾਰ ਨਹੀਂ ਰੱਖੀ। ਜੀ ਬਾਈ, ਇਹ ਗੱਲ ਸੱਚ ਹੈ, ਸਮਾਜ ਮੈਂ ਵੀ ਫੀਲ ਕੀਤੀ ਹੈ, ਤੁਸੀਂ ਵੀ ਕੀਤੀ ਹੋਣੀ। ਇਸ ਪਰਮਾਤਮਾ ਦੀ ਕਿਰਪਾ ਹੈ, ਬਿਲਕੁਲ। ਇਸ ਬਾਣੇ ਨੂੰ ਬਖਸ਼ ਹੈ ਕਿ ਇੱਕ ਸਰਦਾਰ ਬੰਦੇ ਦੀ ਲੋਕ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ, ਇੱਕ ਮੋਨੇ ਨੂੰ ਕੋਈ ਛੋਟੂ, ਕੋਈ ਓਏ, ਕੋਈ ਕੁਛ। ਬਿਲਕੁਲ, ਇਹ ਚੀਜ਼ਾਂ ਸਾਡੇ ਸਮਾਜ 'ਚ ਹੈਗੀਆਂ। ਪਰ ਉਹ ਵੀਰ ਦੀ ਜਦੋਂ ਮੈਂ ਉਹ ਰਿਕਾਰਡਿੰਗ ਸੁਣੀ ਕਿ ਤੁਹਾਡੇ ਰੋਡੇ ਪੋਡਿਆਂ ਕੋਲ ਕਿੱਥੇ ਬਰਦਾਸ਼ਤ ਹੋਣੇ ਨੇ ਸਰਦਾਰ, ਉਹ ਮੈਨੂੰ ਇੰਨੀ ਕੁ ਦਿਲ ਨੂੰ ਚੀਰ ਗਈ ਮੇਰੇ, ਕਿ ਮੈਂ ਇੱਕਦਮ ਸੋਚਣ ਲੱਗਾ ਕਿ ਇੰਨੀ ਨਫ਼ਰਤ ਕਿਉਂ। ਜੀ ਬਿਲਕੁਲ ਜੀ, ਇਹ ਗੱਲ ਸੱਚੀ ਦਿਲ ਨੂੰ ਸਾਰਿਆਂ ਦੇ ਕਿੰਨੇ ਵੀਰ ਨੇ। ਫਿਰ ਉੱਥੇ ਗੱਲ ਆ ਗਈ ਵੀ ਆਪਾਂ ਇਹ ਨਹੀਂ ਗੈਸ ਕਰ ਸਕਦੇ, ਜੇ ਆਪਾਂ ਨੂੰ ਗੁਰੂ ਨੇ ਦਸਤਾਰ ਬਖਸ਼ੀ ਆ, ਆਪਾਂ ਇਹਦੇ 'ਤੇ ਥੋੜ੍ਹੀ ਜਿਹੀ ਵਿਚਾਰ ਕਰਨੀ ਚਾਹੁੰਦੇ ਹਾਂ। ਬਾਲਾ ਨਹੀਂ, 2-3 ਮਿੰਟ ਦੀ ਮੈਂ ਤੁਹਾਨੂੰ ਇਤਿਹਾਸਕ ਦੇ ਵਿੱਚੋਂ ਵੀ ਇੱਕ ਗੱਲ ਸਾਂਝੀ ਕਰੂੰਗਾ, ਤਸੱਲੀ ਨਾਲ ਸੁਣੂੰਗਾ ਬਾਈ ਮੈਂ, ਤੇ ਪ੍ਰੈਕਟੀਕਲ ਕੋਈ ਆਉਣ ਵਾਲੇ ਜੀਵਨ ਦੀ ਗੱਲ ਵੀ ਸਾਂਝੀ ਕਰੂੰਗਾ। ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਆ, ਹੁਣ ਉਹ ਬੰਦੇ ਜਾਗਦੇ ਨੇ, ਜਿਵੇਂ ਤੁਹਾਨੂੰ ਦੱਸਿਆ, ਇੱਕ ਅਸੀਂ ਜਦੋਂ ਗੁਰੂ ਘਰ ਰਹਿੰਦੇ ਸੀ ਉੱਥੇ, ਤੁਹਾਨੂੰ ਪਤਾ ਹੁਣ ਤਾਂ ਜਿਵੇਂ ਚਲੋ ਸੱਚ ਬੋਲੋਗੇ, ਸੱਚ ਬਰਦਾਸ਼ਤ ਨਹੀਂ, ਉੱਥੇ ਕੁਛ ਬੰਦਿਆਂ ਨੇ ਹੁਣ ਉੱਥੇ ਜਿਵੇਂ ਸ਼੍ਰੋਮਣੀ ਕਮੇਟੀ ਆਪਣੀ ਬਹੁਤ ਵੱਡੀ ਸੰਸਥਾ, ਜਦੋਂ ਸਾਡੇ, ਮੈਂ 2 ਮਿੰਟ ਗੱਲ ਕਰਦਾ, ਜਦੋਂ ਪਹਿਲਾਂ ਮਾਮਾ ਜੀ ਉੱਥੇ ਸੀਗੇ, ਜਾ ਕੇ ਮੈਨੇਜਮੈਂਟ ਕਰ ਰਹੇ ਸੀ ਨਾ ਸਾਰੀ, ਤੇ ਅਸੀਂ ਕਹਿਣਾ ਮਾਮਾ ਜੀ ਜਿੱਡੀ ਤੁਹਾਡੀ ਪਹਿਚਾਣ ਆ, ਆਪਾਂ ਆਪਣੀ ਸੰਸਥਾ ਕਿਉਂ ਨਹੀਂ ਬਣਾਉਂਦੇ? ਤੁਹਾਡੇ ਨਾਲ ਇੰਨੀ ਦੁਨੀਆ ਦੀ ਸੰਗਤ ਆ, ਤੁਹਾਡੇ ਇੰਨਾ ਤੁਹਾਨੂੰ ਪਿਆਰ ਕਰਦੇ ਆ, ਤੁਹਾਡੇ ਸੱਚ ਨੂੰ ਕਿੰਨਾ ਪ੍ਰੇਮ ਮਿਲਦਾ ਦੁਨੀਆ ਦੇ ਵਿੱਚੋਂ। ਉਹਨਾਂ ਨੇ ਕਹਿਣਾ ਨਹੀਂ ਪੁੱਤ, ਇਹ ਸ਼੍ਰੋਮਣੀ ਕਮੇਟੀ ਨਾ ਇੱਕ ਜਮਾਤ ਆ, ਵੀ ਬਹੁਤ ਵੱਡੀ ਆ, ਪੁਰਖਿਆਂ ਦੀ ਆ, ਵੀ ਉਹਦੇ ਵਿੱਚ ਮੈਂ ਵੀ ਇਹੀ ਗੱਲ ਕਰਨੀ ਚਾਹੁੰਦਾ ਵੀ ਹਰੇਕ ਵਿੱਚ ਚੰਗੇ ਅਤੇ ਮਾੜੇ ਇਨਸਾਨ ਕਿਵੇਂ ਹੁੰਦੇ ਨੇ। ਉਹ ਕਹਿੰਦੇ ਵੀ ਇੱਕ ਜਮਾਤ ਆ, ਵੀ ਆਪਾਂ ਕੋਈ ਗੱਲ ਨਹੀਂ ਇੱਥੇ ਰਹਿ ਕੇ ਸੇਵਾ ਕਰਨੀ ਆ ਸਾਡੀ। ਉਹਨਾਂ ਨੂੰ ਕਿਉਂ ਕਰਕੇ ਅਸੀਂ ਆਸੇ ਪਾਸੇ ਦੇਖ ਰਿਹਾ ਸੀਗਾ ਵੀ ਇਹ ਅਜਿਹੀਆਂ ਸੰਸਥਾਵਾਂ ਜਿਨ੍ਹਾਂ ਦੇ ਅਕਸ਼ ਨੂੰ ਸੁਧਾਰਨ ਦੀ ਵੀ ਜੇ ਕੋਸ਼ਿਸ਼ ਕਰੀਏ ਤਾਂ ਉਹ ਵੀ ਤੁਹਾਡੀਆਂ ਲੱਤਾਂ ਖਿੱਚਣ ਲੱਗ ਜਾਂਦੇ ਵੀ ਤੁਸੀਂ ਇੰਝ ਨਾ ਕਰੋ। ਅਤੇ ਉੱਥੇ ਰਹਿ ਕੇ ਕੋਈ ਸਮਾਂ ਇਹੋ ਜਿਹਾ ਬਣਿਆ, ਹੁਣ ਇਸ ਟਾਈਮ ਇਹਨਾਂ ਦਾ ਹੀ ਪ੍ਰਬੰਧ ਆ ਉੱਥੇ,
ਤੇ ਉਹਨਾਂ ਨੇ ਤਾਂ ਤਿਆਗਤਾ ਸਾਰਾ ਕੁਝ ਵੀ ਸਾਂਭ ਲਓ। ਪਰ ਅਸੀਂ ਇਹ ਦੇਖਿਆ ਸੀ ਵੀ ਉਹਨਾਂ ਨੂੰ ਦੇਖਿਆ ਵੀ ਇੱਕ ਜਮਾਤ ਹੈ, ਇੱਕ ਉਹਦੇ ਵਿੱਚ ਚੰਗੇ ਲੋਕ ਵੀ ਹੋਣਗੇ ਤੇ ਮਾੜੇ ਲੋਕ ਵੀ ਹੋਣਗੇ ਜੀ। ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਆਪਾਂ ਜਾਂਦੇ ਹਾਂ, ਥੋੜ੍ਹਾ ਜਿਹਾ ਮਹਿਸੂਸ ਕਰਿਓ ਤੁਸੀਂ ਉਸ ਵੇਲੇ ਉਹ ਵੇਲਾ ਕਿਸ ਤਰ੍ਹਾਂ ਦਾ ਹੋਊ। ਸਿਆਲਕੋਟ ਹੁਣ ਪਾਕਿਸਤਾਨ ਦੇ ਵਿੱਚ ਹੈ ਸ਼ਹਿਰ। ਇਹ ਬਾਈ ਜਿਵੇਂ ਹੁਣ ਬਾਈ ਨਸੀਬ ਵਾਲੀ ਗੱਲ ਚੱਲੀ ਹੈ ਨਾ, ਆਪਾਂ ਦੇਖੀਏ ਦਸਤਾਰ ਆਈ ਕਿੱਥੋਂ ਆ, ਆਈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਆ ਨਾ ਜੀ। ਵੀ ਜਿਨ੍ਹਾਂ ਤੋਂ ਇਹ ਦਸਤਾਰ ਆਈ ਆ, ਆਰੰਭ ਤਾਂ ਹੋਈ ਆ, ਉਹਨਾਂ ਨੇ ਆਪਾਂ ਨੂੰ ਕੀ ਸੇਧ ਦਿੱਤੀ ਆ, ਵੀ ਆਪਣੀ ਕੀ ਜ਼ਿੰਮੇਵਾਰੀ ਆ। ਸਿਆਲਕੋਟ ਦੇ ਵਿੱਚ ਪੀਰ ਹੋਏ ਨੇ ਹਮਜ਼ਾ ਬੌਸ, ਇਸ ਤਰ੍ਹਾਂ ਉਹਨਾਂ ਦਾ ਨਾਮ ਹੋਇਆ ਇਤਿਹਾਸ ਦੇ ਵਿੱਚ। ਫਕੀਰ ਸੀਗੇ ਉਹ, ਉਹਨਾਂ ਦਾ ਜਪ ਤਪ ਬਹੁਤ ਸੀ। ਉਸ ਪਿੰਡ ਦੇ ਕਿਨਾਰੇ ਆ ਕੇ ਬਹਿ ਗਏ। ਜਪ ਤਪ ਸੀ, ਪਿੰਡ ਦਾ ਪਰਿਵਾਰ ਗਿਆ, ਇੱਕ ਪਰਿਵਾਰ ਸੀ ਆਪਣੇ ਹਿੰਦੂ ਪਰਿਵਾਰ, ਕਿਉਂ ਕਰਕੇ ਪੁਰਾਤਨ ਪਰਿਵਾਰ ਨੇ ਜੀ। ਉਹ ਜਦੋਂ ਗਏ ਤਾਂ ਉਹਨਾਂ ਦੇ ਘਰੇ ਔਲਾਦ ਨਹੀਂ ਸੀ, ਅਤੇ ਉਹ ਗਏ ਵੀ ਸਾਡੇ ਔਲਾਦ ਨਹੀਂ ਹੁੰਦੀ। ਉਹ ਬਹੁਤ ਸੋਨਾ ਲੈ ਗਏ, ਕਿਉਂ ਕਰਕੇ ਜਿਹੜਾ ਸੱਚੀ ਉਹਨੂੰ ਸੋਨੇ ਤੱਕ ਕੋਈ ਮਤਲਬ ਨਹੀਂ ਸੀ ਨਾ। ਉਹ ਕਹਿੰਦਾ ਮੈਨੂੰ ਇਹ ਨਹੀਂ ਚਾਹੀਦੀਆਂ, ਤੁਸੀਂ ਦੱਸੋ। ਉਹ ਕਹਿੰਦਾ ਸਾਡੇ ਘਰੇ ਕੋਈ ਪੁੱਤ ਜਿਹਨੀ ਧੀ ਨਹੀਂ ਜਨਮ ਨਹੀਂ ਹੋਇਆ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡੇ ਘਰੇ ਮਹਾਰਾਜ 2 ਪੁੱਤ ਬਖਸ਼ਣਗੇ। ਉਹਨਾਂ ਨੂੰ ਦਾਤ ਅਸੀਸ ਬਖਸ਼ਤੀ ਜੀ। ਅਤੇ ਉਹਨਾਂ ਦੀ ਹੋਈ ਗੁਰੂ ਸਾਹਿਬ ਦੀ ਕਿਰਪਾ 2 ਹੋਏ ਉਹਨਾਂ ਦੇ ਪੁੱਤ ਨਾ। ਜਦੋਂ ਉਹ ਗਏ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਵੀ ਇੱਕ ਪੁੱਤ ਤੁਸੀਂ ਮੈਨੂੰ ਦੇ ਦੇਣਾ, ਇੱਕ ਤੁਸੀਂ ਕੋਲੇ ਰੱਖਣਾ। ਜਦੋਂ ਉਹ ਦੁਬਾਰੇ ਗਏ, ਪਹਿਲਾਂ ਤਾਂ ਆਏ ਨਹੀਂ, ਉਹਨਾਂ ਨੇ ਸੁਨੇਹੇ ਪਹੁੰਚਾਏ ਬਹੁਤ। ਅਤੇ ਜਦੋਂ ਉਹ ਜਾ ਕੇ ਗਏ, ਉਹਨਾਂ ਦੀ ਫਿਰ ਗਾਂ ਜਿਹੜੀ ਵਾਈਫ ਸੀਗੀ, ਉਹਨਾਂ ਨੇ ਉਹ ਅੱਗੇ ਕਰਤੀ ਅਤੇ ਉਹਨਾਂ ਨੇ ਮਤਲਬ ਉਹਨੂੰ ਬੋਲਿਆ ਵੀ ਜਾ ਭੱਜ ਜਾ ਇੱਥੋਂ, ਅਸੀਂ ਤੈਨੂੰ ਕਿਵੇਂ ਪੁੱਤ ਦੇ ਦਈਏ, ਵੀ ਦਾਤ ਲੈ ਕੇ ਵਿਸਰ ਗਏ ਜੀ। ਉਹਨੂੰ ਲੱਗਿਆ ਵੀ ਯਾਰ ਇੱਥੇ ਤਾਂ ਸਾਰੇ ਲੋਕ ਹੀ ਮਾੜੇ ਆ, ਜਿਵੇਂ ਹੁਣ ਬਣਿਆ ਪਿਆ ਨਾ ਵੀ ਸਾਰੇ ਰੋਡੇ ਭੋਡੇ ਹੀ ਆ ਜੀ। ਉਹਨੇ ਜਾ ਕੇ ਨਾ ਆਪਣੀ ਕੋਈ ਤਪੱਸਿਆ ਸ਼ੁਰੂ ਕਰਤੀ ਵੀ ਮੈਂ ਇਸ ਸਿਆਲਕੋਟ ਸ਼ਹਿਰ ਨੂੰ ਇਹ 'ਤੇ ਕਰੂਪੀ ਆ ਜਿਵੇਂ ਹੁਣ ਪਾਣੀ ਆ ਗਿਆ ਜੀ। ਉਹ ਆਪਣਾ ਲੱਗ ਗਿਆ ਧਿਆਨ ਲਾਉਣ। ਉਹੀ ਗੁਰੂ ਸਾਹਿਬ ਫਿਰ ਮਹਾਰਾਜ ਆਪ ਹੀ ਉੱਥੇ ਪਹੁੰਚ ਜਾਂਦੇ ਸੀਗੇ ਜੀ। ਤੇ ਗੁਰੂ ਸਾਹਿਬ ਦਾ ਜਿੱਥੇ ਮਹਾਰਾਜ ਬਿਰਾਜਮਾਨ ਹੁੰਦੇ ਸੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਹਰ ਵੇਲੇ ਨਾਲ ਸੀ। ਅਤੇ ਪੁਰਾਣੇ ਜਿਹੜੇ ਆਪਣੇ ਬੋਹੜ ਹੁੰਦੇ ਨੇ ਪੁਰਾਤਨ, ਹੁਣ ਤਾਂ ਬੁੱਢੇ ਹੋ ਗਏ, ਹਜੇ ਵੀ ਹੈਗੇ ਨੇ ਕੁਛ, ਉਹਦੇ ਥੱਲੇ ਮਹਾਰਾਜ ਬਿਰਾਜਮਾਨ ਹੁੰਦੇ ਸੀਗੇ। ਗੁਰੂ ਸਾਹਿਬ ਉੱਥੇ ਗਏ ਅਤੇ ਪਿੰਡ ਵਾਸੀ ਉਹ ਸਾਰੇ ਪਰਿਵਾਰ ਮਹਾਰਾਜ ਦੇ ਚਰਨਾਂ 'ਚ ਆਏ ਵੀ ਸਾਡੇ ਨੁਕਸਾਨ ਹੋਣ ਲੱਗ ਗਿਆ। ਅਤੇ ਗੁਰੂ ਸਾਹਿਬ ਨੇ ਉਸ ਫਕੀਰ ਨੂੰ ਵੀ ਸੱਦਿਆ, ਪਿੰਡ ਵਾਸੀਆਂ ਨੂੰ ਵੀ ਸੱਦਿਆ। ਅਤੇ ਉਹ ਕਹਿੰਦੇ ਫਕੀਰ ਜੀ ਵੀ ਕੀ ਗੱਲ ਹੋ ਗਈ, ਇੰਨੀ ਕਰੋਪੀ ਕਾਹਤੋਂ ਜੀ। ਅਤੇ ਉਹ ਕਹਿੰਦੇ ਵੀ ਇਹ ਸਿਆਲਕੋਟ ਦੇ ਵਿੱਚ ਸਾਰੇ ਇਸ ਤਰ੍ਹਾਂ ਦੇ ਮਤਲਬ ਖੋਰ ਵੱਸਦੇ ਨੇ ਅਤੇ ਇਸ ਲਈ ਮੈਂ ਇਸ ਨਗਰ ਨੂੰ ਤਬਾਹੀ ਕਰ ਦੇਣਾ। ਮਹਾਰਾਜ ਕਹਿੰਦੇ ਰੁਕੋ ਭਾਈ। ਗੁਰੂ ਸਾਹਿਬ ਨੇ ਪਰਚੀ 'ਤੇ ਲਿਖਿਆ, ਉਹਦੀ ਪਰਖ ਦੇਖੋ ਕਿਵੇਂ ਕਰਾਉਣੀ ਆ। ਇੱਕ ਲੈਵਲ ਹੁੰਦਾ, ਹੁਣ ਜਿਹੜੇ ਪੀਰ ਫਕੀਰ ਨੇ ਮਹਾਰਾਜ ਦੇਖੋ ਉਹਨਾਂ ਨੂੰ ਕਿਵੇਂ ਰਾਹੇ ਪਾ ਰਹੇ ਨੇ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਲਿਖ ਕੇ ਭੇਜਿਆ, ਰਿਕ 'ਤੇ ਲਿਖਤਾ ਮਰਨ ਅਤੇ ਜਿਉਣ, ਇਹ ਲਿਖ ਕੇ ਭੇਜਤਾ। ਨਾਲ ਲਿਖਦਾ ਵੀ ਸੱਚ ਅਤੇ ਝੂਠ ਜਾਓ ਬਈ ਲੈ ਕੇ ਆਓ ਸੌਦਾ। ਉਹਦੇ ਸਾਹਮਣੇ ਭੇਜਦਾ ਲਿਖ ਕੇ ਵੀ ਇਹਦਾ ਉੱਤਰ ਦਿਓ ਵੀ ਸੱਚ ਦਾ ਅਤੇ ਝੂਠ ਦਾ ਕੀ ਆ। ਉਹ ਗਿਆ ਅਤੇ ਉਹਨੇ ਜਾ ਕੇ ਹੁਣ ਆਪਣੇ ਜਿਵੇਂ ਲੁਧਿਆਣੇ 'ਚ ਵੱਡੇ ਵੱਡੇ ਆਪਣੇ ਕਾਰੋਬਾਰ ਨੇ, ਉਹ ਫਿਰ ਉਸ ਟਾਈਮ 'ਚ ਵੱਡੇ ਗਿਆ ਸਾਰਿਆਂ ਦੇ ਕੋਲੇ। ਭਾਈ ਮਰਦਾਨਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਗਏ ਵੀ ਸਾਨੂੰ ਇਹ ਸੌਦਾ ਦਿਓ। ਅਤੇ ਹੁਣ ਇਹਦਾ ਆਨਸਰ ਕੌਣ ਦੇਵੇ, ਰੂਹਾਨੀ ਗੱਲ ਆ। ਅਤੇ ਪਰਖ ਵੀ ਹੋਣੀ ਆ ਵੀ ਹਰੇਕ ਸ਼ਹਿਰ 'ਚ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਆਪਾਂ ਕਹਿ ਤਾਂ ਦਿੰਦੇ ਹਾਂ ਵੀ ਕੋਈ ਵੀ ਕਿਸੇ ਵੀ ਬਿਰਤੀ ਵਾਲਾ ਰੋਡਾ ਭੋਡਾ ਵੀ ਹੋ ਸਕਦਾ, ਉਹ ਆਪਾਂ ਸੋਚ ਵੀ ਨਹੀਂ ਸਕਦੇ ਜੀ ਵੀ ਉਹ ਅੰਦਰ ਆਪਣੇ ਕਿੰਨਾ ਜਪ ਤਪ ਸਮਾਈ ਬੈਠਾ ਜੀ। ਉਹ ਬਾਰ-ਬਾਰ ਗਏ, ਉਹਨਾਂ ਨੂੰ ਸ਼ਾਮ ਤੱਕ ਕੋਈ ਉਹ ਆਨਸਰ ਨਹੀਂ ਮਿਲਿਆ। ਹਰੇਕ ਆਪਣਾ ਕੁਛ ਨਾ ਕੁਛ ਕਹਿ ਕੇ ਤੋੜ ਦਿਆ ਕਰੇ ਬਈ ਸਾਡੇ ਕੋਲੇ ਵੀ ਇਹ ਸੌਦਾ ਹੀ ਹੈ ਨਹੀਂ। ਅਤੇ ਉੱਥੇ ਗਏ ਮੂਲਾ ਖੱਤਰੀ ਜੀ ਹੋਏ ਨੇ, ਜੇ ਮੇਰੀ ਨੌਲੇਜ ਦੇ ਵਿੱਚ ਕੋਈ ਨਾ ਹੋਵੇ ਬਾਤ ਘਾਟ ਹੋ ਵੀ ਸਕਦੀ ਆ, ਉਹਦੇ ਲਈ ਮਾਫੀ ਚਾਹੁੰਦੇ ਆਪਾਂ ਜਿੰਨਾ ਕੁ ਆਪਾਂ ਵਾਚਿਆ ਇਤਿਹਾਸ ਨੂੰ। ਉਹਨਾਂ ਨੇ ਜਾ ਕੇ ਉਹਨਾਂ ਨੂੰ ਫੜਾਤਾ ਵੀ ਲੈ ਪਰਚੀ ਫੜਾਤੀ ਵੀ ਇਹਦਾ ਸੌਦਾ ਦਿਓ ਸੱਚ ਅਤੇ ਝੂਠ ਦਾ। ਉਹਨਾਂ ਨੇ ਪਰਚੀ ਪੜ੍ਹੀ ਅਤੇ ਨਾਲ ਹੀ ਲਿਖਤਾ ਵੀ ਜਿੱਥੇ ਦਾ ਸੀਗਾ ਜਿਉਣਾ ਝੂਠ ਆ ਅਤੇ ਮਰਨਾ ਸੱਚ ਆ। ਉੱਤੇ ਲਿਖ ਕੇ ਜਵਾਬ ਅਤੇ ਭੇਜਤਾ। ਅਤੇ ਜਦੋਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਵਾਬ ਰੱਖਿਆ ਅਤੇ ਫਿਰ ਉਹ ਪੀਰ ਨੂੰ ਸਮਝਾਇਆ ਗੁਰੂ ਸਾਹਿਬ ਜੀ ਨੇ ਵੀ ਇਹ ਵੀ ਇਸੇ ਨਗਰ ਦਾ ਹੀ ਵਾਸੀ ਆ। ਹੁਣ ਆਪਾਂ ਜੇ ਦੇਖੀਏ ਤਾਂ ਸੱਚਾਈ ਤਾਂ ਇਹੀ ਆ ਨਾ ਬਾਈ ਜੀ, ਮਰਨਾ ਹੀ ਸੱਚ ਆ, ਜਿਉਣਾ ਆਪਣਾ ਝੂਠ ਆ। ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ, ਆਪਣਾ ਪੁੱਤ ਸੀ ਗੁਰਜੋਤ ਹੈ ਨਾ, ਚੜ੍ਹਾਈ ਕੱਢ ਗਿਆ। ਬੜਾ ਦੁੱਖ ਲੱਗਿਆ ਕੱਲ੍ਹ ਮੈਂ ਤੁਹਾਨੂੰ ਦੇਖਿਆ, ਮੈਂ ਤਾਂ ਹੀ ਗੱਲ ਹੀ ਨਹੀਂ ਕੀਤੀ ਮੈਂ ਤੁਹਾਡੇ ਨਾਲ ਬਾਹਲੀ ਉਹ ਬਾਈ ਦੀ ਉਹਦੀ ਗੱਲ ਕਰਕੇ ਪੁੱਤ ਦੀ, ਅਤੇ ਆਪਾਂ ਬਾਹਲਾ ਨਹੀਂ ਕਿਉਂ ਕਰਕੇ ਬੜੀਆਂ ਨਾ ਉਹਦੇ ਵਿੱਚ ਆਪਾਂ ਉਹਦੇ ਨਾਲ ਪ੍ਰੇਮ ਹੀ ਇਸ ਤਰ੍ਹਾਂ ਦਾ ਪੈ ਗਿਆ ਸੀ ਨਾ, ਰੂਹਾਨੀ ਪ੍ਰੇਮ ਸੀਗਾ।
ਮੈਂ ਕਹਿੰਦਾ ਤੁਹਾਡੀ ਕੋਈ ਇਸ ਤਰ੍ਹਾਂ ਦੀ ਕੋਈ ਵੀ ਜਿੰਨੇ ਵੀ ਤੁਸੀਂ ਸ਼ਾਮ ਨੂੰ ਉੱਥੇ ਜਾਂ ਵੀਡੀਓਜ਼ ਵਗੈਰਾ ਬਣਦੀਆਂ ਜਾਂ ਤੁਸੀਂ ਹਰ ਜਗ੍ਹਾ ਤੁਸੀਂ ਜ਼ਿਕਰ ਕਰਦੇ ਹੁੰਦੇ ਸੀ, ਉਹਦੀ ਹਾਜ਼ਰੀ ਲੱਗਦੀ ਸੀ ਤੇ ਅੱਜ ਵੀ ਲੱਗੀ ਆ ਬਿਲਕੁਲ ਆਪਣੇ ਵਿੱਚ, ਅੱਜ ਵੀ ਜਿਉਂਦੇ ਨੇ ਆਪਣੇ ਵਿਚਾਰਾਂ ਦੇ ਵਿੱਚ। ਬਿਲਕੁਲ ਉਦੋਂ ਮੈਂ ਇਹੀ ਕਹਿਣਾ ਬਸ ਉਹਦਾ ਆਪਾਂ ਸੱਚਾਈ ਇਹੀ ਹੈ ਜੀ, ਪਰ ਮਰਨਾ ਹੀ ਸੱਚ ਆ, ਜਿਉਣਾ ਝੂਠ ਆ, ਇਹ ਵੀ ਸੱਚਾਈ ਹੈ ਆਪਣੀ। ਤੁਸੀਂ ਗੱਲ ਛੇੜ ਲਈ ਬਾਈ, ਇਹ ਪੋਡਕਾਸਟ ਕੱਲ੍ਹ ਕਰਨਾ ਸੀ ਤੁਹਾਡੇ ਨਾਲ ਮੈਂ ਜੀ। ਤੇ ਗੁਰਜੋਤ ਮੇਰੀ ਮਾਂ ਦੀ ਕੁੱਖੋਂ ਤਾਂ ਨਹੀਂ ਜੰਮਿਆ, ਪਰ ਉਹਨਾਂ ਨੇ ਮੈਨੂੰ ਪਿਆਰ ਕਰਨ 'ਚ ਵੀ ਕੋਈ ਕਮੀ ਨਹੀਂ ਰੱਖੀ ਤੇ ਨਾ ਮੈਂ ਰੱਖੀ ਜੀ। ਤੇ ਗੁਰਜੋਤ ਚਲਾ ਗਿਆ ਦੁਨੀਆ 'ਚੋਂ ਨਾ, ਤੇ ਬਹੁਤ ਜ਼ਿਆਦਾ ਮੋਹ ਸੀ ਉਹਦੇ ਨਾਲ। ਔਰ ਜਦੋਂ ਇਹ ਕੇਸ ਅਸੀਂ ਫੜਿਆ ਸੀ ਨਾ, ਮੈਂ ਉਦੋਂ ਵੀ ਡਰ ਰਿਹਾ ਸੀ ਜੀ, ਕਿਉਂਕਿ ਗੁਰਜੋਤ ਤੋਂ ਪਹਿਲਾਂ ਇੱਕ ਸੋਨਾਕਸ਼ੀ ਬੱਚੀ ਸੀ, ਹਾਂਜੀ 2-2.5 ਸਾਲ ਬਾਅਦ ਉਹ ਵੀ ਡਾਇਲਸਿਸ ਕਰਾ ਕੇ ਚਲੀ ਗਈ ਸੀ, ਤਾਂ ਮੈਨੂੰ ਥੋੜ੍ਹਾ ਡਰ ਪੈ ਗਿਆ ਅੰਦਰ। ਜੀ। ਇੱਕ ਪਾਸੇ ਮੈਨੂੰ ਲੱਗਣ ਲੱਗ ਗਿਆ ਸੀਗਾ ਕਿ ਸ਼ਾਇਦ ਮੈਂ ਦੁਨੀਆ 'ਚ ਨਾ ਮੋਹ ਛੱਡ ਰਿਹਾ, ਮੇਰਾ ਮੋਹ ਛੱਡਿਆ ਜਾ ਰਿਹਾ ਹੈ, ਸੇਵਾ ਵੱਲ ਨੂੰ ਗੁਰੂ ਸਾਹਿਬ ਲੈ ਕੇ ਜਾ ਰਹੇ ਨੇ। ਪਰ ਗੁਰਜੋਤ ਦੇ ਜਾਣ ਤੋਂ ਬਾਅਦ ਫਿਰ ਸਾਬਤ ਹੋ ਗਿਆ ਕਿ ਇਨਸਾਨ ਦਾ ਕਦੀ ਮੋਹ ਜਾ ਹੀ ਨਹੀਂ ਸਕਦਾ। ਕਿਸੇ ਦਾ ਇਨਸਾਨ ਨਾਲ ਹੈ, ਕਿਸੇ ਦਾ ਰੱਬ ਨਾਲ ਹੈ, ਕੋਈ ਰੱਬ ਦੇ ਲਈ ਰੋ ਰਿਹਾ ਜੀ, ਕੋਈ ਇਨਸਾਨ ਦੇ ਲਈ ਰੋ ਰਿਹਾ। ਤਾਂ ਗੁਰਜੋਤ ਵਾਲੀ ਤਾਂ ਬਹੁਤ ਮਾੜੀ ਹੋਈ। ਪਰ ਗੁਰਜੋਤ 'ਚ ਵੀ ਭਾਜੀ ਮੈਂ ਪੁੱਛਣਾ ਚਾਹੁੰਦਾ ਕਿ ਮੇਰੇ ਮਨ 'ਚ ਹਮੇਸ਼ਾ ਇਹ ਸਵਾਲ ਹੁੰਦਾ ਕਿ ਆਪਾਂ ਕਹਿੰਦੇ ਹਾਂ ਕਿ ਚੰਗੇ ਮਾੜੇ ਕਰਮਾਂ ਦਾ ਫਲ ਹੈ। ਜੀ। ਗੁਰਜੋਤ ਦੇ ਕਿਹੜੇ ਮਾੜੇ ਕਰਮ ਸੀਗੇ? ਉਹ ਨਾ ਕਦੀ ਵਿਚਾਰਾ ਮੂੰਹ 100 ਰੁਪਏ ਦੀ ਵੀ ਚੀਜ਼ ਮੰਗਦਾ ਸੀ, ਜੀ ਬਾਈ, ਕੁਛ ਨਹੀਂ ਕਹਿੰਦਾ ਸੀ ਵਿਚਾਰਾ। ਮਤਲਬ ਇਹ ਬੱਚਿਆਂ ਨਾਲ ਇਦਾਂ ਕਿਉਂ ਹੁੰਦਾ? ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ, ਉਹਨਾਂ ਨੇ ਤਾਂ ਕੋਈ ਕਰਮ ਵੀ ਨਹੀਂ ਗਲਤ ਕੀਤੇ ਹੁੰਦੇ। ਜੀ। ਜੀ ਬਾਈ, ਇਹ ਸੱਚਾਈ ਆ ਬਾਈ। ਇਹਦਾ ਨਾ ਇਹ ਜਿਹੜਾ ਸਵਾਲ ਆ ਨਾ, ਇਹਦਾ ਜਵਾਬ ਆ ਬਹੁਤ ਦੁਨੀਆ ਲੱਭਦੀ ਫਿਰਦੀ ਆ। ਆਪਾਂ ਥੋੜ੍ਹਾ ਜਿਹਾ ਆਪਣੇ ਜੀਵਨ ਦੇ ਵਿੱਚ ਦੇਖ ਕੇ ਝਾਤੀ ਮਾਰ ਕੇ ਤੁਹਾਨੂੰ ਜਵਾਬ ਦੇ ਸਕਦਾ। ਕਿਉਂ ਕਰਕੇ ਮੈਂ ਇੱਥੇ ਗੱਲ ਕਰ ਜਾਂ ਵੱਡੀ, ਮੈਂ ਉਹਦੇ ਆਪਣੇ ਬਾਈ ਜੀ ਸਿੱਧੂ ਮੂਸੇ ਵਾਲੇ ਦੇ ਬਾਪੂ ਜੀ ਕੋਲ ਜਿੱਦੇ ਮੈਂ ਗਿਆ, ਤੁਹਾਨੂੰ ਦੱਸਿਆ ਸੀ ਨਾ, ਮੇਰੇ ਜਾਣ ਦਾ ਕਾਰਨ ਵੀ ਇਹੀ ਸੀ ਵੀ ਉਹਨਾਂ ਕੋਲ ਜਾ ਕੇ ਗੁਰਬਾਣੀ ਪੜ੍ਹ ਕੇ ਉਹਨਾਂ ਨੂੰ ਐਨਰਜੀ ਮਿਲੇ। ਇੱਕ ਇਹੀ ਸਹਾਈ ਆਪਣੇ ਲਈ। ਉਹਦੇ ਮੈਂ ਕਹਿੰਦੀ ਵੀ ਮੈਂ ਉਹਦੇ ਬਾਪੂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਬਾਪੂ ਇੱਥੇ ਬਹਿ ਕੇ ਮੈਂ ਗੱਲ ਕਰਿਆ ਜਾਵਾਂ ਬਈ ਭਾਣਾ ਯਾਰ ਆਪਾਂ ਨੂੰ ਹੈ ਨਾ ਵੀ ਇਹ ਤਾਂ ਹੋਣਾ ਹੀ ਸੀਗਾ, ਕਿਉਂਕਿ ਭਾਣਾ ਕਹਿਣਾ ਅਤੇ ਭਾਣਾ ਸਹਿਣਾ ਬੜਾ ਵੱਡਾ ਅੰਤਰ ਹੈ ਇਹਨਾਂ ਤੋਂ। ਕਹਿ ਤਾਂ ਮੈਂ ਵੀ ਇੱਥੇ ਜਾ ਕੇ ਜਾ ਸਕਦਾ ਨਾ ਹੁਣ ਗੁਰਜੋਤ ਵਾਲੀ ਗੱਲ 'ਤੇ, ਪਰ ਕਹਿੰਦੇ ਵੀ ਉਹਦੇ ਅੱਗੇ ਆਪਣਾ ਚਾਰਾ ਨਹੀਂ ਕੋਈ। ਆਪਾਂ ਹੁਣ ਆਪਣੇ ਅਰਸ਼ਦੀਪ ਦੀ ਉਹਦੇ ਗੱਲ ਛੇੜੀ ਸੀ, ਇਹਦੇ ਵਿੱਚ ਹੁਣ ਇੰਨੀ ਕੁ ਗੱਲ ਤਾਂ ਆਪਾਂ ਜਾਣੀ ਆ ਨਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਆਪਾਂ ਇਹ ਜੋ ਜਨਮ ਮਰਨਾ ਨਾ ਇਹ ਚੱਲੀ ਜਾਂਦਾ, ਇਹਦਾ ਕੋਈ ਐਂਡ ਨਹੀਂ ਹੈ। ਆਪਾਂ ਚਲੇ ਜਾਂਦੇ ਹਾਂ, ਆਪਣੇ ਸਰੀਰ ਮਰ ਜਾਂਦਾ, ਆਪਣੀ ਆਤਮਾ ਨਹੀਂ ਮਰਦੀ। ਜਿੰਨਾ ਕੁ ਗੁਰਬਾਣੀ ਦੇ ਵਿੱਚੋਂ ਸਿੱਖੇ ਆ, ਜਿੰਨਾ ਕੁ ਵਾਚੇ ਆ ਇਹ ਚੀਜ਼ਾਂ ਨੂੰ ਨਾ, ਤੁਸੀਂ ਵੀ ਪ੍ਰੈਕਟੀਕਲ ਕਰਿਓ ਨਾ। ਅਰਸ਼ਦੀਪ ਦੀ ਜਿਵੇਂ ਉੱਥੇ ਡੈਥ ਹੋਈ ਆ ਅਤੇ ਇੱਥੇ ਆ ਕੇ ਅਤੇ ਸਾਡੇ ਸਾਰੇ ਪਰਿਵਾਰ ਨੂੰ ਗੁਰੂ ਦੇ ਲੜ ਲਾਤਾ। ਅਤੇ ਗੁਰਜੋਤ ਆਪਣਾ ਕੀ ਪਤਾ ਕਿੱਥੇ ਉਹਦੀ ਕਿੱਥੇ ਲੋੜ ਪੈ ਸਕਦੀ ਹੈ, ਕਿੱਥੇ ਜਾ ਕੇ ਉਹਨੂੰ ਗੁਰੂ ਸਾਹਿਬ ਨੇ ਅਕਾਲ ਪੁਰਖ ਨੇ ਜਨਮ ਦੇਣਾ ਅਤੇ ਕਿੰਨੇ ਵਧੀਆ ਰੂਪ 'ਚ ਦੇਣਾ ਕਿ ਉਹਦੇ ਜ਼ਿੰਦਗੀ ਵਿੱਚ ਤੁਹਾਨੂੰ ਤਕਲੀਫ ਵੀ ਤਾਂ ਬਹੁਤ ਆ ਰਹੀ ਸੀ ਨਾ। ਇਸ ਗੱਲ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਨਾ। ਫਿਰ ਹੀ ਆਪਣਾ ਉਹਦੇ ਨਾਲ ਆਪਣਾ ਮੇਲ ਹੋਇਆ ਨਾ, ਜੇ ਉਹ ਤਕਲੀਫ ਵਿੱਚ ਆਏ ਸੀਗੇ। ਅਤੇ ਆਪਣੇ ਵੱਲੋਂ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਸੀ ਜਾਰੀ। ਜਿੱਦੇ ਇਹ ਗੱਲ ਸੀ ਨਾ, ਮੈਂ ਉਦੋਂ ਉੱਥੇ ਪ੍ਰਸ਼ਾਦਾ ਵਰਤਾ ਰਿਹਾ ਸੀ ਅਤੇ ਜਦੋਂ ਢਿੱਲਾ ਹੋਇਆ ਦੁਬਾਰੇ ਗੁਰਜੋਤ ਜੀ, ਮੇਰੇ ਕੋਲ ਸਾਗਰ ਖੜਾ ਸੀ, ਉਹਨੇ ਜਦੋਂ ਆ ਕੇ ਦੱਸਿਆ ਨਾ, ਉਹਦੇ ਦੱਸਣ 'ਚ ਹੀ ਮੈਨੂੰ ਮਹਿਸੂਸ ਹੋਈ ਇਹ ਗੱਲ। ਮੈਂ ਕਿ ਜਿਵੇਂ ਸਾਗਰ ਨੇ ਗੱਲ ਕੀਤੀ ਆ ਵੀ ਥੋੜ੍ਹਾ ਜਿਹਾ ਕਹਿੰਦੇ ਵੀ ਇੱਕਦਮ ਜ਼ਿਆਦਾ ਉਹਨੂੰ ਤਕਲੀਫ ਹੋਈ ਹੋਣੀ ਹੈ ਨਾ। ਮੈਨੂੰ ਨਾ ਉਹ ਚੀਜ਼ ਉਦੋਂ ਮਹਿਸੂਸ ਜੀ ਹੋਈ। ਉਦੋਂ ਵੀ ਜਦੋਂ ਮਹਿਸੂਸ ਵੀ ਕਰਦੇ ਉਦੋਂ ਵੀ ਨਾ ਇੱਕ ਅੰਦਰ ਤੱਕ ਤਕਲੀਫ ਹੁੰਦੀ ਹੈ। ਗੁਰਜੋਤ ਇਸ ਤਰ੍ਹਾਂ ਦੀ ਰੂਹ ਸੀ ਆਪਣੇ ਵਿੱਚੋਂ। ਕੋਈ ਗੱਲ ਨਹੀਂ, ਸਮਾਂ ਉਹ ਅਕਾਲ ਪੁਰਖ ਦੇ ਹੱਥ ਆ ਜੀ, ਆਪਾਂ ਕੁਛ ਕਹਿ ਨਹੀਂ ਸਕਦੇ। ਪਰ ਇਹੀ ਕਹਿ ਸਕਦੇ ਹਾਂ ਵੀ ਆਪਣਾ ਕੋਈ ਐਂਡ ਨਹੀਂ, ਇਹ ਜਨਮ ਮਰਨੇ ਤਾਂ ਚੱਲੀ ਜਾਂਦਾ, ਆਪਣੇ ਕਰਮਾਂ ਦੇ ਸਿਰ 'ਤੇ ਆ। ਅੱਜ ਕੱਲ੍ਹ ਕਿਸੇ ਨੂੰ ਪਾਵਰ ਮਿਲੀ ਆ, ਆਪਾਂ ਹੁਣ ਕਹਿੰਦੇ ਹਾਂ ਸਰਕਾਰਾਂ ਨੇ, ਜਿਵੇਂ ਆਪਾਂ ਕਹਿੰਦੇ ਨੇ ਵੀ ਇਨਸਾਫ ਨਹੀਂ, ਹੁਣ ਬਾਈ ਨੂੰ ਆਪਾਂ ਗੱਲ ਕਰ ਹੀ ਸਕਦੇ ਹਾਂ ਨਾ ਇਹਦੇ ਵਿੱਚ, ਆਪਣੀ ਕਿਹੜਾ ਕੋਈ ਸੱਚ ਹੀ ਹੈ ਨਾ। ਨਹੀਂ ਬਿਲਕੁਲ ਨਹੀਂ। ਆਪਾਂ ਕਹਿੰਦੇ ਹਾਂ ਜਸਟਿਸ ਚਾਹੀਦੀ ਹੈ ਬਾਈ ਨੂੰ, ਇਨਸਾਫ ਨਹੀਂ ਮਿਲ ਰਿਹਾ, ਸਰਕਾਰਾਂ ਨਹੀਂ। ਹੁਣ ਸਰਕਾਰਾਂ ਆਪਣਾ ਕੋਈ ਜਪ ਤਪ ਹੁੰਦਾ ਕਰਮਾਂ ਦਾ ਵੀ ਆਪਾਂ ਨੂੰ, ਹੁਣ ਆਪਾਂ ਜਪ ਤਪ ਤੁਹਾਡੀ ਜ਼ਿੰਦਗੀ ਵੀ ਚੱਲ ਰਿਹਾ ਨਾ, ਇਹਨੂੰ ਗੁਰੂ ਸਾਹਿਬ ਨੇ ਆਪਾਂ ਨੂੰ ਕਿਸ ਰੂਪ ਵਿੱਚ ਇਹਦਾ ਫਲ ਦੇਣਾ ਕੋਈ ਪਤਾ ਨਹੀਂ। ਸਿੱਖ ਕੌਮ 'ਤੇ ਤੁਸੀਂ ਕਦੇ ਵੱਡੇ ਘੱਲੂਘਾਰੇ ਦਾ ਨਾਂ ਸੁਣਿਆ ਹੋਊ ਜ਼ਿੰਦਗੀ ਦੇ ਵਿੱਚ, ਵੀ ਜਦੋਂ ਸਭ ਤੋਂ ਵੱਧ ਨੁਕਸਾਨ ਹੋਇਆ ਸੀਗਾ ਅਬਦਾਲੀ ਨੇ ਕੀਤਾ ਸੀ ਆ ਕੇ ਜੀ, ਅਤੇ ਉਹਦੇ ਵਿੱਚ ਆਪਣੇ ਕਈ ਹਜ਼ਾਰਾਂ, ਕੋਈ 50,000 ਤੱਕ ਵੀ ਉਦੋਂ ਬੱਚੇ ਬੱਚੀਆਂ ਸਿੰਘ ਸ਼ਹੀਦ ਕਰ ਦਿੱਤੇ ਗਏ ਸੀ। ਵੱਡਾ ਜਿਹੜਾ ਘੱਲੂਘਾਰਾ ਹੋਇਆ ਉਹਦੇ ਵਿੱਚ ਵੀ। ਉਹਦੇ ਵਿੱਚ ਭਾਜੀ ਕੀ ਹੋਇਆ ਸੀ, ਥੋੜ੍ਹਾ ਜਿਹਾ ਖੁੱਲ੍ਹ ਕੇ ਦੱਸ ਸਕੋ? ਉਹਦੇ ਵਿੱਚ ਦੇਖੋ ਜੀ, ਫਿਰ ਜਦੋਂ ਵੀ ਆਪਾਂ ਸੱਚ 'ਤੇ ਤੁਰਦੇ ਹਾਂ ਅਤੇ ਸਰਕਾਰਾਂ ਨੇ ਤੁਹਾਨੂੰ ਕਦੇ ਨਹੀਂ ਤੁਰਨ ਦੇਣਾ। ਕੁਛ ਨਾ ਕੁਛ ਜੋ ਸਰਕਾਰ ਦੀ ਨੀਤੀ ਗਲਤ ਆ, ਸਾਰੀਆਂ ਸਰਕਾਰਾਂ ਬਾਰੇ ਨਹੀਂ ਆਪਾਂ ਗੱਲ ਕਰ ਸਕਦੇ। ਸਰਕਾਰ ਦੀ ਨੀਤੀ ਹੁੰਦੀ ਆ, ਕੁਛ ਸਰਕਾਰਾਂ ਦੀ ਜਦੋਂ ਨੀਤੀ ਕੋਈ ਗਲਤ ਹੋ ਜੇ ਤਾਂ ਉੱਥੇ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ। ਜੇ ਆਪਾਂ ਸਰਕਾਰ ਆ, ਜਪ ਤਪ ਕਰਮਾਂ ਦਾ ਆਪਾਂ ਨੂੰ ਰਾਜ ਭਾਗ ਮਿਲਿਆ, ਜੇ ਆਪਾਂ ਇੱਕੋ ਤਰਾਜੂ 'ਚ ਤੁਲ ਗਏ ਨਾ ਸਾਰਿਆਂ ਨੂੰ, ਜਿਹੜਾ ਆਪਣੇ ਘਰ ਦਾ ਮੁਖੀ ਹੁੰਦਾ, ਇਹ ਹੁਣ ਆਪਣੇ ਪੰਜਾਬ ਦੇ ਮੁਖੀ ਨੇ, ਕੋਈ ਆਪਣੇ ਦੇਸ਼ ਦੇ ਮੁਖੀ ਨੇ, ਇਹਨਾਂ ਲਈ ਨਾ ਸਾਰੇ ਇੱਕ ਦਿਨਾਂ ਦੀ ਦ੍ਰਿਸ਼ਟੀ 'ਚ ਭੇਦਭਾਵ ਨਹੀਂ ਹੋਣਾ ਚਾਹੀਦਾ। ਵੈਸੇ ਹੁੰਦਾ
ਉਹ ਹੋ ਰਿਹਾ ਤੇ ਉਹਦਾ ਪ੍ਰੈਕਟੀਕਲ ਅੰਜਾਮ ਇਹ ਹੈ ਜੀ, ਉਹਦੇ ਆਪਾਂ ਨੂੰ ਨਤੀਜੇ ਬੜੇ ਬੁਰੇ ਭੁਗਤਣੇ ਪੈ ਰਹੇ ਆ। ਆਪਣੇ ਏਡੇ ਏਡੇ ਕਹਿੰਦੇ ਕਹਾਉਂਦੇ ਸ਼ਖਸੀਅਤਾਂ ਜਾ ਰਹੇ ਨੇ ਸ਼ਰੇਆਮ। ਮੈਂ ਲੁਧਿਆਣੇ ਇੱਕ ਵੀਡੀਓ ਵੀ ਪਾਈ ਸੀ ਕੱਲ੍ਹ, ਕੋਈ ਆਇਆ ਸੀ ਬਾਈ ਜੀ ਮਹਾਰਾਸ਼ਟਰ ਤੋਂ ਮੁੰਡਾ ਜੀ, ਉਹ ਸਟੇਸ਼ਨ ਉਤਰਿਆ ਤੇ ਜਗਰਾਓਂ ਪੁਲ ਤੇ ਜਦੋਂ ਆਇਆ 3 ਜਣੇ ਆਏ, ਮੋਬਾਈਲ ਮੂਬਲ ਉਹਦਾ ਖੋਲਿਆ ਤੇ ਨਾਲ ਉਹਦੇ ਕਿਰਚੇ ਵੀ ਮਾਰੀਆਂ, ਇੱਥੇ ਉਹਦਾ ਸਾਰਾ ਹੱਥ ਪਾੜ ਇੱਥੋਂ ਪਾੜ ਗਏ ਉਹਦਾ। ਉਹਨੂੰ ਕੋਈ ਆਪਣੇ ਕੋਲ ਖੜਾ ਗਿਆ, ਉਹ ਰੋਈ ਜਾਵੇ ਆ ਕੇ ਨਾ ਵੀ ਮੇਰੇ ਨਾਲ ਤਾਂ ਐਂ ਵਾਪਰੀ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਆਪਣੇ ਲੁਧਿਆਣੇ 'ਚ ਸ਼ਰੇਆਮ ਹੀ ਹੋਣ ਲੱਗ ਗਈਆਂ ਇਹ ਚੰਗੀਆਂ ਗੱਲਾਂ ਨਹੀਂ। ਇਹਦੇ ਨਾਲ ਆਪਣੇ ਦੇਖੋ ਪੁੱਤ ਕੋਈ ਸੌਖਾ ਨਹੀਂ ਹੁੰਦਾ, ਪੁੱਤ ਨੂੰ ਪਾਲਣਾ ਪੋਸਣਾ ਵੱਡਾ ਕਰਨਾ, ਸਮਾਜ ਦੇ ਅੱਗੇ ਲਿਆਉਣਾ ਤੇ ਫਿਰ ਉਹ ਏਡੇ ਏਡੇ ਉਹਨੇ ਕਰਮ ਵੀ ਕਰਨੇ ਨੇ। ਤੇ ਇਹ ਪੁੱਤ ਕਿਤੇ ਐਵੇਂ ਕਹਿੰਦੇ ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ, ਇਹ ਪੁੱਤ ਹੱਟਾਂ ਤੇ ਨਹੀਂ ਵਿਕਦੇ ਹੁੰਦੇ। ਤੇ ਇਸ ਲਈ ਆਪਣੇ ਭਾਵੇਂ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਾਂ ਗੱਲ ਕਰਨੀ ਆ ਵੀ ਕੋਈ ਵੀ ਆਪਣੇ ਸਾਰੇ ਆਪਾਂ ਨੂੰ, ਜੇ ਆਪਾਂ ਨੂੰ ਸੇਫਟੀ ਚਾਹੀਦੀ ਹੈ ਵੀ ਆਪਣੇ ਤਿਆਰ ਬਰ ਤਿਆਰ ਸਭ ਨੂੰ ਰਹਿਣਾ ਚਾਹੀਦਾ ਵੀ ਕੋਈ ਹਾਲਾਤ ਬਾਹਲੇ ਚੰਗੇ ਨਹੀਂ। ਵੈਸੇ ਹੀ ਨੋਰਮਲੀ ਜੇ ਇਹ ਵਾਰਦਾਤਾਂ ਹੋਣ ਲੱਗ ਗਈਆਂ, ਕੋਈ ਮਰਡਰ ਹੋ ਜਾਂਦਾ, ਨੋਰਮਲੀ ਹੋ ਜਾਂਦਾ। ਬਿਲਕੁਲ। ਸੋ ਇਹ ਦੇਖਣਾ ਚਾਹੀਦਾ ਨਾ ਵੀ ਕਿਤੇ ਨਾ ਕਿਤੇ ਆਪਣੀ ਗਲਤੀ ਹੈ ਤੇ ਉਹਨੂੰ ਸੁਧਾਰਨਾ ਚਾਹੀਦਾ, ਨਾ ਕਿ ਆਪਾਂ ਉਸ ਚੀਜ਼ ਨੂੰ ਜਸਟਿਸ ਦੇਣ ਦੀ ਬਜਾਏ। ਮੈਂ ਮਾਫੀ ਚਾਹੁੰਦਾ ਵੀ ਮੈਂ ਇਸ ਗੱਲ ਬਾਰੇ, ਵੈਸੇ ਮੈਂ ਰਾਜਨੀਤੀ ਬਾਰੇ ਨਾ ਤਾਂ ਬੋਲਿਆ ਕਦੇ, ਨਾ ਹੀ ਮੇਰੇ ਮਨ ਦਾ ਵਿਚਾਰ ਆ। ਜੋ ਆਪਾਂ ਨੂੰ ਗੁਰੂ ਸਾਹਿਬ ਨੇ ਮਿਸ਼ਨ ਦਿੱਤਾ ਇਹ ਬਹੁਤ ਉੱਚਾ ਉੱਠ ਕੇ ਚੱਲਦੇ ਹਾਂ ਜੀ। ਇਹ ਸਰਬ ਸਾਂਝਾ ਕਾਰਜ ਆ, ਇਹਦੇ ਵਿੱਚ ਜਾਤਾਂ ਪਾਤਾਂ ਰਾਜਨੀਤੀ ਤੋਂ ਆਪਾਂ ਉੱਪਰ ਆ। ਪਰ ਆਪਾਂ ਤਾਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਹਾਂ ਵੀ ਇਸ ਮਸਲੇ ਦੇ ਵੱਲ ਧਿਆਨ ਦੇਣਾ ਚਾਹੀਦਾ। ਜਿੰਨੇ ਦਿਨ ਆਪਾਂ ਇਹ ਲੇਟ ਹੁੰਦੇ ਆ ਤੇ ਇਹ ਆਪਣੇ ਲਈ ਭਾਰੂ ਪੈ ਰਹੇ ਨੇ, ਹੈ ਨਾ। ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਜਿਹੜੀ ਸਮੁੱਚੇ ਸੰਸਾਰ ਦੀ ਸੀ ਤੇ ਸਮੁੱਚੇ ਸੰਸਾਰ ਦੇ ਵਿੱਚ ਲੋਹਾ ਕਹਿੰਦੇ ਉਹਨੇ ਮਨਵਾਇਆ ਆਪਣਾ। ਬਿਲਕੁਲ। ਤੇ ਉਹਦੀ ਇਸ ਤਰ੍ਹਾਂ ਉਹਨੂੰ ਰੋਲਣਾ ਨਹੀਂ ਚਾਹੀਦਾ। ਉਹਨਾਂ ਦੇ ਮਾਪਿਆਂ ਨੂੰ ਘੱਟੋ ਘੱਟ ਖੁਸ਼ੀ ਦਾ ਪਲ ਦਈਏ ਤਾਂ ਫਿਰ ਪ੍ਰਮਾਤਮਾ ਵੀ ਖੁਸ਼ ਹੋਊਗਾ। ਇਹੀ ਆਪਾਂ ਬੇਨਤੀ ਕਰ ਸਕਦੇ ਹਾਂ ਜੀ। ਬਈ ਇੱਕ ਨਜ਼ਰ ਨਾਲ ਦੇਖਣ ਲਈ ਕਹਿਣਾ ਤੇ ਸਮਾਜ 'ਚ ਦੇਖਣਾ, ਇਹ ਦੋਨੋਂ ਚੀਜ਼ਾਂ 'ਚ ਬਹੁਤ ਫਰਕ ਹੈ। ਜਿੱਦਾਂ ਮੈਂ ਕਹਿੰਦਾ ਕਿ ਮੈਂ ਨਿਰਪੱਖਤਾ ਨਾਲ ਦੇਖਦਾ, ਮੈਂ ਜਾਤ ਪਾਤ 'ਚ ਵਿਤਕਰਾ ਨਹੀਂ ਕਰਦਾ। ਮੈਂ ਤਾਂ ਜਿੰਨੇ ਵੀ ਸਾਡੇ ਕੋਲ ਮਰੀਜ਼ ਆਉਂਦੇ ਨੇ, ਅਸੀਂ ਕੋਈ ਧਰਮ ਨਹੀਂ ਪੁੱਛਦੇ, ਕੋਈ ਕੁਛ ਨਹੀਂ ਕਰਦੇ। ਇਹ ਸਿਰਫ ਵੀਡੀਓ 'ਚ ਬੋਲਣਾ ਤੇ ਇਹਨੂੰ ਅਸਲ ਜ਼ਿੰਦਗੀ ਦੇ ਵਿੱਚ ਚਲਾਉਣਾ, ਇਹਦੇ 'ਚ ਕਿੰਨਾ ਕੁ ਅੰਤਰ ਹੈ। ਜਿਵੇਂ ਹੁਣ ਉਹ ਨਸੀਬ ਵਾਲੀ ਗੱਲ ਹੈ, ਹੈ ਨਾ। ਮੈਨੂੰ ਨਸੀਬ ਦੇ ਜਿਹੜੇ ਪਹਿਲਾਂ ਗਾਣੇ ਆਏ, ਇੱਕ ਦਾ ਅਕਾਲ ਗਾਣਾ ਆਇਆ ਸੀ ਜੀ, ਮੈਂ ਪਿਛਲੇ ਪੋਡਕਾਸਟ 'ਚ ਵੀ ਦੱਸਿਆ ਸੀਗਾ ਕਿ ਮੈਨੂੰ ਇੱਕੋ ਦਮ ਖਿਆਲ ਜਿਹਾ ਆਇਆ ਕਿ ਮੈਂ ਨਸੀਬ ਨੂੰ ਮੈਸੇਜ ਕਰਤਾ ਕਿ ਭਾਜੀ ਤੁਸੀਂ ਬਹੁਤ ਜ਼ਬਰਦਸਤ ਗਾਣਾ ਕੱਢਿਆ, ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਵੀ ਮੂਸੇ ਵਾਲੇ ਦੇ ਲੈਵਲ ਤੱਕ ਜਾਓ ਤੇ ਅਸੀਂ ਵੀ ਤੁਹਾਡੇ ਗਾਣੇ ਪਾਈਏ ਸਟੋਰੀਆਂ 'ਚ ਜੀ। ਤੇ ਉਹ ਮੈਂ ਜਦੋਂ ਆ ਰਿਕਾਰਡਿੰਗ ਸੁਣੀ, ਮੈਂ ਉਹਦੀ ਇੰਟਰਵਿਊ ਸੁਣੀ ਜੀ, ਜਿਹੜੀ ਸਿੱਧੂ ਮੂਸੇਵਾਲੇ ਬਾਰੇ ਵੀ ਹੋਈ। ਉਹ ਇੰਟਰਵਿਊ ਤੁਸੀਂ ਸੁਣੀ ਸੀ ਜਿਹੜੀ ਮੈਡਮ ਨਾਲ ਇੱਕ ਇੰਟਰਵਿਊ ਹੋਈ ਸੀ ਜੀ? ਸੁਣੀ। ਤੇ ਉਹ ਕੁਝ ਸੁਣਨ ਤੋਂ ਬਾਅਦ ਨਾ ਮੇਰਾ ਮਨ ਜਿਹਾ ਥੋੜ੍ਹਾ ਜਿਹਾ ਹੋ ਗਿਆ ਕਿ ਇਹ ਕੀ ਹੋ ਗਿਆ। ਜੇ ਉਹ ਇਸ ਤੋਂ ਵਧੀਆ ਇੰਟਰਵਿਊ ਨਾ ਹੀ ਕਰਦਾ, ਉਹਦੇ ਖਿਆਲ ਜਿਹੜੇ ਸੀਗੇ, ਜੋ ਉਹਦੀ ਸੋਚ ਸੀ ਉਹ ਅੰਦਰ ਹੀ ਰਹਿ ਜਾਂਦੀ, ਉਹ ਜ਼ਿਆਦਾ ਵਧੀਆ ਸੀ। ਉਹ ਜਿੱਦਾਂ ਸੋਚ ਬਾਹਰ ਆ ਗਈ, ਉਹ ਕਿਤੇ ਨਾ ਕਿਤੇ ਗਲਤ ਨਹੀਂ ਹੋ ਗਿਆ। ਦੇਖੋ ਵੀਰੇ, ਬਹੁਤ ਇਹਦੇ ਤੇ ਆਪਾਂ ਨਾ ਅਸਲ ਦੇ ਵਿੱਚ ਆਪਣੇ ਨਾ ਆਪਾਂ ਜਦੋਂ ਇਹ ਦ੍ਰਿਸ਼ਟੀ ਬਣ ਜਾਂਦੀ ਹੈ ਨਾ, ਤੁਸੀਂ ਵੀ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਕੀਤਾ ਉਹ, ਤੁਹਾਡੇ ਬਹੁਤ ਯਾਰ ਬਣੇ ਨੇ, ਦੂਰ ਗਏ ਨੇ, ਨੇੜੇ ਆਏ ਨੇ, ਆਉਣਗੇ ਜਾਣਗੇ, ਹੈ ਨਾ। ਤੁਹਾਡੀ ਜ਼ਿੰਦਗੀ 'ਚ ਇਹ ਚੱਲੂ। ਤੁਸੀਂ ਇਹ ਗੱਲ ਨੋਟ ਕਰਿਓ ਵੀ ਵੈਰ ਸਭ ਤੋਂ ਵੱਧ ਉੱਥੇ ਹੀ ਪੈਂਦਾ ਜਿੱਥੇ ਸਭ ਤੋਂ ਵੱਧ ਨੇੜੇ ਰਹਿੰਦੇ ਹੋਣਗੇ। ਬਿਲਕੁਲ। ਮੈਂ ਕਹਿੰਦਾ 80-90% ਲੜਾਈ ਵੈਰ ਸਿਰਫ ਉਹਨਾਂ 'ਚ ਹੁੰਦਾ ਜਿਹੜੇ ਪਹਿਲਾਂ ਇਕੱਠੇ ਰਹਿੰਦੇ ਹਨ। ਬਿਲਕੁਲ ਸਹੀ ਗੱਲ ਹੈ। ਉਹ ਪਹਿਲਾਂ ਇਕੱਠੇ ਹੁੰਦੇ ਨੇ, ਬਾਅਦ 'ਚੋਂ ਉਹਨਾਂ ਦਾ ਆਪਣਾ ਨਜ਼ਰੀਆ ਬਦਲ ਜਾਂਦਾ। ਕਿਉਂ ਕਰਕੇ ਇਕੱਠੇ ਹੁੰਦੇ ਨੇ, 100 ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਨਾ, ਸਭ ਦੀ ਲਾਈਫ ਆ, ਪਰ ਉਦੋਂ ਬਾਅਦ 'ਚ ਉਹ ਨਜ਼ਰੀਆ ਸਾਰਿਆਂ ਲਈ ਇਹ ਬਣਾ ਲੈਂਦੇ ਨੇ। ਬਿਲਕੁਲ। ਤੁਸੀਂ ਦੇਖੋ ਵੈਰ ਉੱਥੇ ਹੀ ਜ਼ਿਆਦਾ ਹੋਣਗੇ। ਮੈਂ ਜਿੰਨਾ ਕਿ ਮੈਂ ਜ਼ਿੰਦਗੀ 'ਚ ਦੇਖਿਆ ਜਾਂ ਮੁੰਡਿਆਂ 'ਚ ਦੇਖਿਆ, ਯਾਰਾਂ ਬੇਲੀਆਂ 'ਚ ਦੇਖਿਆ ਵੀ ਉਹ ਆਪਸ ਦੇ ਵਿੱਚ ਇਕੱਠੇ ਰਹਿੰਦੇ ਹੌਲੀ ਹੌਲੀ ਉਹਨਾਂ 'ਚ ਹੀ ਵੈਰ ਪੈ ਜਾਂਦੇ ਨੇ। ਕੋਈ ਹੋਰ ਵੈਰ ਨਹੀਂ ਹੁੰਦੇ, ਹੈ ਨਾ। ਉਹ ਹੁੰਦੇ ਤਾਂ ਆਪਣਾ ਸਰਕਲ ਹੀ ਆ ਸਾਰਾ, ਪਰ ਉਹ ਆਪਣੇ ਸਰਕਲ ਦੇ ਜਿਵੇਂ ਘਰ ਦੇ ਕਲੇਸ਼ ਨੂੰ ਸਮਾਜ 'ਚ ਵਾੜ ਦਿੰਦੇ ਆ ਜੀ। ਹੁੰਦਾ ਘਰ ਦਾ ਕਲੇਸ਼ ਆਪਣਾ, ਇਹ ਹੈ ਤਾਂ ਕੋਈ ਘਰ ਦਾ ਕਲੇਸ਼ ਹੀ ਹੁੰਦਾ ਵਾ ਨਾ। ਤੇ ਬਾਕੀ ਹੁਣ ਜੇ ਆਪਾਂ ਗੱਲ ਕਰੀਏ ਬਾਈ ਸਿੱਧੂ ਦੀ ਜਾਂ ਨਸੀਬ ਬਾਈ ਦੀ ਨਾ, ਦੇਖੋ ਆਪਾਂ ਉਹਦੇ ਵੀ ਗੱਲ ਕਹਿੰਦੇ ਵੀ ਸ਼ਖਸੀਅਤਾਂ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੁੰਦੀ ਆ ਕੁਛ। ਜੇ ਇਕੱਲੇ ਆਪਾਂ ਹੁਣ ਆਪਾਂ ਕਹੀਏ ਵੀ ਇਹ ਤਾਂ ਫਲਾਨੀ ਮਿਹਨਤ ਹੀ ਕਰਦੇ ਆ, ਵੀ ਆਪਣੀ ਮਿਹਨਤ ਨਾਲ ਹੀ ਕਰਦੇ ਆ ਸਾਰਾ ਕੁਛ, ਪਰ ਤੁਸੀਂ ਇਹ ਗੱਲ, ਕਰਮ ਬੜੀ ਵੱਡੀ ਚੀਜ਼ ਆ। ਮਿਹਨਤ ਆਪਣੇ ਨਾਲੋਂ ਜਿਹੜਾ ਬਾਈ ਜੀ ਕੋਈ ਦਿਹਾੜੀ ਕਰਦਾ, ਕੋਈ ਇਸ ਤਰ੍ਹਾਂ ਦੀ ਕੋਈ ਵੀ ਕਰਦਾ ਵਾ, ਮਜ਼ਦੂਰੀ ਕਰਦਾ, ਮਿਹਨਤ ਆਪਣੇ ਕੁਛ ਬੰਦਿਆਂ ਨਾਲ ਉਹ 1000 ਗੁਣਾ ਵੱਧ ਕਰਦਾ ਹੋਊ ਸਵੇਰ ਤੋਂ ਲੈ ਕੇ ਰਾਤ ਤੱਕ। ਬਿਲਕੁਲ। ਪਰ ਕੁਛ ਬੰਦੇ ਇੱਕ ਜਗ੍ਹਾ 'ਤੇ ਬੈਠੇ ਨੇ, ਉਹਨਾਂ ਨੂੰ ਬੈਠਿਆਂ ਨੂੰ ਮਾਇਆ ਦਾ ਭੰਡਾਰ ਮਿਲ ਜਾਣਾ ਤੇ ਉਹਨੇ ਸਾਰਾ ਦਿਨ ਸਰੀਰ ਵਾਹੁਣਾ ਤੇ ਉਹਨੂੰ ਫਿਰ ਕਿੰਨੀ ਮਿਹਨਤ ਮਿਲ ਰਹੀ ਹੈ ਨਾ। ਤੇ ਕੁਛ ਕਰਮ ਵੀ ਨਾਲ ਕੰਮ ਕਰਦੇ ਨੇ ਨਾ, ਚੰਗੇ ਕਰਮ ਕਰਦੇ ਰਹਿਣਾ ਚਾਹੀਦਾ। ਆਪੀ ਗੁਰੂ ਸਾਹਿਬ ਬਲ ਬਖਸ਼ਦੇ ਨੇ, ਸਾਰੇ ਜ਼ੀਰੋ ਤੋਂ ਹੀ ਉੱਠਦੇ ਨੇ। ਤੇ ਜਿਹੜੀ ਉਹਦੇ ਵਿੱਚ ਬਾਈ ਸਿੱਧੂ ਦੀ, ਉਹ ਤਾਂ ਉਹੀ ਸੀਗੇ,
ਉਹ ਤਾਂ ਇੱਕ ਹੀ ਸੀ ਬਾਈ। ਤੁਹਾਡਾ ਕੀ ਵਿਚਾਰ ਆ ਬਾਈ ਇਸ ਚੀਜ਼ ਦੇ ਉੱਤੇ? ਤੁਹਾਡਾ ਆਪ ਦਾ ਕੀ ਓਪੀਨੀਅਨ ਆ? ਇਹਦੇ ਵਿੱਚ ਇਹ ਓਪੀਨੀਅਨ ਆ ਬਾਈ ਜੀ, ਆਪਾਂ ਨੂੰ ਹੁਣ ਉਹਨਾਂ ਦੇ ਜਾਣ ਤੋਂ ਬਾਅਦ 'ਚ ਪਹਿਲਾਂ ਤਾਂ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਤੁਹਾਡੀ ਭਾਵੇਂ ਆਪਸੀ ਗੱਲਬਾਤ ਆ ਵੈਸੇ ਨਹੀਂ ਕਰਨੀ ਚਾਹੀਦੀ। ਉਹਦੇ ਮੈਂ ਵੀ ਜਿਵੇਂ ਆਪਾਂ ਵੀ ਬਾਈ ਦਾ ਜ਼ਿਕਰ ਕੀਤਾ ਸੀ, ਸਿਰਫ ਕੋਈ ਵਿਧ ਬਣ ਗਈ। ਮੈਂ ਹੁਣ ਵੀ ਕਹਿੰਦਾ ਨਾ ਵੀ ਮੈਨੂੰ ਕੋਈ ਇਸ ਤਰ੍ਹਾਂ ਦੇ ਨੇ ਜਾਂ ਬਾਈ ਦਾ ਕਰਕੇ ਕੋਈ ਸਾਨੂੰ ਜਾਣਨ ਲੱਗੇ, ਹੈ ਨਾ। ਹਾਂ, ਇਹ ਵੀ ਮੈਂ ਗੱਲ ਵਿੱਚ ਕਹਿਣੀ ਸੀ ਜੀ ਕਿ ਕਈਆਂ ਨੂੰ ਤਾਂ ਇਹੀ ਵਹਿਮ ਹੈ ਕਿ ਸਿੱਧੂ ਦਾ ਨਾਮ ਤਾਂ ਲੈਂਦੇ ਨੇ ਕਿ ਉਹਨਾਂ ਦੇ ਇੰਟਰਵਿਊਆਂ ਪੋਡਕਾਸਟ ਚੱਲ ਜਾਣ, ਜੀ ਔਰ ਦੂਜੇ ਪਾਸੋਂ ਜੇ ਨਹੀਂ ਲੈਂਦੇ ਫਿਰ ਕਹਿੰਦੇ ਨੇ ਇਹਨਾਂ ਦੀ ਜ਼ਰੂਰਤ ਨਹੀਂ ਸਿੱਧੂ ਦਾ ਨਾਮ ਲੈਣ ਦੀ, ਕਿ ਇਨਸਾਫ ਦੀ ਗੱਲ ਕਰਨ ਦੀ। ਦੋਨਾਂ ਪਾਸੋਂ ਨਹੀਂ ਲੋਕ ਜੀਣ ਦਿੰਦੇ। ਜੀ ਦੇ ਦੋ ਨਹੀਂ ਆ ਜੀ, ਇਹ ਦੋਨੇ ਪਾਸੇ ਕਹਿੰਦੇ ਦੋ ਪਾਸੇ ਦੰਦੇ ਆ ਵੀ ਦੋਨੇ ਪਾਸੇ ਹੀ ਚੱਲਦੇ ਨੇ। ਇੱਧਰ ਵੀ ਇਹਨੂੰ ਕਹਿੰਦਾ ਹੁੰਦਾ ਸੀ ਵੀ ਦੁਨੀਆ ਬੜੀ ਹਿਸਾਬੀ ਹੈ, ਨਾਲੇ ਇੱਧਰ ਵੀ ਤੇ ਨਾਲੇ ਉੱਧਰ ਵੀ। ਬਾਈ ਨੇ ਗੱਲ ਵੀ ਕਹੀ ਸੀ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਮੈਂ ਨਾ ਜਦੋਂ ਨਸੀਬ ਵੀਰੇ ਦੇ ਇੰਟਰਵਿਊ ਸੁਣੀਆਂ ਨਾ, ਤਾਂ ਮੈਂ ਅੱਜ ਤੱਕ ਪਹਿਲੀ ਵਾਰੀ ਭਾਜੀ ਕਿਸੇ ਦਾ ਨਾਮ ਲੈ ਕੇ ਪੋਡਕਾਸਟ ਕਰ ਰਿਹਾ ਆਪਣੀ ਲਾਈਫ 'ਚ। ਪਹਿਲੀ ਵਾਰੀ ਇੰਡਾਇਰੈਕਟ ਵੇ 'ਚ ਮੈਂ ਬੜਾ ਬੋਲਦਾ ਰਹਿੰਦਾ ਜੇ ਕੋਈ ਗੱਲ ਰੱਖਣੀ ਹੋਵੇ, ਪਰ ਪਹਿਲੀ ਵਾਰੀ ਨਾਮ ਲੈ ਕੇ ਇਸ ਲਈ ਕਰ ਰਿਹਾ। ਤੁਹਾਨੂੰ ਪ੍ਰੇਮ ਢਿੱਲੋਂ ਦਾ ਪਤਾ ਬਈ? ਜੀ ਪ੍ਰੇਮ ਢਿੱਲੋਂ, ਕਰਨ ਔਜਲਾ, ਜੀ ਬਿਲਕੁਲ, ਨਸੀਬ, ਇਹ ਨਾ ਸਾਰੇ ਕਿਤੇ ਨਾ ਕਿਤੇ ਸਿੱਧੂ ਨਾਲ ਕਨੈਕਟਡ ਸੀ ਜੀ। ਔਰ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿ ਇਹ ਸਾਰੇ ਹੀ ਪਹਿਲਾਂ ਇਕੱਠੇ ਸੀ, ਬਾਅਦ 'ਚੋਂ ਅਲੱਗ ਹੋ ਗਏ। ਪਰ ਨਾ ਹੁਣ ਥੋੜ੍ਹੇ ਦਿਨ ਪਹਿਲਾਂ ਪ੍ਰੇਮ ਢਿੱਲੋਂ ਦਾ ਗਾਣਾ ਆਇਆ ਸੀ, ਮੇਰੀ ਸਨੈਪਚੈਟ 'ਤੇ ਐਡ ਨੇ, ਗੱਲ ਵੀ ਹੋ ਜਾਂਦੀ ਕਦੀ ਕਦੀ ਜੀ। ਤੇ ਉਹ ਗਾਣੇ ਦੇ ਵਿੱਚ ਬੜਾ ਦਰਦ ਸੀ। ਤੁਸੀਂ ਸੁਣਿਆ ਸੀ ਉਹ ਗਾਣਾ? ਨਹੀਂ, ਮੈਂ ਇਹ ਜੇ ਸੁਣਿਆ। ਉਹ ਨਾ ਗਾਣਾ ਲਿਖਿਆ ਜਿੱਦਾਂ ਹੁਣ ਸਿੱਧੂ ਬਾਈ ਦੇ ਹੁੰਦੇ ਹੋਏ ਇਹਨਾਂ ਦੇ ਰੌਲੇ ਪੈ ਗਏ ਕਿਸੇ ਵੀ ABC, ਕਿਉਂਕਿ ਨਾ ਮੈਂ ਵੀ ਕਦੀ ਵੀ ਨਾ ਭਾਜੀ ਕਿਸੇ ਦਾ ਕੱਟੜ ਫੈਨ ਨਹੀਂ ਬਣਿਆ। ਜੇ ਸਿੱਧੂ ਦੀ ਕੋਈ ਗੱਲ ਗਲਤ ਹੋਊਗੀ ਨਾ, ਉਹਨੂੰ ਗਲਤੀ ਕਹੂੰਗਾ, ਗਲਤੀ ਕਹਿਣਾ ਬਿਲਕੁਲ। ਇਹ ਨਹੀਂ ਕਿ ਜੇ ਆਪਾਂ ਕਹੀਏ ਨਹੀਂ ਜੀ ਇਹ ਤਾਂ ਭਰਾ ਹੈ ਜਿਹਦੀ ਸਾਰੀਆਂ ਗੱਲਾਂ ਹੀ ਠੀਕ ਨੇ, ਸੱਚਾ ਯਾਰ ਹੀ ਇਹ ਆ, ਗਲਤ ਤੇ ਗਲਤ ਕਹੋ। ਪਰ ਥੋੜਾ ਜਿਹਾ ਉਹਦੀ ਗੱਲ ਤੇ ਤਾਂ ਦੁੱਖ ਲੱਗਦਾ ਕਿ ਤਾਂ ਉਹ ਚਲਾ ਗਿਆ ਜੀ, ਆਪਾਂ ਉਹਦੇ ਬਾਰੇ ਨਾ ਬੋਲੀਏ। ਦੂਜਾ ਜਦੋਂ ਬਾਈ ਉਹ ਸੀਗਾ, ਉਹਦੇ ਰੌਲੇ ਸੀ, ਕਰਨ ਨਾਲ ਵੀ ਰੌਲਾ ਸੀ, ਉਹਦਾ ਪ੍ਰੇਮ ਢਿੱਲੋਂ ਨਾਲ ਵੀ ਰੌਲਾ ਸੀ, ਬੱਬੂ ਮਾਨ ਬਾਈ ਨਾਲ ਵੀ ਰੌਲਾ ਸੀ। ਪਰ ਕਿਤੇ ਨਾ ਜਿਹੜੇ ਹੁਣ ਅੱਜ ਪ੍ਰੇਮ ਢਿੱਲੋਂ ਦਾ ਉਹ ਗਾਣਾ ਆਇਆ, ਉਹ ਗਾਣਾ ਸੁਣ ਕੇ ਨਾ ਮੇਰੇ ਮਨ ਦੇ ਵਿੱਚ ਵੀ ਇਹ ਗੱਲ ਆਈ ਕਿ ਇਹ ਸਿਲਸਿਲਾ ਕਦੋਂ ਮੁੱਕੂਗਾ। ਜੀ ਸਿੱਧੂ ਤਾਂ ਚਲਾ ਗਿਆ, ਜਿਹੜੇ ਸਿੱਧੂ ਦੇ ਹੁੰਦੇ ਹੋਏ ਸਿੱਧੂ ਨੂੰ ਗਾਲਾਂ ਕੱਢਦੇ ਸੀ ਜਾਂ ਸਿੱਧੂ ਦੇ ਗਾਣਿਆਂ 'ਚ ਰਿਪਲਾਈ ਕਰਦੇ ਸੀ ਜਾਂ ਸਿੱਧੂ ਦੇ ਸਿਰ ਤੋਂ ਬਣੇ, ਜੀ ਮੈਂ ਕਹਿੰਦਾ ਸਭ ਕੁਝ ਹੋ ਗਿਆ। ਹੁਣ ਇਹ ਸਿਲਸਿਲਾ ਰੁਕੂਗਾ ਕਿੱਥੋਂ? ਅੱਜ ਵੀ ਕਮੈਂਟਾਂ 'ਚ ਗਾਲਾਂ ਚੱਲ ਰਹੀਆਂ ਨੇ। ਮੈਂ ਕਹਿੰਦਾ ਨਸੀਬ ਵੀਰੇ ਨੂੰ ਵੀ ਜਿੰਨਾ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੁਣ ਰੋਕ ਦੇਣਾ ਚਾਹੀਦਾ, ਜੀ, ਕਿਉਂਕਿ ਉਹ ਵੀ ਮਾਂ ਦਾ ਪੁੱਤ ਹੈ। ਬਿਲਕੁਲ। ਪਰ ਉਹ ਚੀਜ਼ ਮੰਨੇ, ਜਿੱਦਾਂ ਹੁਣ ਉਹਨੇ ਇੱਕ ਲਾਈਵ ਕੀਤਾ ਸੀ, ਉਹਨੇ ਫਿਰ ਇਹ ਗੱਲ ਕਹਿਤੀ ਕਿ ਮੈਨੂੰ ਤੁਸੀਂ ਕੀ ਸਲਾਹ ਦਓਗੇ, ਜਾਂ ਤਾਂ ਮੈਂ ਗੁਰੂ ਦੀ ਮੰਨੂਗਾ ਜਾਂ ਜਿਹੜਾ ਬੰਦਾ ਪੱਗ ਬੰਨ੍ਹਦਾ ਮੈਂ ਉਹਦੀ ਸੁਣੂਗਾ। ਉਹ ਫਿਰ ਇਲੌਜੀਕਲ ਜੀ ਗੱਲ ਕਰ ਗਏ ਕਿ ਤੁਸੀਂ ਇਹ ਸੋਚੋ ਕਿ ਮੈਨੂੰ ਕੋਈ ਮੱਤ, ਜਿੱਦਾਂ ਹੁਣ ਮੱਤ ਦੀ ਗੱਲ ਮੈਨੂੰ ਕੋਈ ਬੱਚਾ ਵੀ ਸਿਖਾ ਜਾਵੇ ਜੀ, ਤਾਂ ਮੈਂ ਪਹਿਲਾਂ ਇਹ ਥੋੜ੍ਹੀ ਦੇਖੂੰਗਾ ਇਹਦੀ ਉਮਰ ਕਿੰਨੀ ਆ, ਜੀ, ਇਹਨੇ ਪੱਗ ਪਾਈ ਹੈ ਕਿ ਨਹੀਂ ਪਾਈ, ਜਾਂ ਇਹਨੇ ਹਿੰਦੂ ਹੈ ਇਹਨੇ ਟਿੱਕਾ ਲਾਇਆ ਕਿ ਨਹੀਂ ਲਾਇਆ। ਇਹ ਗੱਲਾਂ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਨਸੀਬ ਪਹਿਲਾਂ ਵੀ ਕਿਹਾ ਵੀ ਗੁਰੂ ਸਾਹਿਬ ਨੇ ਬੜੀ ਕਿਰਪਾ ਉਹਦੇ ਤੇ, ਗੁਰੂ ਸਾਹਿਬ ਨੇ ਦਸਤਾਰ ਵੀ ਬਖਸ਼ੀ ਆ, ਬੜੇ ਧੰਨ ਭਾਗ ਆ ਵੀ ਤੂੰ ਦਸਤਾਰ ਧਾਰੀਆਂ, ਰੱਬ ਤੈਨੂੰ ਤਰੱਕੀ ਦੇਵੇ, ਹੋਰ ਚੜ੍ਹਦੀ ਕਲਾ 'ਚ ਹੋਵੇਂ ਤੂੰ ਨਾ। ਪਰ ਜਿਹੜੀ ਉਹ ਮੈਂ ਵੀ ਸੁਣੀ ਸੀ ਉਹ ਸਾਰੀ, ਹੈ ਨਾ, ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀ ਹੁਣ ਰੀਸੈਂਟ ਲਾਈਵ ਹੋਈ ਬਾਈ, ਜਿਹੜੀਆਂ 2 ਤੁਹਾਨੂੰ ਭੇਜੀਆਂ ਸੀ ਅੱਜ, ਜੀ, ਉਹਦੇ 'ਚ ਕੀ ਤੁਸੀਂ ਨੋਟਿਸ ਕਰ? ਕਿਉਂਕਿ ਉਹਦੇ ਵਿੱਚ ਫਿਰ ਮੈਂ ਕਿਤੇ ਨਾ ਕਿਤੇ, ਚਲੋ ਮੈਂ ਪਤਾ ਨਹੀਂ ਕਿਉਂ ਬੋਲ ਰਿਹਾ ਜੀ, ਨਹੀਂ ਵੀ ਬੋਲਣਾ ਨਾ ਚਾਹੀਦਾ, ਪਰ ਮੈਨੂੰ ਹਰਟ ਹੋ ਰਿਹਾ। ਹਰਟ ਹੋਇਆ ਤਾਂ ਬੋਲ ਰਹੇ ਹੋ, ਤੁਹਾਡੇ ਦਿਲ ਤੇ ਨਾ ਉਹ ਕੁਛ ਗੱਲਾਂ ਰੂਹ ਨੂੰ ਟੱਚ, ਇਹ ਰੂਹ ਨੂੰ ਦੁੱਖ ਲੱਗਦਾ ਜਦੋਂ ਇਹ ਨਾ ਬਿਆਨ, ਦਸਤਾਰ ਵਾਲੇ ਨੂੰ ਤਾਂ ਵੈਸੇ ਹੀ ਇਹ ਬਿਆਨ ਦੇਣਾ ਸੋਭਦਾ ਨਹੀਂ। ਕਿਉਂਕਿ ਨਾ ਮੈਂ ਦਸਤਾਰ ਦੀ ਬਹੁਤ ਇੱਜ਼ਤ ਕਰਦਾ ਭਾਜੀ, ਮੈਂ ਹੁਣ ਸਾਬਤ ਕਿਵੇਂ ਕਰਾਂ? ਜੀ, ਮੇਰੇ ਕੋਲ ਕੋਈ ਬੰਦਾ ਆ ਜਾਵੇ ਨਾ, ਕੋਈ ਬੱਚਾ ਆ ਜਾਵੇ ਮੇਰੇ ਕੋਲ, ਉਹਨੇ ਵਾਲ ਰੱਖੇ ਹੁਣ, ਮੈਨੂੰ ਕਹਿੰਦਾ ਪੱਗ ਨਹੀਂ ਲਾਣੀ ਕਦੀ, ਪੱਗ ਲਾ ਕੇ ਰੱਖਣੀ ਆ ਤੂੰ। ਇਹਦਾ ਮਤਲਬ ਮੈਂ ਪਹਿਲਾਂ ਉਹ ਕਹਿੰਦਾ ਕਿ ਜੀ ਇਹ ਦੱਸਣਗੇ ਮੈਨੂੰ ਪੱਗ ਬਾਰੇ। ਮਤਲਬ ਯਾਰ, ਮਤਲਬ ਮੇਰੇ ਵਰਗਾ ਬੰਦਾ ਜੇ ਗੁਰੂ ਨੂੰ ਪਿਆਰ ਕਰਦਾ ਹੈ, ਹੁਣ ਭਾਜੀ ਸਪੋਜ਼ ਚਲੋ ਇਹ ਵੀ ਗੱਲ ਖੋਲ ਲੈਂਦੇ ਅੱਜ, ਜੀ, ਮੈਂ ਖੋਲਣੀ ਨਹੀਂ ਸੀ ਕਦੀ, ਪਰ ਮੈਨੂੰ ਵੀ ਲੋਕਾਂ ਨੇ ਸ਼ੁਰੂ 'ਚ ਬੜਾ ਕਮੈਂਟਸ ਕੀਤੇ ਕਿ ਤੂੰ ਪੱਗ ਕਿਉਂ ਨਹੀਂ ਰੱਖਦਾ, ਜੀ, ਤੂੰ ਦਸਤਾਰ ਬੰਨ੍ਹ ਲੈ। ਫਿਰ ਮੈਂ ਸੋਚਦਾ ਸੀਗਾ ਕਿ ਸਾਡੇ ਗੁਰੂਆਂ ਨੇ ਤਾਂ ਧਰਮ ਪਰਿਵਰਤਨ ਪਿੱਛੇ ਆਪਣਾ ਸਿਰ ਲਵਾਤਾ, ਜੀ, ਤੇ ਮੈਨੂੰ ਜੇ ਰੱਬ ਨੇ ਗੁਰਸਿੱਖ ਬਣਾਉਣਾ ਹੁੰਦਾ ਫਿਰ ਮੈਨੂੰ ਹਿੰਦੂ ਧਰਮ 'ਚ ਕਿਉਂ ਪੈਦਾ ਕਰਦਾ? ਜੀ, ਮੈਂ ਆਪਣੇ ਧਰਮ ਪ੍ਰਤੀ ਕਿਉਂ ਨਾ ਵਫਾਦਾਰ ਰਵਾਂ? ਜੀ, ਬਿਲਕੁਲ। ਮੈਂ ਗਲਤ ਸੋਚਦਾ ਕਿ ਠੀਕ ਸੋਚਦਾ? ਤੇ ਦੇਖੋ ਇਹ ਉਹਦੇ ਵੀ ਆਪਾਂ ਵੈਸੇ ਵਿਸ਼ੇ ਤੇ ਗੱਲ ਹੋਈ ਸੀ ਨਾ ਬਾਈ ਜੀ ਆਪਣੀ, ਵੀ ਇਹਦਾ ਤਾਂ ਆਪਣੀ ਆਜ਼ਾਦੀ ਆ। ਗੁਰੂ ਸਾਹਿਬ ਨੇ ਦੇਖੋ ਆਪਾਂ ਜਿਹੜੇ ਨੂੰ ਜਨਮ ਦਿੱਤਾ, ਤੁਹਾਨੂੰ ਸਿੰਘਾਂ ਦੇ ਘਰਾਂ 'ਚ ਜਨਮ ਦਿੱਤਾ, ਆਪਾਂ ਤਾਂ ਕਹਿੰਦੇ ਵੀ ਆਪਾਂ ਹੀ ਮੁੜ ਆਈਏ, ਆਪਾਂ ਆਪਣੇ ਪਰਿਵਾਰ ਨਹੀਂ ਝਾਤੀ ਮਾਰੀਏ, ਆਪਾਂ ਕਿਸੇ ਦੇ ਇੰਨੇ ਦੂਰ ਜਾਣ ਦੀ ਆਪਾਂ ਨੂੰ ਲੋੜ ਨਹੀਂ। ਉਹ ਬਾਈ ਹੈ, ਉਹੀ ਗੱਲ, ਉਹ ਆਪਣੇ 'ਚ ਖੁਸ਼ ਆ। ਗੁਰੂ ਸਾਹਿਬ ਨੇ ਦੇਖੋ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਕੋਈ ਮੇਰੇ ਤੋਂ ਗਲਤੀ ਨਾ ਆ ਰਹੀ ਹੋਵੇ, ਆਪਾਂ ਗੁਰੂ ਸਾਹਿਬ ਤੋਂ ਹੀ ਸੇਧ ਲੈਣੀ ਆ, ਕਿਸੇ ਬੰਦੇ ਤੋਂ ਆਪਾਂ ਕਦੇ ਸੇਧ ਨਹੀਂ ਲਈ। ਚੰਗੀਆਂ ਗੱਲਾਂ ਚੱਕ ਲੈਂਦੇ ਆ ਹਰੇਕ ਦੀਆਂ, ਸਾਂਝ ਕਰੀ ਜੇ ਗੁਨਾਹ ਕਰੀ, ਛੋੜ ਆਪ ਗੁਣ ਚੱਲ ਗਏ। ਚੰਗੇ ਬੰਦੇ ਦੀਆਂ ਗੱਲਾਂ ਚੱਕੋ, ਜਿਹੜੇ ਉਹਦੇ 'ਚ ਤੁਹਾਨੂੰ ਮਾੜੇ ਪੁਆਇੰਟ ਦਿੰਦੇ ਆ, ਛੋੜ ਚੱਲ, ਉਹਨਾਂ ਨੂੰ ਤੂੰ ਛੱਡ ਪਰੇ। ਮਹਾਰਾਜ ਕਹਿੰਦੇ ਤੂੰ ਕੀ ਲੈਣਾ ਉਹਨਾਂ ਤੋਂ, ਉਹਦੇ ਮਾੜੇ ਉਹਨੂੰ ਰਹਿਣ ਦੇ, ਤੂੰ ਆਪਦੇ ਸਿਰ ਤੇ ਕਾਹਤੋਂ ਭਾਰ ਚੱਕੀ ਜਾਂਦਾ ਉਹਦਾ। ਬਿਲਕੁਲ।
ਵੀ ਚੰਗੇ ਗੁਣਾਂ ਦੀ ਸਾਂਝ ਪਾਉਣੀ ਚਾਹੀਦੀ ਹੈ ਜੀ। ਬਈ ਜਿਵੇਂ ਉਹਨਾਂ ਨੇ ਜ਼ੋਰ ਲਾਇਆ ਵੀਡੀਓ ਦੇ ਵਿੱਚ ਕਿ ਉਹ ਸਾਰੀ ਇੰਟਰਵਿਊਜ਼ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਉਹਨਾਂ ਘੁੰਮਣ ਲੱਗ ਗਈ ਨਾ, ਕਿਉਂਕਿ ਮੈਂ ਸੁਣ ਰਿਹਾ ਬੜੇ ਧਿਆਨ ਨਾਲ। ਮੈਂ ਉਹਨਾਂ ਨਾਲ ਗੱਲ ਵੀ ਕਰਨਾ ਚਾਹੁੰਦਾ ਸੀਗਾ, ਪਰ ਪੋਡਕਾਸਟ ਦੇ ਜ਼ਰੀਏ ਨਾ ਮੈਂ ਜਿੱਦਾਂ ਹੁਣ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੀ NGO ਦਾ ਜਿਹੜਾ ਟੀਮ ਮੈਂਬਰ ਇਸ਼ਪ੍ਰੀਤ, ਉਹਨੂੰ ਗੁਰਸਿੱਖ ਹੈ ਜੀ, ਬਹੁਤ ਜ਼ਿਆਦਾ ਗੁਰਸਿੱਖ, ਪਰਮਾਤਮਾ ਦੀ ਪਰਿਵਾਰ ਨਾਲ ਉਹਨਾਂ ਦਾ ਪਰਿਵਾਰ ਹੈ, ਬਹੁਤ ਜ਼ਿਆਦਾ ਨਾਮ ਜਪ ਤਪ ਕਰਦਾ, ਸਵੇਰੇ ਉੱਠਦਾ ਜੀ। ਤੇ ਸਾਡੀ NGO ਦੇ ਸਾਰੇ ਡੋਨਰਾਂ ਦੀ ਜ਼ਿੰਮੇਵਾਰੀ ਜੀ 90% ਉਹਦੇ ਹੱਥ 'ਚ ਹੈ ਜੀ। ਮੇਰੇ ਮਨ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿ ਕਿਉਂ ਬਈ ਆਪਾਂ ਮੁੰਨੇ ਬੰਦੇ ਨੂੰ ਦਈਏ, ਜਿਸ ਹਿਸਾਬ ਨਾਲ ਉਹ ਕਰ ਰਹੇ ਨੇ ਗੱਲਾਂ। ਤੇ ਇੱਕ ਪਾੜ ਨਹੀਂ ਕਿਤੇ ਨਾ ਕਿਤੇ ਯੂਥ ਦੇ ਵਿੱਚ ਪਾ ਰਹੇ ਕਿ ਜਿੱਦਾਂ ਹੁਣ ਮੇਰੇ ਬੈਸਟ ਫਰੈਂਡਸ ਵੀ ਰਹੇ ਨੇ ਸਕੂਲ ਕਾਲਜਾਂ ਦੇ ਵਿੱਚ, ਤਾਂ ਮੈਂ ਕਦੀ ਨਹੀਂ ਸੋਚਿਆ ਕਿ ਇਹ ਸਰਦਾਰ ਹੈ ਕਿ ਮੁੰਨਾ ਹੈ। ਪਰ ਕਿਤੇ ਨਾ ਕਿਤੇ ਉਹਦੀ ਇੰਟਰਵਿਊਜ਼ ਦੇ ਵਿੱਚ ਐਂ ਕਿਉਂ ਲੱਗ ਰਿਹਾ ਮੈਨੂੰ ਬਾਰ-ਬਾਰ ਕਿ ਸਿਰਫ ਮੈਨੂੰ ਹੀ ਲੱਗ ਰਿਹਾ ਕਿ ਉਹ ਮਤਲਬ ਨੀਵਾਂ ਦਿਖਾ ਰਿਹਾ ਕਿ ਨਹੀਂ। ਡਿਫਰੈਂਸ ਆਪਸ ਦੇ ਵਿੱਚ ਫੀਲ ਹੋ ਰਹੀ ਹੈ ਚੀਜ਼ ਜੀ। ਇਹ ਹੋਈ ਆ, ਇਹ ਸੱਚ ਵੀ ਹੈ, ਇਹ ਗੱਲਾਂ ਦੇ ਵਿੱਚ ਇਹ ਚੀਜ਼ ਝਲਕੀ ਵੀ ਆ। ਉਹ ਆਪਾਂ ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਉਹ ਬਾਈ ਨੂੰ ਵੈਸੇ ਵੀ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ। ਕੋਈ ਜੇ ਸੱਚੀ ਗੱਲ ਕੋਈ ਮੰਨ ਲਓਗੇ, ਆਪਾਂ ਨੀਵੇਂ ਨਹੀਂ ਹੁੰਦੇ। ਮਹਾਰਾਜ ਵੀ ਕਹਿੰਦੇ ਵੀ ਸੱਚ ਸਭਨਾ ਕਾ ਖਾਸਮ ਹੈ। ਜੇ ਆਪਾਂ ਮਹਾਰਾਜ ਕਹਿੰਦੇ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ। ਜੇ ਆਪਾਂ ਸੱਚ ਨੂੰ ਮੰਨਾਂਗੇ, ਆਪਾਂ ਨੀਵੇਂ ਹੋਣਾ, ਨੀਵੇਂ ਨਹੀਂ ਹੁੰਦੇ, ਬਿਲਕੁਲ ਉੱਚੇ ਹੀ ਹੋਵਾਂਗੇ। ਠੀਕ ਆ ਜੀ। ਇਹ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਹੈ। ਦਸਤਾਰਧਾਰੀ ਜੇ ਤੁਹਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ, ਦਸਤਾਰ ਜਿੱਥੋਂ ਆਈ ਆ, ਆਪਾਂ ਉੱਥੋਂ ਸੇਧ ਲਈਏ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਅਸਲ ਦੇ ਵਿੱਚ ਬਾਈ ਜੀ ਦਸਤਾਰ ਇਹ ਕਫਨ ਹੁੰਦਾ ਵੀ ਅਸੀਂ ਆਪਦੇ ਸਿਰ 'ਤੇ ਕਫਨ ਬੰਨ੍ਹ ਲਿਆ ਅਤੇ ਫਿਰ ਤੁਰੇ ਆਏ ਰਾਹ 'ਤੇ। ਕਫਨ ਤੁਸੀਂ ਸਮਝਦੇ ਹੋ ਹੈ ਨਾ ਜੀ 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 ਜੀ। ਅਤੇ ਬਾਕੀ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਜਗ੍ਹਾ ਦੇਖਿਆ, ਕਈ ਵਾਰੀ ਨਾ ਕੋਈ ਇਸ ਤਰ੍ਹਾਂ ਦੀ ਕੋਈ ਬੰਦਾ ਡੁੱਬ ਰਿਹਾ ਹੋਵੇ, ਕਿਤੇ ਕਿਸੇ ਆਪਣੇ ਧੀ ਭੈਣ ਦੀ ਬੇਪਤੀ ਹੋ ਗਈ, ਕਿਤੇ ਅੰਗ ਢੱਕਣ ਦੀ ਲੋੜ ਹੋਵੇ ਨਾ, ਅਸੀਂ ਕਈ ਵਾਰ ਆਪਣੇ ਸਿਰ ਤੋਂ ਲਾ ਕੇ ਇਸ ਤਰ੍ਹਾਂ ਦਸਤਾਰ ਨੂੰ ਯੂਜ਼ ਕੀਤਾ ਵੀ ਦਸਤਾਰ ਦੀ ਏਡੀ ਮਹਾਨਤਾ। ਇਹ ਤਾਂ ਸਾਰਿਆਂ ਨੂੰ ਇਹਨੇ ਤਾਂ ਵਿੱਚ ਢੱਕਣਾ ਹੈ ਆਪਣੇ। ਇਹ ਦਸਤਾਰ ਬੰਨ੍ਹ ਕੇ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਵੀ ਰੋਡਾ ਭੋਡਾ। ਮੈਂ ਅੱਗੇ ਵੀ ਗੱਲ, ਤੁਸੀਂ ਆਓ ਪ੍ਰੈਕਟੀਕਲ ਦੇਖੋ ਆਪਣੀ ਜੀਵਨ ਵਿੱਚ। ਅੱਜ ਤੁਹਾਨੂੰ ਦਿਖਾਉਂਦੇ ਆ ਵੀ ਸਾਡੇ ਕੋਲੇ ਨਾ ਬਾਈਕਰ ਨਹੀਂ ਹੁੰਦੇ ਬਾਈ ਜੀ। ਹਾਂਜੀ 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 ਬਾਈ। ਢੀਂਡਸਾ ਸਾਹਿਬ ਜੀ, ਅਸੀਂ ਢੀਂਡਸਾ ਸਾਹਿਬ ਕਹਿੰਦੇ, ਜਿਹੜੇ ਬਾਈ ਜੀ ਉਹ ਪਹਿਲਾਂ ਨੇਵੀ ਦੇ ਵਿੱਚ ਕੈਪਟਨ ਹੁੰਦੇ ਸੀਗੇ ਜੀ, ਰਿਟਾਇਰ ਹੋਏ। ਉਹਨਾਂ ਦਾ ਨਾ ਗਰੁੱਪ ਆ, ਚੰਡੀਗੜ੍ਹ ਤੋਂ ਨੇ ਉਹ ਜੀ। ਅਤੇ ਉਹ ਗਰੁੱਪ ਵਿੱਚ ਜਾਂਦੇ ਨੇ। ਉਹਨਾਂ ਕੋਲੇ ਹਾਰਲੇ ਡੇਵਿਡਸਨ ਜਾਂ 30 35 ਲੱਖ ਵਾਲੇ ਉਹਨਾਂ ਕੋਲੇ ਬਾਈਕਾਂ ਨੇ ਹੈ ਨਾ। ਅਤੇ ਉਹਨਾਂ ਦਾ ਸਰਕਲ ਉਹਨੇ ਸਾਰੀ ਉਮਰ ਉਹ ਕਹਿੰਦੇ ਕਮਾਇਆ, ਹੁਣ ਅਸੀਂ ਜਿਉਂਦੇ ਹਾਂ। ਉਹਨਾਂ ਜਾਂਦੇ ਤੇ ਸਾਡੇ ਕੋਲੇ ਉੱਥੇ ਉਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ, ਕੋਈ ਪ੍ਰੋਬਲਮ ਆ ਗਈ ਉਹਦੇ 'ਚੋਂ, ਲੋਡ ਤਾਂ ਕਿਤੋਂ ਹੁੰਦਾ ਨਹੀਂ। ਹਨੇਰੀ ਵਾਲੀ ਚੱਲਦੀ ਸੀ ਅਤੇ ਉਹਨੂੰ ਉਹੀ ਗੱਲ ਵੀ ਪਹਿਚਾਣ ਸੀ। ਉਹ ਕਹਿੰਦੇ ਵੀ ਉਹ ਨਿੰਗਾਂ ਕੋਲੇ ਜਾ ਵੜਾ, ਉਹ ਬੈਠੇ ਹੋਣਗੇ ਉੱਥੇ। ਉਹਨੂੰ ਕਿਸੇ ਨੇ ਰਾਹ 'ਚ ਕਹਿੰਦਾ ਮੈਨੂੰ ਐਂ ਕਿਹਾ ਵੀ ਉਹ ਗੁਰੂ ਘਰ ਜਾ, ਉੱਥੇ ਨਿਹੰਗ ਬੈਠੇ ਆ, ਉਹਨਾਂ ਕੋਲੇ ਚਲਿਆ ਜਾ। ਜਿਵੇਂ ਪੁਰਾਣੇ ਸਮੇਂ 'ਚ ਕਹਿੰਦੇ ਵੀ ਆ ਗਏ ਨਿਹੰਗ, ਬੂਹੇ ਖੋਲ੍ਹ ਦੋ ਨਿਸ਼ੰਗ। ਜੀ ਤੁਸੀਂ ਜਾਇਓ ਰੇਲਵੇ ਦੇ ਵਿੱਚ, ਨਿਹੰਗ ਸਿੰਘਾਂ ਦੀ ਟਿਕਟ ਨਹੀਂ ਲੱਗਦੀ ਜੀ। ਉਹ ਐਕਟ ਬਣਿਆ ਸੀਗਾ ਸਰਕਾਰ ਵੱਲੋਂ ਵੀ ਜਿੱਥੇ ਕੋਈ ਨਿਹੰਗ ਸਿੰਘ ਜਾਂ ਦਸਤਾਰਧਾਰੀ, ਜਿਵੇਂ ਆਪਾਂ ਸਿੰਘ ਕਹ ਲਈਏ, ਖੜਾ ਕਿਸੇ ਟ੍ਰੇਨ ਦੇ ਡੱਬੇ ਵਿੱਚ, ਤਾਂ ਉੱਥੇ ਸਿਕਿਉਰਿਟੀ ਦੀ ਲੋੜ ਨਹੀਂ। ਅੱਛਾ ਜੀ। ਵੀ ਉੱਥੇ ਇੰਨੀ ਸੇਫਟੀ ਆ। ਫਿਰ ਉਦੋਂ ਕੇਂਦਰ ਸਰਕਾਰ ਨੇ ਬਤੌਰ ਲਾਇਸੈਂਸ ਬਣਦੇ ਆ ਹੁਣ ਵੀ ਨਿਹੰਗ ਸਿੰਘਾਂ ਦੇ ਵੀ ਟ੍ਰੇਨ ਦੀ ਟਿਕਟ ਨਹੀਂ ਲੱਗਣੀ। ਅੱਛਾ ਜੀ। ਵੀ ਇਹ ਦਸਤਾਰ ਦੀ ਏਡੀ ਮਹਾਨਤਾ, ਤੇ ਆਪਾਂ ਇਹਨੂੰ ਕੀ ਆਪਾਂ ਕੱਚ ਕੂੜ ਨਾਲ ਤੋਲੀ ਜਾਂਦੇ ਹਾਂ ਨਾ। ਇਹ ਗੱਲਾਂ ਕੋਈ ਆਪਣੇ ਦਸਤਾਰ ਦੇ ਹਿਸਾਬ ਨਾਲ ਦਸਤਾਰ ਦੀ ਮਹਾਨਤਾ ਵਾ, ਇਹਦੇ ਵਿੱਚ ਸਾਰਿਆਂ ਨੂੰ ਇੱਕ ਗੁਲਾਮੇ 'ਚ ਲੈਣਾ ਆਪਾਂ। ਇਹ ਆਪਾਂ ਹੁਣ ਜਿਹੜਾ ਡਿਫਰੈਂਸ ਆ ਨਾ ਬਈ, ਭਾਵੇਂ ਸਾਰੀ ਉਮਰ ਲੱਗ ਜੇ, ਰੱਬ ਜਿੰਨੇ ਵੀ ਜਨਮ ਦੇਵੇ, ਇਹ ਜਿਹੜਾ ਸਪੇਸ ਆ ਨਾ ਮੁੰਡਿਆਂ 'ਤੇ ਜਾਂ ਦਸਤਾਰਧਾਰੀ ਜਾਂ ਇਹ ਜਿਹੜੇ ਜਿਹਨੂੰ ਰੋਡੇ ਭੋਡੇ ਕਹਿੰਦੇ ਆ, ਸਾਰੇ ਇੱਕੋ ਹੀ ਨੇ। DNA ਤਾਂ ਸਾਰਿਆਂ ਦਾ ਇੱਕ ਹੀ ਆ। ਬਈ ਇਹ ਸਮਝ ਕਿਉਂ ਨਹੀਂ ਆ ਰਹੀ? ਤੁਸੀਂ ਵੀ ਨਸੀਬ ਦੀਆਂ ਇੰਟਰਵਿਊ ਸੁਣੀਆਂ, ਤੁਹਾਨੂੰ ਕੀ ਲੱਗਦਾ ਕਿ ਉਹਨੂੰ ਕੀ ਹਜੇ ਮਤਲਬ ਤਜਰਬੇ ਦੀ ਲੋੜ ਹੈ? ਹਰੇ ਜ਼ਿੰਦਗੀ ਦਾ ਤਜਰਬਾ ਘੱਟ ਹੈ ਜੀ। ਬਿਲਕੁਲ। ਮੈਂ ਜਦੋਂ ਉਹਨਾਂ ਦੀ ਇੰਟਰਵਿਊ ਸੁਣੀ, ਮੇਰੇ ਦਿਮਾਗ 'ਚ ਇੱਕੋ ਗੱਲ ਹੈ, ਮੈਨੂੰ ਨਹੀਂ ਪਤਾ ਉਹ ਮੇਰੇ ਤੋਂ ਉਮਰ 'ਚ ਵੱਡੇ ਨੇ ਕਿ ਛੋਟੇ ਨੇ, ਪਰ ਤਜਰਬਾ ਬਹੁਤ ਘੱਟ ਹੈ। ਵਾਹ ਬਹੁਤ ਘੱਟ ਪਿਆ ਉਹਨਾਂ ਦਾ ਜੀ। ਉਹਨਾਂ ਨੇ ਗੱਲ ਕੀਤੀ ਕਿ ਰੇਸਿਜ਼ਮ ਹੁੰਦਾ ਕੈਨੇਡਾ ਦੇ ਵਿੱਚ ਗੋਰਿਆਂ ਨਾਲ। ਬਿਲਕੁਲ ਹੁੰਦਾ, ਹਰ ਕਿਸੇ ਨਾਲ ਹੁੰਦਾ ਜੀ। ਹੁਣ 1% ਤਾਂ ਲੋਕ ਉਹ ਵੀ ਹੋਣਗੇ ਜਿਹੜੇ ਗੁਰਬਾਣੀ ਦੇ ਪ੍ਰਚਾਰ ਥੱਲੇ ਵੀ ਗਾਲ ਲਿਖ ਦਿੰਦੇ ਨੇ ਜੀ, ਭਗਵਦ ਗੀਤਾ ਦੇ ਪ੍ਰਚਾਰ ਥੱਲੇ ਵੀ ਗਾਲ ਲਿਖ ਦਿੰਦੇ, ਉਹਨਾਂ ਨੂੰ ਤਾਂ ਇਗਨੋਰ ਕਰੋ ਜੀ। ਪਰ ਜਿਹੜੀ ਉਹ 1% ਨੂੰ ਛੱਡ ਕੇ ਬਾਕੀ ਜਨਤਾ ਹੈ ਜੀ, ਜਿਹੜੀ ਸੁਣਨ ਦੇ ਨਾਲ ਚੇਂਜ ਹੁੰਦੀ ਹੈ ਜੀ। ਜਿਵੇਂ ਮੇਰਾ ਅੱਜ ਤੋਂ ਸਾਲ ਪਹਿਲਾਂ ਕੁਝ ਹੋਰ ਸੀ ਦਿਮਾਗ, ਸਾਲ ਪਹਿਲਾਂ ਹੋਰ ਵਧੀਆ ਹੋਇਆ, ਸਾਲ ਬਾਅਦ ਹੋਰ ਵਧੀਆ ਹੋਇਆ। ਤਾਂ ਇਸ ਪੋਡਕਾਸਟ ਜ਼ਰੀਏ ਵੀ ਮੈਂ ਚਾਹੁੰਦਾ ਕਿ ਜਿੰਨੇ ਵੀ ਇਸ ਕੰਟਰੋਵਰਸੀ ਤੋਂ ਅਫੈਕਟ ਹੋਏ ਨੇ ਜੀ, ਮੈਂ ਤਾਂ ਖੁੱਲ੍ਹ ਕੇ ਗੱਲ ਕਰ ਰਿਹਾ, ਕਈਆਂ ਨੇ ਅੰਦਰ ਹੀ ਰੱਖ ਲਈ ਜੀ ਕਿ ਅੱਛਾ ਇੰਨੀ ਨਫ਼ਰਤ ਆ ਯਾਰ ਇਹਨਾਂ ਕੋਲ। ਜਿਵੇਂ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਵੀਡੀਓ ਸੁਣਦੇ ਹੀ ਰਹਿੰਦੇ ਹਾਂ ਜੀ। ਬਿਲਕੁਲ। ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ, ਉਹ ਪਾੜ ਚੱਲਦਾ ਹੀ ਰਹਿੰਦਾ ਉਹਨਾਂ ਦਾ ਜੀ। ਪਰ ਮੇਰਾ ਹਮੇਸ਼ਾ ਗੱਲ ਹੁੰਦੀ ਹੈ ਕਿ ਆਪਾਂ ਪਰਿਵਾਰ ਜੋੜ ਕੇ ਰੱਖੀਏ ਜੀ। ਹੁਣ ਵੀ ਇਹ ਪੋਡਕਾਸਟ ਵੀ ਮੈਂ ਕਰਨਾ ਨਹੀਂ ਸੀ ਨਸੀਬ ਦੇ ਨਾਮ ਤੋਂ, ਪਰ ਮੈਨੂੰ ਸੀਗਾ ਕਿ ਮੇਰੇ ਵਰਗੇ ਹੋਰ ਮੁੰਡਿਆਂ ਦੇ ਗੱਲ 'ਚ ਜੇ ਦਿਲ 'ਚ ਇਹ ਗੱਲ ਆਈ ਹੈ ਤਾਂ ਕਲੀਅਰ ਹੋਵੇ ਕਿ ਉਹ ਠੀਕ ਹੈ, ਉਹ ਭਰਾ ਨੇ ਗਲਤੀ ਨਾਲ ਬੋਲਤੀ ਜਾਂ ਪਤਾ ਨਹੀਂ ਉਹਨਾਂ ਦਾ ਮਾਈਂਡਸੈਟ ਕੀ ਹੈ, ਕਿਸ ਮਾਈਂਡਸੈਟ ਨਾਲ ਉਹਨਾਂ ਨੇ ਇਹ ਗੱਲ ਬੋਲੀ। ਤਾਂ ਮੈਂ ਇੱਕ ਗੱਲ ਭਾਜੀ ਹੋਰ ਤੁਹਾਡੇ ਨਾਲ ਪੁੱਛਣਾ ਚਾਹੁੰਦਾ ਜੀ। ਬਈ ਇੱਕ ਨਾ
ਮੁੰਡਾ ਹੈ ਖੁੱਲੜ ਪੀਜ਼ੇ ਵਾਲਾ, ਹਾਂਜੀ ਖੁੱਲੜ ਪੀਜ਼ੇ ਵਾਲੇ ਜਿਹੜੇ 2 ਕਪਲ ਨੇ, ਉਹਨਾਂ ਦਾ ਨਾਮ ਮੈਂ ਭੁੱਲ ਗਿਆ, ਕੀ ਨਾਮ ਹੈ ਮੁੰਡੇ ਦਾ ਖੁੱਲੜ ਪੀਜ਼ੇ ਵਾਲੇ ਦਾ? ਸਹਿਜ। ਉਹ ਨਾ ਸਹਿਜ ਅਰੋੜਾ ਨਾਮ ਹੈ। ਅੱਛਾ ਜੀ। ਤੇ ਸਿੱਖ ਹਿੰਦੂ ਪਰਿਵਾਰ ਤੋਂ ਹੈ, ਤੇ ਉਹਨੇ ਦਸਤਾਰ ਰੱਖ ਲਈ ਤੇ ਗੁਰਸਿੱਖ ਪਰਿਵਾਰ 'ਚ ਚਲੇ ਗਏ ਉਹ ਜੀ। ਮੈਨੂੰ ਨਹੀਂ ਇਹ ਗੱਲ ਦਾ ਪਤਾ ਸੀ। ਉਹ ਪਤਾ ਕਿਵੇਂ ਲੱਗਿਆ ਕਿ ਜਦੋਂ ਇੱਕ ਵਾਰੀ ਸਾਡੇ ਕੋਲ ਸੇਵਾ ਕਰਨ ਆਏ, ਗੱਲਬਾਤ ਹੋਈ, ਹਾਂਜੀ, ਤੇ ਜਦੋਂ ਮੈਂ ਪ੍ਰੇਮਾਨੰਦ ਮਹਾਰਾਜ ਜੀ ਕੋਲ ਗਿਆ ਨਾ, ਤੇ ਮੈਂ ਵੀਡੀਓਜ਼ ਦੇਖ ਰਿਹਾ ਸੀਗਾ, ਵਿੱਚ ਉਹਦੀ ਵੀ ਵੀਡੀਓ ਆ ਗਈ, ਉਹ ਵੀ ਗਿਆ ਸੀ ਜੀ, ਗਿਆ ਸੀ ਬਿਲਕੁਲ। ਤੇ ਉਹਦੇ ਨਾਲ ਮੈਂ ਕਮੈਂਟ ਖੋਲ ਲਏ। ਹਾਂਜੀ 90 ਅੱਜ ਵੀ ਉਹ ਵੀਡੀਓ ਪਈ ਹੈ ਰੀਲ ਇੰਸਟਾਗ੍ਰਾਮ ਤੇ 90 ਕਮੈਂਟ ਹੋਣਗੇ। ਉਸ ਤੋਂ ਬਾਅਦ ਉਹਨੇ ਨਾ ਕਮੈਂਟ ਬੰਦ ਕਰਤੇ। 90 ਦੇ ਵਿੱਚੋਂ 80 ਕਮੈਂਟ 'ਚ ਉਹਨੂੰ ਗਾਲਾਂ ਕੱਢੀਆਂ ਲੋਕਾਂ ਨੇ ਕਿ ਤੂੰ ਗੁਰਸਿੱਖ ਹੋ ਕੇ ਕਿੱਥੇ ਮੱਥੇ ਟੇਕ ਰਿਹਾ। ਉਹ ਵੀ ਗੱਲ ਮੇਰੀ ਬੜੀ ਦਿਲ ਤੇ ਲੱਗੀ ਕਿ ਯਾਰ ਜਦੋਂ ਕੋਈ ਹਿੰਦੂ ਬੰਦਾ ਜਾਂਦਾ ਜਾਂ ਹਿੰਦੂ ਬੰਦਾ ਦਸਤਾਰ ਸਜਾਉਂਦਾ, ਉਦੋਂ ਉਹਨੂੰ ਬਹੁਤ ਸ਼ਾਬਾਸ਼ੀ ਮਿਲਦੀ ਹੈ ਜੀ। ਪਰ ਜੇ ਕੋਈ ਦਸਤਾਰ ਸਜਾਏ ਵਾਲਾ ਬੰਦਾ ਉਹ ਜੇ ਕਿਸੇ ਮੰਦਿਰ 'ਚ ਜਾ ਕੇ ਮੱਥਾ ਟੇਕ ਲੈਂਦਾ, ਫਿਰ ਉਹਨੂੰ ਗਾਲਾਂ ਕਿਉਂ ਪੈਂਦੀਆਂ? ਦੇਖੋ ਨਾ, ਉਹੀ ਗੱਲ ਹੈ ਦ੍ਰਿਸ਼ਟੀ। ਹੁਣ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਇਹੋ ਜਿਹਾ ਕਿਹੜਾ ਪੁਰਾਤਨ ਅਸਥਾਨ ਆ ਜਾਂ ਕਿਹੜਾ ਮੰਦਿਰ ਆ ਜਿੱਥੇ ਮਹਾਰਾਜ ਨੇ ਜਾ ਕੇ ਗੋਸ਼ਟ ਨਹੀਂ ਕੀਤੀ? ਗੁਰੂ ਸਾਹਿਬ ਮੱਕੇ ਤੱਕ ਵੀ ਗਏ ਨੇ। ਅੱਜ ਤੱਕ ਦਾ ਇਤਿਹਾਸ ਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨਾ ਕਹਿੰਦੇ ਪੈਦਲ ਜਾ ਕੇ ਨਾ, ਜਿਵੇਂ ਪੈਦਲ ਹੀ ਦੁਨੀਆ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ, ਤੇ ਉਹਨਾਂ ਨੇ ਪੁਰਾਤਨ ਤੋਂ ਪੁਰਾਤਨ ਮੰਦਿਰਾਂ ਦੇ ਵਿੱਚ ਜਾ ਕੇ, ਮਸੀਤਾਂ ਦੇ ਵਿੱਚ ਜਾ ਕੇ ਜਾ ਕੇ ਸ਼੍ਰੀਲੰਕਾ ਵਿੱਚ ਵੀ ਉਹਨਾਂ ਦੇ, ਹੁਣ ਦੇਖੋ ਤੁਸੀਂ, ਇੱਕ ਪਿੱਛੇ ਜਿਹੇ ਇਤਿਹਾਸ ਕਿਸੇ ਨੇ ਛਾਪਿਆ ਸੀ, ਉਹਨਾਂ ਦੇ ਕਈ ਤਰ੍ਹਾਂ ਦੇ ਨਾਮ ਨੇ। ਸ਼੍ਰੀਲੰਕਾ 'ਚ ਉਹਨਾਂ ਨੂੰ ਕਿਸੇ ਨਾਮ ਨਾਲ ਜਾਣਦੇ ਨੇ ਨਾ, ਕਈ ਇਸ ਤਰ੍ਹਾਂ ਦੀਆਂ ਕੰਟਰੀਆਂ ਦੇ ਵਿੱਚ। ਤੇ ਸਾਨੂੰ ਤਾਂ ਆਪਾਂ ਸਾਰੇ ਦਰਸ਼ਨ ਕਰ ਸਕਦੇ ਹਾਂ, ਕਿਸੇ ਆਪਾਂ ਦਰਸ਼ਨ ਕਰਨ ਦੇ ਵਿੱਚ ਕੀ ਆ? ਫਿਰ ਜਿਹੜੀਆਂ ਉਹਨੂੰ ਗਾਲਾਂ ਪੈ ਰਹੀਆਂ, ਉਹਦੇ ਨਾਲ ਮੋਰਲ ਨਹੀਂ ਟੁੱਟੂਗਾ ਉਹਦਾ? ਮੈਨੂੰ ਬੜਾ ਫੀਲ ਹੋਇਆ ਕਿ ਐਵੇਂ ਕਿਉਂ? ਇਹ ਚੀਜ਼ਾਂ ਸਮਾਜ 'ਚ ਕਦੋਂ ਖਤਮ ਹੋਣਗੀਆਂ? ਇਹ ਦੇਖੋ ਜੀ, ਇਹ ਸੰਸਾਰ ਦੇ ਆਪਣੇ ਪਰਿਵਾਰ ਦੀ ਗੱਲ ਆ। ਇਹ ਹੈ ਤਾਂ ਆਪਣਾ ਸਾਰਾ ਉਹ ਵੀ ਪਰਿਵਾਰ ਹੀ ਆ। ਵਿਚਾਰ ਕਰਨ ਦੀ ਗੱਲ ਹੈ ਕਿ ਆਪਾਂ, ਹੋ ਸਕਦਾ ਮੇਰੇ ਮਨ ਦੇ ਡਾਊਟ ਅੱਜ ਬਹੁਤ ਕਲੀਅਰ ਹੋਣ ਜੀ, ਕਿਉਂਕਿ ਇਹ ਗੱਲਾਂ ਜੇ ਪੋਡਕਾਸਟਿੰਗ ਸ਼ੁਰੂ ਨਾ ਹੁੰਦੀ ਮੈਂ ਕਿਹਦੇ ਨਾਲ ਕਰਦਾ ਜੀ ਬਿਲਕੁਲ। ਕਿਉਂਕਿ ਅੱਗੋਂ ਮੈਨੂੰ ਪਤਾ ਸੀ ਜਵਾਬ ਕਿੱਦਾਂ ਦੇ ਆਣੇ ਨੇ, ਲੋਕਾਂ ਨੇ ਮੈਨੂੰ ਹੀ ਗਲਤ ਸਮਝਣ ਲੱਗ ਜਾਣਾ, ਇਹਦੀ ਜ਼ਰੂਰਤ ਕਿੱਦਾਂ ਹੋਈ ਇਹ ਸਵਾਲ ਸੋਚਣ ਦੀ। ਲੈ ਦੱਸੋ। ਜੇ ਮੈਂ ਅੰਦਰ ਹੀ ਅੰਦਰ ਉਹ ਆਪਣੇ ਆਪ ਨੂੰ ਖਾਈ ਜਾਵਾਂ ਇਸ ਤੋਂ ਬਾਅਦ ਮੈਂ ਕਲੀਅਰ ਕਰ ਲਾਂ, ਹਾਂਜੀ, ਹਨਾ। ਆਲਦੋ ਮੈਂ ਬੜੀ ਰਿਸਪੈਕਟ ਕਰਦਾ, ਹਨਾ। ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਮੈਂ ਸਿੱਖ ਧਰਮ ਤੋਂ ਹੀ ਸਿੱਖਿਆ, ਔਰ ਪੂਰੀ ਦੁਨੀਆ 'ਚ ਹੀ ਨਾਮ ਇੱਦਾਂ ਦਾ ਮਤਲਬ ਚੱਲਦਾ ਹੈ ਕਿ ਜਿੱਥੇ ਸੇਵਾ ਦੀ ਲੋੜ ਹੈ, ਕੁਰਬਾਨੀ ਦੀ ਲੋੜ ਹੈ, ਸਭ ਤੋਂ ਪਹਿਲਾਂ ਸਿੱਖ ਜਾਂਦੇ ਨੇ, ਹਨਾ। ਇੱਕ ਚੀਜ਼ ਦੀ ਬਹੁਤ ਮੇਰੇ ਬੋਲਣ ਨਾਲ ਕੋਈ ਹੁਣ ਮਿਲ ਨਹੀਂ ਜਾਣਾ। ਜਿਵੇਂ ਉਹ ਕਹਿੰਦਾ ਰੇਸਿਜ਼ਮ ਹੁੰਦਾ, ਉਹਨੇ ਆਪਣੇ ਮੂੰਹ ਹੀ ਦੱਸਿਆ ਕਿ ਵਰਲਡ ਬੈਂਕ ਦਾ CEO ਗੁਰਸਿੱਖ ਹੈ। ਅੱਜ ਵੀ ਵੱਡੀ ਪ੍ਰਾਪਤੀਆਂ ਤੇ ਸਿੱਖ ਬੈਠੇ ਨੇ। ਫਿਰ ਧੱਕਾ ਕਿੱਥੇ ਹੋ ਰਿਹਾ? ਇਹ ਜਿਹੜੀ ਗੱਲ ਕਰ ਰਿਹਾ ਕਿ ਸਾਡੇ ਨਾਲ ਰੇਸਿਜ਼ਮ ਹੋ ਰਿਹਾ, ਉਹ ਹੋ ਰਿਹਾ, ਫਿਰ ਉਹ ਕਿੱਥੇ ਹੋ ਰਿਹਾ? ਜੀ ਦੇਖੋ, ਹੁਣ ਗੱਲ ਕੀਤੀ ਆਪਾਂ ਹੁਣ ਆਪਣੇ ਕੈਨੇਡਾ ਦੇ ਵਿੱਚ, ਸ਼ਾਇਦ ਆਪਣੇ ਸੱਜਣ ਸਾਹਿਬ ਜੀ, ਬਿਲਕੁਲ ਰੱਖਿਆ ਮੰਤਰੀ ਦੇਸ਼ ਦੇ, ਜਿਨ੍ਹਾਂ ਨੂੰ ਸਾਰੀ ਕਮਾਂਡ ਹੀ ਦੇਤੀ ਦੇਸ਼ ਦੀ, ਬਿਲਕੁਲ ਦਸਤਾਰਧਾਰੀ ਸਿੱਖ, ਆਪਣੀ ਦਸਤਾਰ, ਆਪਣੇ ਸ਼ਹੀਦ ਭਾਈ ਸੰਦੀਪ ਸਿੰਘ ਜੀ ਧਾਲੀਵਾਲ ਡਿਪਟੀ ਚੀਫ ਹੋਏ ਅਮਰੀਕਾ ਪੁਲਿਸ, ਜਿਨ੍ਹਾਂ ਨੂੰ ਤੁਸੀਂ ਪਿੱਛੇ ਜੇ ਬਹੁਤ ਬਾਈ ਦੀ ਚਰਚਾ ਹੋਈ ਸੀ, ਕਾਫੀ ਫਿੱਟ ਸੀਗੇ, ਤੇ ਉਹਨਾਂ ਦੀ ਅਮਰੀਕਾ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ, ਠੀਕ ਆ। ਉਹਨਾਂ ਨੂੰ ਵੀ ਕਿ ਜਵਾਨ ਪੁੱਤ, ਅਸੀਂ ਮਾਛੀ ਕੇ ਪਿੰਡ ਵਿੱਚ ਹਰੇਕ ਮਹੀਨੇ ਦੀ 9 ਤਰੀਕ ਨੂੰ ਉਹਨਾਂ ਦੀ ਯਾਦ 'ਚ ਪਿੰਡ ਵੱਲੋਂ ਸੇਵਾ ਭੇਜੀ ਜਾਂਦੀ ਹੈ। ਅੱਛਾ ਜੀ। ਤਾਂ ਕਰਕੇ ਮੈਂ ਥੋੜ੍ਹਾ ਜਿਹਾ ਉਹਨਾਂ ਬਾਰੇ ਵੀ ਜਾਣਦਾ ਨਾ। ਉਹ ਆਏ ਵੀ ਸੀਗੇ, ਤੇ ਜਿਵੇਂ ਉਹੀ ਹੈ, ਜਿਵੇਂ ਹੁਣ ਬਾਈ ਮੂਸੇ ਵਾਲੋਂ ਸਾਡਾ ਮਿਲਣਾ ਰਹਿ ਗਿਆ, ਉਹ ਕਹਿੰਦੇ ਸੀ ਅਗਲੇ ਸਾਲ ਮੈਂ ਸਿੰਘਾਂ ਨਾਲ ਜਾ ਕੇ ਸੇਵਾ ਕਰਕੇ ਆਉਣੀ ਹੈ, ਤੇ ਪਰ ਉਹ ਸਮਾਂ ਨਹੀਂ ਬਣਿਆ ਜੀ। ਉਹ ਅਕਾਲ ਪੁਰਖ ਨੂੰ ਜੋ ਮਨਜ਼ੂਰ ਹੋਇਆ ਨਾ, ਉਹ ਬਾਈ ਨੂੰ ਥੋੜ੍ਹਾ ਜਿਹਾ ਵਿਚਾਰਨਾ ਚਾਹੀਦਾ। ਜ਼ਿੰਦਗੀ ਵਿੱਚ ਬੜਾ ਤਜਰਬਾ ਹੋਣਾ, ਹਜੇ ਤਾਂ ਰੋਜ਼ ਸਿੱਖਣਾ। ਸਿੱਖ ਦਾ ਮਤਲਬ ਹੀ ਇਹ ਆ, ਆਪਾਂ ਤਾਂ ਛੋਟੇ ਤੋਂ ਵੀ ਸਿੱਖਣਾ ਜੀ ਤੇ ਵੱਡੇ ਤੋਂ ਵੀ ਸਿੱਖਣਾ। ਦਸਤਾਰ ਸਜਾ ਕੇ ਆਪਣੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ। ਦਸਤਾਰ ਦੇ ਨਾਲ ਆਪਣਾ ਕਿਰਦਾਰ ਬਹੁਤ ਮੈਟਰ ਕਰਦਾ ਨਾ ਜੀ। ਮੇਰੇ ਵਿੱਚ ਵੀ ਕਮੀਆਂ ਹੋਣਗੀਆਂ, ਇੱਥੇ ਮੈਂ ਕੋਈ ਮਹਾਨ ਵਿਅਕਤੀ ਨਹੀਂ ਨਾ, ਜਾਂ ਕੋਈ ਮੈਂ ਬੜਾ ਵਿੱਦਿਆ ਵਾਲਾ ਨਹੀਂ ਵੀ ਮੇਰੀ PhD ਕੀਤੀ ਹੋਈ ਆ। ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਨਾ, ਆਪਾਂ ਜ਼ਿੰਦਗੀ ਦਾ ਤਜਰਬਾ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸੱਚ ਤੇ ਜੋ ਗੱਲਾਂ ਦੇ ਵਿੱਚ ਪਾੜ ਤੁਸੀਂ ਪਾਉਣਾ ਨੌਜਵਾਨੀ ਦੇ ਵਿੱਚ, ਮੈਂ ਉਹਨੂੰ ਬਾਈ ਨੂੰ ਕਿ ਨਾਲ ਚੱਲ ਮੇਰੇ, ਮੈਂ ਤੈਨੂੰ ਮਿਲਾਉਣਾ ਇਹੋ ਜਿਹੇ ਰੋਡੇ ਭੋਡਿਆਂ ਨਾਲ। ਤੇ ਮੈਨੂੰ ਤਾਂ ਉਹਨਾਂ ਦੇ ਬਰਾਬਰ ਬਾਣੀ, ਉਹਨਾਂ ਭਾਈ ਢੀਂਡਸੇ ਬਾਈ ਦੀ ਗੱਲ ਕਰ ਰਹੇ ਸੀ, ਮਾੜੀ ਜਿਹੀ ਆਪਾਂ ਗੱਲ ਕਰ ਲਈ। ਉਹ ਬਾਈ ਜੀ ਜਦੋਂ ਆਪਣੇ ਕੋਲ ਰੁਕੇ ਰਾਤ ਨੂੰ, ਹਨਾ, ਉਹ ਬਾਈ ਜੀ ਸਿਰ ਤੇ ਉਹਨਾਂ ਦੇ ਛੋਟੇ ਛੋਟੇ ਕੇਸ ਸੀਗੇ, ਤੇ ਦੇਖਣ ਤੇ ਲੱਗਦਾ ਉਹ ਵੀ ਮਾਡਰਨ ਆ, ਜਿਵੇਂ ਹੁਣ ਤੁਹਾਨੂੰ ਕਈ ਵਾਰੀ ਦੇਖ ਕੇ ਜੱਜ ਕਰਦੇ ਆ ਬਹੁਤ ਬੰਦੇ ਜੀ। ਤੇ ਅਸੀਂ ਵੀ ਐਂ ਕੀਤਾ ਹੋਊਗਾ। ਉਹ ਸਾਡੇ ਕੋਲ ਇੱਕ ਰਾਤ ਰਹੇ, ਅਸੀਂ ਉਹਨਾਂ ਨਾਲ ਵਧੀਆ ਮਿਲੇ ਵਰਤੇ, ਤੇ ਉਹ ਕਹਿੰਦੇ ਤੁਸੀਂ ਆਇਓ। ਫਿਰ ਅਸੀਂ ਚੰਡੀਗੜ੍ਹ ਗਏ ਪੰਜੇ ਸਿੰਘ ਤੇ ਉਹਨਾਂ ਦੇ ਘਰੇ, ਤੇ ਬੜੀ ਕਿਰਪਾ ਉਹਨਾਂ ਦਾ ਗਾਂ ਪੁੱਤਰ ਵੀ ਕੈਪਟਨ ਆ ਹੁਣ, ਨਾ। ਤੇ ਜਦੋਂ ਉਹਨਾਂ ਦੇ ਘਰੇ ਗਏ ਤਾਂ ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੀ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਇੱਕ ਚੌਂਕੜੇ ਵਿੱਚ ਪਾਠ ਕਰ ਲੈਣਾ। ਉਹ ਵਾਹ ਜੀ ਵਾਹ। ਤੇ ਉਹ ਕੇਸਧਾਰੀ ਨਹੀਂ ਸੀ? ਇੰਨੇ ਵੀ ਕੇਸ ਨੇ। ਬਾਈ ਨੇ ਜਦੋਂ ਲਾ ਕੇ ਦਿਖਾਏ ਨਾ, ਜਾਂ ਗੋਲ ਜੀ ਕੈਪ ਵਾਂਗੂ, ਜਿਵੇਂ ਪੱਛਮੀ ਜੀ ਹੁੰਦੀਆਂ ਨਾ, ਰੇਸ਼ਮੀ ਜੀ, ਉਸ ਤਰ੍ਹਾਂ ਦੀ ਲਈ ਸੀ ਉਹਨਾਂ ਨੇ, ਐਂ ਲਾਈ ਉੱਪਰੋਂ, ਤਾਂ ਦੱਸਿਆ ਕਹਿੰਦੇ ਕੇਸ ਤਾਂ ਹੈ ਨਹੀਂ ਗੇ, ਤੇ ਪਰ ਮਹਾਰਾਜ ਦੀ ਇੰਨੀ ਕਿਰਪਾ ਵੀ ਇੰਨੀ ਬੰਦਗੀ ਆ ਮੇਰੀ। ਹੁਣ ਬਾਈ ਨੂੰ ਕਿ ਤੂੰ ਦੇਖ, ਉਹ ਬਾਈਆਂ ਨੂੰ ਮਿਲੇਗਾ, ਹੁਣ ਉਹਨਾਂ ਦੇ ਦਿਲ 'ਚ ਵਿੱਚ ਕੀ ਇੱਜ਼ਤ ਬਣਾਈ ਤੂੰ, ਇਹ ਗੱਲ ਕਹਿ ਕੇ। ਇਹ ਬੜੀ ਮੈਨੂੰ ਉਹ ਦੇਖ, ਤੂੰ ਸਾਡਾ ਭਰਾ,
ਕੋਈ ਸਾਡੇ ਤੋਂ ਵੱਖਰਾ ਨਹੀਂ, ਤੂੰ ਕਹਿੰਦਾ ਨਾ ਤੂੰ ਵੀ ਸਾਡਾ ਭਰਾ ਹੀ ਬਿਲਕੁਲ ਆ, ਭਰਾ ਹੈ ਜੀ, ਬਿਲਕੁਲ ਤੇ ਅਸੀਂ ਵੀ ਤੇਰੇ ਤੇ ਬਹੁਤ ਮਾਣ ਕਰਦੇ ਆ, ਤੇ ਵਧੀਆ ਤੂੰ ਬਹੁਤ ਵਧੀਆ ਗਾਉਣਾ, ਤੂੰ ਸੱਚ ਤੇ ਗਾ। ਬਿਲਕੁਲ ਜਿਵੇਂ ਹੁਣ ਆਪਾਂ ਸਿੱਧੂ ਬਾਈ ਦੀ ਗੱਲ ਕਰੀਏ, ਉਹਨਾਂ 'ਚ ਕਿੰਨਾ ਚੇਂਜ ਆਉਣ ਲੱਗ ਗਿਆ ਸੀ। ਹਰੇਕ ਬੰਦੇ ਨੇ ਗਲਤੀਆਂ ਕਰਕੇ ਸਿੱਖਦੇ ਹੀ ਨਹੀਂ ਜਾਣਾ, ਤੇ ਉਹਦੇ ਵਿੱਚ ਚੇਂਜ ਦੇਖੋ, ਹੁਣ ਉਹਦੀ ਗਾਇਕੀ ਦੇਖੋ, ਉਹਨਾਂ ਦੀ ਕਲਮ ਦੇਖੋ, SYL ਲਿਖਿਆ ਨਾ। ਬਿਲਕੁਲ ਬਿਲਕੁਲ ਮੈਂ ਵੀ ਇਹੀ ਗੱਲ ਰੱਖਣਾ ਚਾਹੁੰਦਾ ਕਿ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਿੱਧੂ ਤੋਂ ਵੀ ਉੱਪਰ ਜਾਓ, ਔਰ ਮੈਂ ਦਿਲੋਂ ਅਰਦਾਸ ਕਰਦਾ ਤੁਸੀਂ ਜਾਓ, ਕਿਉਂਕਿ ਉਹ ਬੰਦਾ ਪੱਗ ਨੂੰ ਉੱਪਰ ਲੈ ਕੇ ਜਾਣ ਵਾਲਾ ਜ਼ਰੂਰ ਚਲਾ ਗਿਆ ਹਨਾ। ਹੁਣ ਉਹਨਾਂ ਦਾ ਗਾਣਾ ਮੈਂ ਸੁਣਿਆ ਸੀ ਕਿ ਰਣਵੀਰ ਸਿੰਘ ਨੇ ਇਹਨਾਂ ਦਾ ਗਾਣਾ ਕੀਤਾ। ਰਣਵੀਰ ਸਿੰਘ ਬਾਲੀਵੁੱਡ ਇੰਡਸਟਰੀ ਦਾ ਬਾਦਸ਼ਾਹ ਹੈ, ਬਿਲਕੁਲ ਉਹਨੇ ਗਾਣਾ ਕੀਤਾ, ਉਹਨੂੰ ਦੇਖ ਕੇ ਰੂਹ ਖੁਸ਼ ਹੋ ਰਹੀ ਸੀ। ਜੀ ਬਿਲਕੁਲ। ਪਰ ਇੱਕ ਪਾਸੋਂ ਮੈਂ ਸੋਚ ਰਿਹਾ ਸੀਗਾ ਕਿ ਇਹਦੇ ਮਨ ਦੇ ਵਿੱਚ ਇੰਨੀ ਹੇਟ ਕਿਉਂ ਹੈ ਲੈ ਕੇ। ਮਤਲਬ ਮੈਂ ਵੀ ਇਹ ਗੱਲ ਦੱਸ ਦੇਣਾ ਚਾਹੁੰਦਾ ਕਿ ਰੇਸਿਜ਼ਮ ਦਾ ਮੈਂ ਵੀ ਸ਼ਿਕਾਰ ਹੋਇਆ, ਜੀ। ਪਰ ਮੈਂ ਸਭ ਨੂੰ ਮੈਂ ਤੁਹਾਨੂੰ ਦੱਸਦਾ ਹੁੰਦਾ ਨਾ ਬਾਈ ਕਿ ਮੇਰੇ ਨਾਲ ਆਦਾਂ ਹੋਇਆ। ਬਿਲਕੁਲ, ਜੋ ਕੁਛ ਹੈ ਤਾਂ ਦੱਸ, ਤੇ ਕੁਝ ਗੱਲਾਂ ਤਾਂ ਜੇ ਤੁਸੀਂ ਇੱਥੇ ਨਹੀਂ ਦੱਸਣੀਆਂ ਚਾਹੁੰਦਾ ਮੈਂ, ਕਿਉਂਕਿ ਉਹ ਲੋਕਾਂ ਕੋਲ ਸੁਣੀਆਂ ਨਹੀਂ ਜਾਣੀਆਂ। ਹਾਂਜੀ ਬਿਲਕੁਲ। ਮੇਰੇ ਨਾਲ ਖੁਦ ਰੇਸਿਜ਼ਮ ਹੋਇਆ, ਮੇਰੇ ਨਾਲ ਖੁਦ ਵਿਤਕਰਾ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਨਾ ਕਿ ਮੈਂ ਸਭ ਨੂੰ ਇੱਕ ਤਰਾਜੂ 'ਚ ਹੀ ਤੋਲਦਾ। ਜੀ ਬਿਲਕੁਲ। ਪਰ ਉਹ ਮੈਨੂੰ ਬੜਾ ਹਰਟਿੰਗ ਲੱਗਿਆ, ਪਰ ਚਲੋ ਫਿਰ ਵੀ ਤੁਸੀਂ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜੀ ਸਾਨੂੰ ਤੁਹਾਡੀ ਰੂਹ ਦੀ ਚੰਗੀ ਗੱਲ ਲੱਗਦੀ ਸੀ ਨਾ, ਨਾਲੇ ਪਤਾ ਜੇ ਤੁਹਾਨੂੰ ਕੁਛ ਕੋਈ ਮੇਰੇ ਵਰਗਾ ਬਾਣੇ 'ਚ ਵੀ ਕੁਛ ਨਾ ਕੁਛ ਕਹਿ ਕੇ ਆਊਗਾ ਨਾ, ਉੱਦੇ ਵੀ ਆਪਾਂ ਬਾਣੇ ਦਾ ਇੱਕ ਆਪਣੀ ਰਿਸਪੌਂਸਿਬਿਲਟੀ ਆ, ਬਾਣੇ ਦੀ ਆਪਾਂ ਨੂੰ ਪੂਰੀ ਪਤਾ ਹੋਣਾ ਚਾਹੀਦਾ ਬਾਣੇ ਦਾ ਇਤਿਹਾਸ ਕੀ ਹੈ। ਜਦੋਂ ਆਪਣੇ ਸਰੀਰ ਤੇ ਗੁਰੂ ਸਾਹਿਬ ਦਾ ਬਾਣਾ ਆ ਗਿਆ, ਸ਼ਾਸਤਰ ਆਪਣੇ ਪੀਰ ਨੇ ਅਤੀ ਜ਼ਰੂਰੀ ਨੇ। ਇਹਦੀ ਮੈਂ ਜਿਵੇਂ ਆਪਾਂ ਅਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਤੁਸੀਂ ਵੀ ਗਏ ਹੋਵੋਗੇ, ਮੱਥਾ ਟੇਕਿਆ ਹੋ ਅਨੰਦਪੁਰ ਸਾਹਿਬ, ਤੁਸੀਂ ਇੱਕ ਗੱਲ ਨੋਟ ਕਰਿਓ ਵੀ ਉੱਥੇ ਸਾਹਮਣੇ ਉੱਚੀ ਜਗ੍ਹਾ ਤੇ ਨਾ ਸ਼ਾਸਤਰ ਪਏ ਨੇ, ਤੇ ਜਿਵੇਂ ਨਾਗਨੀ ਪਈ ਆ ਗੁਰੂ ਸਾਹਿਬਾਨ ਵੇਲੇ ਦੇ, ਤੇ ਮਹਾਰਾਜ ਨੇ ਉਹਨਾਂ ਨੂੰ ਉੱਚਾ ਦਰਜਾ ਦਿੱਤਾ ਵੀ ਸ਼ਾਸਤਰ ਇੰਨੇ ਜ਼ਰੂਰੀ ਨੇ। ਜੇ ਆਪਣੇ ਦੇਸ਼ ਵਿੱਚ ਸ਼ਾਸਤਰ ਨਾ ਹੋਵੇ ਤਾਂ ਸ਼ਾਇਦ 2 ਮਿੰਟਾਂ ਦੇ ਵਿੱਚ ਆਪਣਾ ਕਬਜ਼ਾ ਹੋ ਜਾਏ ਕਿਸੇ ਨਾ ਕਿਸੇ ਦੇਸ਼ ਦਾ, ਹਨਾ। ਸ਼ਾਸਤਰ ਆਪਣੇ ਲਈ ਬਹੁਤ ਜ਼ਰੂਰੀ ਨੇ, ਅਤੀ ਜ਼ਰੂਰੀ ਨੇ, ਤੇ ਅਸੀਂ ਬੇਨਤੀ ਵੀ ਕਰਦੇ ਹਾਂ ਵੀ ਸ਼ਾਸਤਰ ਰੱਖਣੇ ਕੋਈ ਮਾੜੇ ਨਹੀਂ ਹੁੰਦੇ, ਪਰ ਸ਼ਾਸਤਰਾਂ ਦੀ ਵਰਤੋਂ ਬੜੀ ਜ਼ਰੂਰੀ ਹੈ, ਠੀਕ ਆ। ਹੁਣ ਆਪਾਂ ਸ਼ਾਸਤਰ ਦੀ ਇਹ ਨਹੀਂ ਆਪਾਂ ਬਾਣੇ 'ਚ ਹੈਗੇ ਤੇ ਆਪਾਂ ਕਿਸੇ ਯਾਰ ਰੇਹੜੀ ਵਾਲਿਆਂ ਨੂੰ ਡਰਾਤਾ ਜਾਂ ਕਿਸੇ ਵੈਸੇ ਡਰਾਤਾ। ਗੁਰੂ ਸਾਹਿਬ ਕਹਿੰਦੇ ਸੀ ਮੇਰਾ ਹੱਥ ਸ਼ਾਸਤਰ 'ਤੇ ਉਦੋਂ ਜਾਂਦਾ ਜਦੋਂ ਕੋਈ ਚਾਰਾ ਨਹੀਂ ਰਹਿੰਦਾ, ਜਦੋਂ ਤੁਹਾਡੇ ਕੋਲੇ ਕੋਈ ਆਪਸ਼ਨ ਰਹੀ ਹੋਈ ਨਹੀਂ ਵੀ ਹੁਣ ਮੇਰੇ ਕੋਲੇ ਕੋਈ ਆਪਸ਼ਨ ਨਹੀਂ, ਹੁਣ ਮੈਨੂੰ ਸ਼ਾਸਤਰ ਚੱਕਣਾ ਹੀ ਪੈਣਾ। ਇਹ ਸ਼ਾਸਤਰ ਉਦੋਂ ਆ ਨਹੀਂ, ਪਹਿਲਾਂ ਤਾਂ ਭਾਈ ਦਇਆ ਸਿੰਘ ਆਉਂਦੇ ਨੇ, 5 ਪਿਆਰਿਆਂ ਤੁਸੀਂ ਨਾਮ ਸੁਣੇ ਹੋਣਗੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਸਾਨੂੰ ਸਾਡੇ ਬਜ਼ੁਰਗਾਂ ਨੇ ਇਹਨਾਂ ਦੇ ਅਰਥ ਦੱਸੇ, ਕਹਿੰਦੇ ਵੀ ਸਭ ਤੋਂ ਪਹਿਲਾਂ ਧਰਮ ਨਹੀਂ, ਪਹਿਲਾਂ ਜਿਵੇਂ ਹੁਣ ਗੁਰੂ ਸਾਹਿਬ ਨੇ 5 ਪਿਆਰਿਆਂ 'ਚ ਬੜੀ ਡੂੰਘੀ ਗੱਲ ਸਮਝਾਈ ਹੈ ਜੀ। ਜੇ ਆਪਾਂ ਦੇਖੀਏ ਇਨਸਾਨ ਨੇ ਸਭ ਤੋਂ ਪਹਿਲਾਂ ਦਇਆ ਦੇਖਣੀ ਵੀ ਬੰਦੇ 'ਚ ਦਇਆ ਹੈਗੀ ਆ, ਕਿਸੇ ਵੀ ਧਰਮ ਦਾ ਹੋਵੇ। ਹੁਣ ਤੁਹਾਨੂੰ ਦਇਆ ਹੀ ਹੁੰਦੀ ਹੈ ਨਾ, ਦਇਆ ਕਰਕੇ ਤੁਹਾਡੇ ਤੋਂ ਗੁਰੂ ਸਾਹਿਬ ਨੇ ਨਾ ਪਰਉਪਕਾਰ ਕਰਾਇਆ ਨਾ। ਕਹਿੰਦੇ ਦਇਆ ਸਿੰਘ ਤੋਂ ਬਾਅਦ 'ਚ ਫਿਰ ਆਉਂਦੇ ਨੇ ਧਰਮ ਸਿੰਘ, ਫਿਰ ਦੇਖਦੇ ਵੀ ਬੰਦਾ ਕਿਹੜੇ ਧਰਮ ਦਾ। ਬਿਲਕੁਲ। ਕਹਿੰਦੇ ਦਇਆ ਵੀ ਹੋਵੇ, ਧਰਮ 'ਚ ਹੀ ਆ ਗਿਆ, ਫਿਰ ਬੰਦੇ ਨੂੰ ਹਿੰਮਤ ਚਾਹੀਦੀ ਜੀ ਉਹਦੇ 'ਤੇ ਨਿਭਣ ਲਈ। ਬਿਲਕੁਲ। ਹਿੰਮਤ ਸਿੰਘ ਆ ਗਏ, ਫਿਰ ਕਹਿੰਦੇ ਵੀ ਤਿੰਨੇ ਚੀਜ਼ਾਂ ਆ ਗਈਆਂ ਇਹਨਾਂ ਨੂੰ। ਕਹਿੰਦੇ ਮੋਹਕਮ ਸਿੰਘ, ਮੋਹ ਚਾਹੀਦਾ ਪਰ ਕੰਮ ਚਾਹੀਦਾ। ਬਿਲਕੁਲ। ਮੋਹਕਮ ਸਿੰਘ ਆ ਗਏ, ਤੇ ਫਿਰ ਕਹਿੰਦੇ ਜਿੱਥੇ ਚਾਰੇ ਹੈਗੇ ਉੱਥੇ ਸਾਹਿਬ ਸਿੰਘ, ਉੱਥੇ ਗੁਰੂ ਸਾਹਿਬ ਵਾਹਿਗੁਰੂ, ਅੱਲਾ ਅੱਲਾ ਰਾਮ ਆਪਾਂ ਕਿਸੇ ਵੀ ਰੂਪ 'ਚ ਯਾਦ ਕਰਦੇ ਹਾਂ, ਉੱਥੇ ਉਹ ਆਪ ਹੀ ਆ ਜਾਂਦੇ ਨੇ। ਬਿਲਕੁਲ। ਸੋ ਉਹ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਦਇਆ ਇੱਥੋਂ ਆਉਂਦੀ ਆ, ਤੇ ਸ਼ਾਸਤਰਾਂ ਦੀ ਆਪਣੇ ਬਹੁਤ ਮਹਾਨਤਾ, ਸ਼ਾਸਤਰਾਂ ਦੀ ਵਰਤੋਂ ਮਾੜੀ ਹੋ ਸਕਦੀ ਆ। ਬਾਈ ਸਿੱਧੂ ਨੂੰ ਸੁਣਦਾ ਵੀ ਸਾਨੂੰ ਤਾਂ ਇਸਦਾ ਢਾਡੀਆਂ ਵਾਂਗੂ ਸੁਣਦੇ ਹੁੰਦੇ ਸੀ ਵੀ ਵੀਰ ਰਸ ਨਾ ਕੋਈ ਸ਼ਾਸਤਰਾਂ ਦਾ ਹੋਵੇ, ਸਾਨੂੰ ਵੀ ਸ਼ੌਂਕ ਹੈ ਇਹ ਗੱਲਾਂ ਦਾ ਨਾ, ਕੋਈ ਮਾੜਾ ਨਹੀਂ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਛਕਾਇਆ। ਹੁਣ ਮਹਾਰਾਜ ਵੇਲੇ ਦੇਖੋ ਜੀ, ਗੁਰੂ ਸਾਹਿਬ ਆਪ ਸ਼ੇਰ ਦਾ ਸ਼ਿਕਾਰ ਕੀਤਾ ਜੀ, ਆਪ ਜਾ ਕੇ ਗੁਰੂ ਸਾਹਿਬ ਨੇ ਸ਼ੇਰ ਨੂੰ ਮਾਰਿਆ ਹੋਇਆ ਜੀ, ਤੇ ਫਿਰ ਉਹਨਾਂ ਦੇ ਸਿੰਘ ਵੀ ਤਾਂ ਉਹੀ ਜਿਹੇ ਹੋਣਗੇ। ਬਿਲਕੁਲ। ਔਰ ਮੈਨੂੰ ਲੱਗਦਾ ਬਾਈ ਕਿਤੇ ਨਾ ਕਿਤੇ ਸ਼ਾਇਦ ਜਿਹੜਾ ਇਹ ਰੂਪ ਹੈ ਤੁਹਾਡਾ, ਇਹ ਦੁਨੀਆ ਦੇ ਵਿੱਚ ਸਿਰਫ ਇਕਲੌਤਾ ਰੂਪ ਰਹਿ ਗਿਆ ਜਿਹਦੇ 'ਚ ਬਹੁਤ ਜ਼ਿਆਦਾ ਕੋਈ ਵੀ ਬੰਦਾ ਸੇਫ ਮਹਿਸੂਸ ਕਰਦਾ, ਜੋ ਮੈਨੂੰ ਲੱਗਦਾ। ਹੋ ਸਕਦਾ ਮੈਂ ਗਲਤ ਵੀ ਹੋ ਸਕਦਾ, ਕਿਉਂਕਿ ਜਦੋਂ ਇਸ ਬਾਣੇ ਦੇ ਵਿੱਚ, ਨਿਹੰਗ ਬਾਣੇ ਦੇ ਵਿੱਚ ਅਸੀਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਤਾਂ ਬੰਦਾ ਸਿਕਿਉਰ ਫੀਲ ਕਰਦਾ। ਪਰ ਅੱਜ ਕੱਲ੍ਹ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸ਼ਾਇਦ ਪਤਾ ਲੱਗ ਗਿਆ ਕਿ ਜੇ ਦਾੜੀ ਸਜਾ ਲਓ ਜਾਂ ਦਾੜੀ ਰੱਖ ਲਓ, ਪੱਗ ਬੰਨ੍ਹ ਲਓ ਤਾਂ ਇੱਜ਼ਤ ਹੋਣ ਲੱਗ ਜਾਂਦੀ ਹੈ। ਲੋਕ ਉਹਦੇ ਨਾਲ ਗਲਤ ਕੰਮ ਵੀ ਕਰ ਰਹੇ ਨੇ। ਤੁਸੀਂ ਇਸ ਚੀਜ਼ ਨਾਲ ਮੰਨਦੇ ਹੋ? ਜੀ ਬਿਲਕੁਲ ਜੀ। ਲੋਕ ਗੁਰੂ ਨੂੰ ਵਰਤੀ ਜਾਂਦੇ ਆ, ਲੋਕ ਗੁਰੂ ਦੀ ਬਾਣੀ ਨੂੰ ਵਰਤੀ ਜਾਂਦੇ ਆ। ਆਪਾਂ ਤੁਸੀਂ ਦੇਖੋ ਵੀ ਆਪਾਂ ਪਹਿਲਾਂ ਵੀ ਹੁਣ ਸੱਚ ਤਾਂ ਸੱਚ ਸਭਨਾ ਕਾ ਖਾਸਮ ਹੈ, ਠੀਕ ਆ, ਗੱਲ ਉੱਥੇ ਨਿਬੜਦੀ ਆ। ਵੀ ਅੱਜ ਕੱਲ੍ਹ ਤੁਸੀਂ ਦੇਖੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੁਸੀਂ ਵੈਸੇ ਵੀ ਇਹ ਸਾਰੀ ਦੁਨੀਆ ਦੀ ਸੰਗਤ ਆਪਣੀ ਬੈਠੀ ਆ, ਹਰੇਕ ਦੇਸ਼ ਦੇ ਕੋਨੇ ਦੇ ਵਿੱਚ। ਆਪਾਂ ਨੂੰ ਇਹ ਗੱਲ ਜ਼ਰੂਰ ਜਾਣਨੀ ਚਾਹੀਦੀ ਵੀ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਦਿੰਦੇ ਹਾਂ ਜੀ, ਸਾਡੇ ਵੱਲੋਂ ਪਾਠ ਕਰਾ ਦਿਓ। ਆਪਾਂ ਹਾਜ਼ਰ ਨਹੀਂ ਹੁੰਦੇ, ਪਾਠ ਹੋਈ ਜਾਂਦੇ ਆ। ਪਾਠ ਆਪਾਂ ਭਾਵੇਂ ਇੱਕ ਕਰਾਤੇ, ਆਪਾਂ ਹਜ਼ਾਰਾਂ ਪਾਠ ਕਰਾਤੇ, ਪਰ ਜੇ ਤੁਸੀਂ ਸੁਣਿਆ ਹੀ ਨਹੀਂ ਬੈਠ ਕੇ, ਤੁਹਾਡੇ ਪਰਿਵਾਰ ਨੇ ਪਾਠ ਹੀ ਨਹੀਂ ਸੁਣਿਆ, ਤਾਂ ਫਿਰ ਇਸ ਪਾਠ ਪੜ੍ਹੇ ਦਾ ਤੁਹਾਨੂੰ ਕਿਵੇਂ ਲਾਭ ਹੋਊਗਾ ਜੀ? ਅੱਜ ਕੱਲ੍ਹ ਗੁਰਬਾਣੀ ਦੇ ਨਾਮ 'ਤੇ ਗੁਰੂ ਨੂੰ ਹੀ ਕੈਸ਼ ਕਰੀ ਜਾਂਦੇ ਆ ਜੀ, ਇੱਥੋਂ ਤੱਕ ਸਮਾਂ ਆ ਗਿਆ, ਅਤੇ ਤਾਂ ਹੀ ਇਹ ਨਤੀਜੇ ਵੀ ਭੁਗਤ ਰਹੇ ਨੇ ਸਾਰੇ।
ਸਾਰੇ ਨਹੀਂ, ਪੰਜੇ ਉਂਗਲਾਂ ਫੇਰ ਉਹੀ ਗੁਰੂ ਸਾਹਿਬਾਨ ਵੇਲੇ ਦੀ ਗੱਲ। ਨਸੀਬ ਨੂੰ ਵੀ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣੀ ਚਾਹੀਦੀ ਆ, ਹਜੇ ਉਹਨੇ ਬਹੁਤ ਤਰੱਕੀ ਕਰਨੀ ਆ। ਬਿਲਕੁਲ, ਮੈਂ ਗੁੱਡ ਵਿਸ਼ੇਸ ਹੈ, ਮੈਂ ਦਿਲੋਂ ਚਾਹੁੰਦਾ, ਮੇਰੀਆਂ ਅਰਦਾਸਾਂ ਨੇ ਕਿ ਉਹ ਬਹੁਤ ਉੱਪਰ ਜਾਵੇ। ਬਿਲਕੁਲ, ਕਿਉਂ ਕਰਕੇ ਤੂੰ ਉੱਪਰ ਜਾਏਗਾ, ਸਾਨੂੰ ਵੀ ਮਾਣ ਮਹਿਸੂਸ ਹੋਊਗਾ। ਪਰ ਆਪਣੇ ਇੱਕ ਜ਼ਹਿਨ 'ਚ ਗੱਲ ਭਰਾ ਵਾਂਗੂ ਅਸੀਂ ਉਹ ਇਹੋ ਜਿਹੇ ਆ, ਜਦੋਂ ਮਰਜੀ ਬਾਈ ਸਾਡੇ ਕੋਲੇ ਆ ਜੇ, ਕੋਈ ਇਹੋ ਜਿਹੀ ਗੱਲ ਨਹੀਂ। ਬਿਲਕੁਲ, ਮੈਂ ਤਾਂ ਖੁਦ ਭਾਜੀ ਇਹ ਵਾਲਾ ਪੋਡਕਾਸਟ ਮੈਂ ਇਕੱਲੇ ਵੀ ਕਰ ਸਕਦਾ ਸੀ, ਪਰ ਮੈਨੂੰ ਸੀਗਾ ਕਿ ਸ਼ਾਇਦ ਮੈਂ ਕੋਈ ਨਾ ਕੋਈ ਗੱਲ ਮੈਂ ਜ਼ਿਆਦਾ ਨਾ ਕਹਿ ਦਾਂ ਜਾਂ ਮੈਂ ਆਪਣੇ ਭਾਵ ਸਹੀ ਤਰੀਕੇ ਨਾਲ ਨਾ ਰੱਖ ਸਕਾਂ, ਇਸ ਲਈ ਮੈਂ ਤੁਹਾਨੂੰ ਨਾਲ ਲਿੱਤਾ ਭਰਾ ਨਾਤੇ, ਕਿਉਂਕਿ ਮੈਂ ਚਾਹੁੰਦਾ ਕਿ ਜਿਹੜਾ ਪਾੜ ਉਹ ਮਤਲਬ ਉਹ ਆਫ ਕੋਰਸ ਉਹ ਵੀ ਨਹੀਂ ਪਾਣਾ ਚਾਹੁੰਦਾ ਹੋਏਗਾ, ਜੋ ਮੈਨੂੰ ਲੱਗਦਾ ਹੈ ਨਾ, ਕਿਉਂਕਿ ਗੁਰੂ ਦਾ ਸਿੱਖ ਹੈ ਔਰ ਜਿਹੜਾ ਗੁਰੂ ਦਾ ਅਸਲੀ ਸਿੱਖ ਹੈ ਉਹ ਹਮੇਸ਼ਾ ਇਕੱਠਿਆਂ ਦੀ ਗੱਲ ਕਰਦਾ ਜੀ, ਉਹ ਕਦੀ ਨਹੀਂ ਪਾੜ ਪਵਾ ਸਕਦਾ। ਕੋਈ ਮਿਸਅੰਡਰਸਟੈਂਡਿੰਗ ਹੋਊਗੀ ਜਾਂ ਉਹਨੇ ਕੋਈ ਸੁਣ ਇੱਦਾਂ ਦਾ ਲਿਆ ਹੋਊਗਾ ਜੀ, ਕਿਸੇ ਪਰਸਨ ਨਾਲ ਹੋਈ ਆ, ਹੋਈ ਹੋਣੀ ਆ, ਅੱਗੇ ਵੀ ਜ਼ਿੰਦਗੀ 'ਚ ਵੀ ਹੋਣਗੀਆਂ, ਪਰ ਤੁਸੀਂ ਇਹ ਤੁਹਾਨੂੰ ਬਹੁਤ ਦੁਨੀਆ ਸੁਣਦੀ ਆ, ਤੁਸੀਂ ਇਹੋ ਜਿਹੀ ਕੋਈ ਸਟੇਟਮੈਂਟ ਨਹੀਂ ਦੇਣੀ ਹੈ ਨਾ ਵੀ ਤੁਹਾਡੇ ਇੱਕ ਸਟੇਟਮੈਂਟ ਨਾਲ ਤੁਹਾਨੂੰ ਦੇਖਦੇ ਆ ਬੱਚੇ ਸੁਣਦੇ ਆ। ਹੁਣ ਮੈਂ ਪਹਿਲਾਂ ਵੀ ਗੱਲ ਕਰਦਾ ਬਾਈ ਜੀ, ਅਸੀਂ ਘਰਾਂ 'ਚ ਗਜਾ ਕਰਦੇ ਹਾਂ ਨਾ, ਛੋਟੇ ਛੋਟੇ ਬੱਚਿਆਂ ਨੂੰ ਅਸੀਂ ਰੋਜ਼ ਮਿਲਦੇ ਹਾਂ, ਅਸੀਂ ਬੱਚਿਆਂ ਤੋਂ ਲੈ ਕੇ ਹਰੇਕ ਤਰ੍ਹਾਂ ਦੇ, ਤੁਸੀਂ ਵੀ ਮਿਲਦੇ ਹੋ, ਆਪਾਂ ਵੀ, ਹੈ ਨਾ। ਉਹ ਬੱਚਿਆਂ ਦੇ ਵਿੱਚ ਬੱਚੇ ਤੁਹਾਨੂੰ ਸੁਣਦੇ ਆ। ਹੁਣ ਸਿੱਧੂ ਨੂੰ ਤਾਂ ਸਾਰੇ ਬੱਚੇ ਹੀ ਸੁਣਦੇ ਆ, ਮੈਂ ਤਾਂ ਅੱਜ ਤੱਕ ਕੋਈ ਇਹੋ ਜਿਹਾ ਬੱਚਾ ਨਹੀਂ, ਜਿਵੇਂ ਅੱਜ ਉਹ ਛੋਟਾ ਆਪਣੇ ਕੋਲੇ ਭਚੰਗੀ ਆਇਆ ਸੀ ਉਹ, ਤੇ ਸਾਡੇ ਘਰੇ ਖੁਦ ਸਾਡੀ ਬੇਟੀ ਆ ਪਵਿੱਤਰ ਕੌਰ, ਹੈ ਤਾਂ 5 ਸਾਲ ਦੀ ਆ, ਤੇ ਉਹ ਮਤਲਬ ਬਹੁਤ ਜ਼ਿਆਦਾ ਕਰਦੀਆਂ ਹੈ ਨਾ। ਮੈਨੂੰ ਸਵੇਰੇ ਉੱਠ ਕੇ ਉਹਨੇ ਥਾਪੀ ਮਾਰ ਕੇ ਤੇ ਕਹਿਣਾ ਸਿੱਧੂ ਮੂਸੇ ਵਾਲਾ, ਹੈ ਨਾ। ਤੇ ਇਹੋ ਜਿਹੀ ਗੱਲ ਨਹੀਂ, ਆਏ ਨਾ ਕੋਈ ਗੁਰੂ ਨਾਲ ਵੀ ਪੂਰੀ ਜੁੜੀ ਆ, ਉਹ ਤਾਂ ਜੁੜ ਗਈ ਆ ਬਿਲਕੁਲ, ਤੇ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਤੇ ਪਰ ਉਹਨੂੰ ਵੀ ਇੰਨਾ ਪਿਆਰ ਕਰਦੇ ਵੀ ਤੁਸੀਂ ਇਹੋ ਜਿਹੀ ਸਟੇਜ ਤੇ ਆ ਵੀ ਤੁਹਾਨੂੰ ਬੱਚਾ ਵੀ ਸੁਣਦਾ, ਵੀ ਤੁਹਾਡੇ ਕਿਸੇ ਇੱਕ ਤੁਹਾਡੇ ਬਚਨ ਨਾਲ ਇਹੋ ਜਿਹਾ ਕਰਮ ਨਾ ਕਰ ਬੈਠੇ ਹੋ ਬਿਲਕੁਲ, ਵੀ ਕੱਲ ਨੂੰ ਤੁਹਾਡੇ ਬਚਨ ਨਾਲ ਤੁਸੀਂ ਇੱਥੋਂ ਸਟੇਟਮੈਂਟ ਦੇ ਦਿੰਦੇ ਉਹਨੂੰ, ਗਾਂ ਤੁਹਾਡੇ ਫੈਨ ਆਪਸ 'ਚ ਲੜਨ ਲੱਗ ਜਾਂਦੇ ਆ। ਇਹ ਨਾ ਇਹ ਚੀਜ਼ ਤੋਂ ਉੱਪਰ ਉੱਠਣ ਦੀ ਲੋੜ ਆ, ਜਿਹੜੇ ਆਪਾਂ ਫੈਨ ਆ ਕਿਸੇ ਦੇ ਗਾਇਕ ਦੇ ਵੀ। ਇਹ ਬੜਾ ਡੂੰਘਾ ਟੌਪਿਕ ਆ ਬਾਈ, ਇਹ ਮੈਂ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ ਕਿ ਬੱਬੂ ਮਾਨ ਵੀ ਸਾਡੇ ਭਰਾ ਨੇ। ਬਿਲਕੁਲ ਠੀਕ ਹੈ, ਜਿੰਦੇ ਜੀ ਜੋ ਵੀ ਚੱਲਿਆ, ਕੰਟਰੋਵਰਸੀਆਂ ਹੋਈਆਂ, ਪਰ ਇਹ ਮੁੱਕਣਗੀਆਂ ਕਿਵੇਂ? ਹੁਣ ਅੱਜ ਵੀ ਕਿਸੇ ਦਾ ਕੋਈ ਗਾਣਾ ਆਉਂਦਾ, ਹੁਣ ਉਹ ਪ੍ਰੇਮ ਢਿੱਲੋਂ ਦੀ ਗੱਲ ਵਿੱਚ ਰਹਿ ਗਈ, ਉਹਦਾ ਗਾਣਾ ਆਇਆ, ਉਹਦਾ ਇੰਨਾ ਦਰਦ ਸੀ ਗਾਣੇ ਦੇ ਵਿੱਚ ਕਿ ਠੀਕ ਹੈ ਸਿੱਧੂ ਨੇ ਉਹਦਾ ਕੰਮ ਚਲਾਇਆ ਜਾਂ ਉਹਦੇ ਕਰਮਾਂ 'ਚ ਸੀ ਕੰਮ ਚੱਲਣਾ ਉਹਦਾ, ਸਿੱਧੂ ਇੱਕ ਜਰੀਆ ਬਣ ਗਿਆ। ਪਰ ਕੀ ਅੱਜ ਵੀ 1.5 ਸਾਲਾਂ ਬਾਅਦ ਵੀ ਇਹਨਾਂ ਨੂੰ ਐਂ ਹੀ ਗਾਲਾਂ ਪੈਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਪੈ ਰਹੀਆਂ? ਜਿਹੜੇ ਵੀ ਅੱਜ ਕੱਲ੍ਹ ਸਿੱਧੂ ਦੇ ਫੈਨਸ ਨੇ ਉਹ ਥੱਲੇ ਮਾਂ ਭੈਣ ਦੀਆਂ ਗਾਲਾਂ ਗਾ ਰਹੇ ਨੇ ਜਾਂ ਧਮਕੀਆਂ ਦੇ ਰਹੇ ਨੇ, ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਤੁਹਾਡੇ ਹਿਸਾਬ ਨਾਲ, ਕਿ ਇੱਦਾਂ ਹੀ ਲੋਕਾਂ ਨੂੰ ਇਹਨਾਂ ਨੂੰ ਜਿਹੜਾ ਗਾਲਾਂ ਕੱਢਦੇ ਰਹਿਣਾ ਚਾਹੀਦਾ? ਨਹੀਂ, ਦੇਖੋ ਤੁਸੀਂ ਇਸ ਤਰ੍ਹਾਂ ਸਿੱਧੂ ਦੇ ਫੈਨ ਨਹੀਂ ਹੋ ਸਕਦੇ ਜੇ ਤੁਸੀਂ ਕਿਸੇ ਵੀ ਗਾਇਕ ਦੇ, ਬਾਈ ਸਿੱਧੂ ਦੀ ਗੱਲ ਨਹੀਂ ਕਰਦੇ, ਬਾਈ ਦੀ ਤਾਂ ਗੱਲ ਹੈਗੀ ਆ, ਬਾਕੀ ਵੀ ਆਪਾਂ ਕਿਸੇ ਵੀ ਗਾਇਕ ਨੂੰ ਸੁਣਦੇ ਹਾਂ। ਹੁਣ ਬਾਈ ਬੱਬੂ ਮਾਨ ਹੈ, ਉਹ ਬਹੁਤ ਪੁਰਾਣੇ ਆਪਣੇ ਗਾਇਕ ਨੇ, ਬੜੇ ਸਤਿਕਾਰਯੋਗ ਨੇ, ਠੀਕ ਆ, ਉਹਨਾਂ ਦੀ ਆਪਣੀ ਲਾਈਫ ਆ ਬਹੁਤ ਵਧੀਆ, ਉਹਨਾਂ ਨੇ ਜ਼ਿੰਦਗੀ ਵਿੱਚ ਗਾਇਆ ਵੀ ਆ, ਪਰ ਕਿਸੇ ਨਾਲ ਕੰਪੈਰੀਜ਼ਨ ਨਹੀਂ। ਕੁਛ ਰੂਹਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਸਭ ਦੀ ਆਪਣੀ ਪਹਿਚਾਣ ਹੁੰਦੀ ਆ, ਕੰਪੈਰੀਜ਼ਨ ਕਿਸੇ ਨਾਲ ਨਹੀਂ ਕਰਨਾ। ਤੇ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਵੀ ਤੁਸੀਂ ਆਪਸ ਦੇ ਵਿੱਚ, ਅਸੀਂ ਵੀ ਬਹੁਤ ਦੇਖਦੇ ਹਾਂ ਮੁੰਡਿਆਂ ਨੂੰ ਬਾਈ, ਇਹ ਰਹਿੰਦੇ ਤਾਂ ਅਸੀਂ ਵੀ ਦੁਨੀਆ 'ਚ ਹੀ ਹਾਂ। ਹੁਣ ਅਸੀਂ ਭਲਾ ਬਾਣੇ 'ਚ ਰਹਿੰਦੇ, ਅਸੀਂ ਇਸੇ ਦੁਨੀਆ 'ਚ ਵਿਚਰਦੇ ਹਾਂ, ਉਹਨਾਂ ਮੁੰਡਿਆਂ 'ਚ ਵੀ ਵਿਚਰਦੇ ਹਾਂ ਨਾ। ਵੀ ਮੁੰਡੇ ਜਦੋਂ ਅਸੀਂ ਅਸੀਂ ਕਿਹਾ ਵੀ ਤੁਸੀਂ ਕੀ ਕਰੀ ਜਾਂਦੇ ਯਾਰ, ਤੁਸੀਂ ਇੱਕ ਪਿੰਡ ਦੇ ਆ, ਤੁਸੀਂ ਘਰਾਂ ਦੇ ਵਿੱਚ ਜੰਮੇ ਪਲੇ ਹੋ, ਤੁਸੀਂ ਬਚਪਨ ਦੇ ਵਿੱਚੋਂ ਇਕੱਠੇ ਰਹੇ ਹੋ, ਅੱਜ ਤੁਸੀਂ ਕਿਸੇ ਗਾਇਕ ਕਰਕੇ, ਕਿਸੇ ਪਾਰਟੀ ਕਰਕੇ ਆਪਸ ਦੇ ਵਿੱਚ ਲੋਕ ਬਾਈ ਮਰਨ ਮਰਾਉਣ ਤੱਕ ਗਏ ਆ। ਗੋਲੀ ਵੀ ਚੱਲ ਗਈ, ਕਈ ਮੈਂ ਕਹਿੰਦਾ ਕਤਲ ਵੀ ਹੋ ਗਏ ਹੋਣੇ ਬਾਈ। ਇਲੈਕਸ਼ਨਾਂ ਦੇ ਵਿੱਚ ਦੇਖਿਆ ਨਹੀਂ ਅਸੀਂ ਕਿ 10-10 ਸਾਲ ਅਸਲ ਦੇ ਵਿੱਚ ਜਿਹੜਾ ਵੱਡਾ ਲੀਡਰ ਹੁੰਦਾ CM ਲੈਵਲ ਦਾ, CM ਦੀ ਲੜਾਈ ਹੋ ਗਈ। ਓਬਵੀਅਸਲੀ ਜਿਹੜੀ ਉਹਦੇ ਥੱਲੇ ਪਾਰਟੀਆਂ ਨੇ, ਉਹਦੇ ਥੱਲੇ ਜਿਹੜੇ ਉਹਦੇ ਬੰਦੇ ਹੁੰਦੇ ਨੇ ਅੱਗੇ ਪਾਰਟੀ ਦੇ, ਉਹ ਆਪਸ 'ਚ ਲੜ ਪਏ। 10-10 ਸਾਲ ਇੱਕ ਦੂਜੇ ਨੂੰ ਉਹਨਾਂ ਨੇ ਬੁਲਾਇਆ ਨਹੀਂ, ਤੇ 10 ਸਾਲ ਬਾਅਦ ਪਤਾ ਲੱਗਦਾ ਕਿ ਉਹ ਆਪਸ 'ਚ ਦੋਨਾਂ ਨੇ ਜੱਫੀ ਪਾ ਲਈ ਉੱਪਰੋਂ, ਤੇ ਥੱਲੇ ਲੜਾਈ ਬਈ। ਜਿਹੜੀ ਗਾਇਕੀ ਤੇ ਰਾਜਨੀਤੀ, ਇਹਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਵੀ ਇਹ ਕਦੋਂ ਵੀ ਵੈਰੀ ਬਣ ਸਕਦੇ ਆ ਤੇ ਕਦੋਂ ਵੀ ਮਿੱਤਰ ਬਣ ਸਕਦੇ ਆ। ਹੁਣ ਜਿਵੇਂ ਉਹ ਨਸੀਬ ਦੇ ਕਹੀ ਜਾਂਦਾ ਸੀ ਵੀ ਅਸੀਂ ਬਹੁਤ ਵਾਰੀ ਯਾਰ ਅਸੀਂ ਲੜ ਪੈਂਦੇ ਸੀਗੇ, ਬਹੁਤ ਵਾਰੀ ਅਸੀਂ ਬੋਲ ਪੈਂਦੇ ਸੀਗੇ ਨਾ। ਫਿਰ ਜੇ ਤੁਸੀਂ ਹੁਣ ਤੁਸੀਂ ਬਸ ਆਪਦੇ ਦਿਲ ਦੇ ਅੰਦਰ ਰੱਖੋ, ਤੁਹਾਡੇ ਉਹੀ ਗੱਲ ਆ ਵੀ ਤੁਹਾਡਾ ਚਿੱਤਰਗੁਪਤ, ਤੁਹਾਡੇ ਅੰਦਰ ਸਾਰੇ ਸੀਨ ਹੈਗੇ ਨੇ ਨਾ, ਐਵੇਂ ਚਲਾ ਹੀ ਗਿਆ, ਉਹਨੂੰ ਛੱਡੋ ਤੁਸੀਂ ਬਾਈ ਨੂੰ। ਉਹ ਤਾਂ ਹੁਣ ਚਮਕਦਾ ਸਿਤਾਰਾ, ਉਹਦਾ ਤਾਂ ਪ੍ਰਤਾਪ ਵਧੀ ਜਾਣਾ ਦਿਨੋਂ ਦਿਨ। ਮੈਂ ਤਾਂ ਕਹਿੰਦਾ ਉਹਦੇ ਮੈਂ ਤਾਂ ਬਾਪੂ ਹੋਰਾਂ ਨੂੰ ਵੀ, ਮਾਤਾ ਨੂੰ ਵੀ ਕਹਿੰਦਾ ਵੀ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ, ਕਿਉਂ ਕਰਕੇ ਉਹ ਕੋਈ ਬਦਨਾਮੀ ਖੱਟ ਕੇ ਨਹੀਂ ਗਿਆ, ਉਹ ਦੁਨੀਆ 'ਤੇ ਨਾਮ ਰੋਸ਼ਨ ਕਰਕੇ ਗਿਆ। ਆਪਣੇ ਸਾਰੇ ਜਿਹੜੇ ਹੁਣ ਆਪਣੇ ਆਪ ਨੂੰ ਆਪਾਂ ਸਿੱਖ ਹੁੰਦੇ ਹਾਂ, ਨਾਲ ਉਹਨੇ ਕਮਿਊਨਿਟੀ ਦਾ ਵੀ ਬਹੁਤ, ਦਸਤਾਰ ਦਾ ਵੀ ਉਹਨੇ ਆਪਣੇ ਲੈਵਲ 'ਤੇ ਬਹੁਤ ਪ੍ਰਚਾਰ ਕੀਤਾ, ਬਹੁਤ ਦੂਰ ਤੱਕ ਲੈ ਗਿਆ। ਦੇਖੋ ਬਾਈ ਦਾ ਜਿਹੜਾ ਐਂਡ ਵਾਲਾ ਸੀਨ ਆ, ਵੀ ਮਾਂ ਸੀ ਜਿਹੜੀ ਮਾਂ ਨਾ, ਮਾਤਾ ਚਰਨ ਕੌਰ, ਜਿਵੇਂ ਹੁਣ ਅਸੀਂ ਤਾਂ ਸਾਡੇ ਤਾਂ ਜੂੜੇ ਰੱਖੇ ਆ ਨਾ, ਜਿਨ੍ਹਾਂ ਦੇ ਜੂੜੇ ਹੋਣਗੇ, ਅਤੇ ਆਪ ਮਿਹਡੀ ਕਰਦੇ ਹੁੰਦੇ ਸੀ ਜੀ, ਆਪ ਬੰਨ੍ਹਦੇ ਸੀ ਮਿਹਡੀ। ਉਹਦੇ ਜਿੱਦੇ ਬਾਈ ਦੀ ਦੇਹ ਪਈ ਆ ਵਿੱਚੋਂ, ਰੂਹ ਤਾਂ ਨਿਕਲ ਗਈ ਨਾ ਸੰਸਕਾਰ ਤੋਂ ਪਹਿਲਾਂ, ਅਤੇ ਉਹ ਮਾਤਾ ਨਾ ਉਵੇਂ ਜੂੜਾ ਕਰੀ ਜਾਂਦੇ ਆ ਬਾਈ ਦਾ ਉਹ 'ਚ ਵੀ।
ਉਹ ਸੰਦੇਸ਼ ਆ ਬਹੁਤ ਵੱਡਾ ਆਪਣੀ ਪੀੜ੍ਹੀ ਨੂੰ ਵੀ, ਹੈ ਨਾ, ਜਿਹੜੇ ਆਪਾਂ ਜਿਨ੍ਹਾਂ ਦੇ ਨਾਮ ਨਾਲ ਸਿੰਘ ਕੌਰ ਲੱਗਦਾ, ਵੀ ਆਪਾਂ ਜ਼ਰੂਰ ਇਸ ਗੱਲ ਨਹੀਂ ਸਿੱਖ ਗਏ ਵੀ ਉਹ ਕਿੰਨਾ ਕੁਛ ਕਮਾ ਕੇ ਚਲਿਆ ਗਿਆ, ਕੀ ਨਹੀਂ ਕੀਤਾ ਉਹਨੇ। ਬਿਲਕੁਲ ਇੰਨਾ ਡਾਊਨ ਟੂ ਅਰਥ। ਮੈਂ ਤਾਂ ਉੱਦੇ ਵੀ ਕਿਹਾ ਸੀ, ਮੈਂ ਕਿਹਾ ਸਾਧ ਵਰਗਾ ਪੁੱਤ ਸੀ ਬਾਬੂ ਤੁਹਾਡਾ। ਸਾਧ ਜੱਟ। ਮੈਂ ਕਿਹਾ ਵੀ ਜੱਟ ਸਾਨੂੰ ਕਹਿੰਦੇ ਵੀ ਜੱਟ ਸਾਧ ਹੋ ਜਾਂਦੇ ਆ, ਜ਼ਰੂਰੀ ਨਹੀਂ ਹੁੰਦਾ ਫਿਰ ਵੀ ਤੁਸੀਂ ਭੇਖ ਵਿੱਚੋਂ ਦੇਖ ਸਕਦੇ ਹੋ। ਉਹੀ ਗੱਲ ਹੈ, ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਵੀ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਮਹਾਰਾਜ ਕਹਿੰਦੇ ਭੇਖ ਦਿਖਾਏ ਵੀ ਜਗਤ ਨੂੰ ਭੇਖ ਦਿਖਾ ਕੇ ਨਾ ਲੁੱਟੋ ਵੀ ਮੇਰੇ ਸਿਰ ਤੇ ਭੇਖ ਆ ਜਾਂ ਮੇਰੇ ਸਰੀਰ ਤੇ ਭੇਖ ਆ। ਜਿਹੜਾ ਤੁਹਾਡੇ ਅੰਦਰ ਵੀ ਤੁਹਾਡੇ ਸ੍ਰੀ ਸਾਹਿਬ, ਜਿਹੜਾ ਤੁਹਾਡੇ ਰੂਹ ਤੇ ਆ, ਉਹ ਹੋਣਾ ਵੀ ਜ਼ਰੂਰੀ ਆ ਉਨਾ ਹੀ। ਜਿਹੜਾ ਤੁਹਾਡੇ ਸਰੀਰ ਤੇ ਬਣਾ ਹੈ ਤੁਹਾਡੀ ਰੂਹ ਤੇ ਵੀ ਹੋਣਾ ਚਾਹੀਦਾ, ਇਹ ਵੀ ਉਨਾ ਹੀ ਜ਼ਰੂਰੀ ਆ। ਅਤੇ ਉਹ ਬਾਈ ਨੂੰ ਸਾਡੇ ਵੱਲੋਂ ਖੁੱਲ੍ਹਾ ਸੱਦਾ, ਬਾਈ ਆਵੇ ਜੀ ਆਇਆਂ ਨੂੰ ਹਮੇਸ਼ਾ, ਅਤੇ ਸਾਡਾ ਸਤਿਕਾਰਯੋਗ ਆ। ਪਰ ਉਹਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਬਹੁਤ ਵੱਡੀ ਸਟੇਜ 'ਤੇ ਆ, ਕੋਈ ਵੀ ਇਸ ਤਰ੍ਹਾਂ ਦੀ ਬਾਈ ਦੀ ਗੱਲ ਨਹੀਂ ਕਰਨੀ ਚਾਹੀਦੀ। ਅਤੇ ਜਿਹੜੀ ਆ ਉਹਨਾਂ ਨੇ ਰੋਡੇ ਭੋਡੇ ਵਾਲੀ ਗੱਲ ਕਹੀ ਆ, ਇਹ ਤਾਂ ਉਹਨੂੰ ਜ਼ਿੰਦਗੀ 'ਚ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਗੱਲ ਲਈ ਉਹਨੂੰ ਲੱਗਦਾ ਤਾਂ ਉਹਨੂੰ ਜ਼ਰੂਰ ਸੰਗਤ ਅੱਗੇ ਦੱਸਣਾ ਚਾਹੀਦਾ ਵੀ ਮੈਂ ਕਿਉਂ ਕਹੀ ਆ, ਕਿਹਨੂੰ ਕਹੀ ਆ। ਥੋਟ ਵੀ ਨਹੀਂ ਆਉਣਾ ਚਾਹੀਦਾ ਦਿਮਾਗ ਦੇ ਵਿੱਚ। ਬਿਲਕੁਲ ਵੀ ਜਿਹਨੂੰ ਕਹੀ ਆ ਤੂੰ ਨਾਂ ਲੈ ਕੇ ਕਹਿ ਦੇ ਯਾਰ, ਕੋਈ ਗੱਲ ਨਹੀਂ। ਬਿਲਕੁਲ ਹਾਂ, ਇਹ ਇੱਕ ਬੰਦੇ ਨੂੰ ਕਰ ਦੋ ਕਿ ਹਾਂ ਬਈ ਤੂੰ ਬੰਦਾ ਗਲਤ ਹੈ, ਹੈ ਨਾ, ਪਰ ਆਪਾਂ ਸਿੱਧਾ ਇੱਕ ਮਤਲਬ ਮੈਨੂੰ ਵੀ ਹਰਟ ਹੋਈ ਕਿ ਇੱਦਾਂ ਲੱਗਿਆ ਮੈਨੂੰ ਕਿ ਯਾਰ ਇਹ ਡਿਫਰੈਂਸ ਕਿਉਂ ਹੈ। ਜਿੱਦਾਂ ਮੈਨੂੰ ਕਈ ਵਾਰ ਲੱਗਦਾ ਕਿ ਯਾਰ ਮੈਂ ਆਪਣੀ ਮਰਜ਼ੀ ਨਾਲ ਹਿੰਦੂ ਧਰਮ ਦੇ ਵਿੱਚ ਆਇਆ। ਜੀ ਬਿਲਕੁਲ, ਹੈ ਨਾ, ਉਹ ਆਪਣੀ ਮਰਜ਼ੀ ਨਾਲ ਗੁਰਸਿੱਖ ਨੇ, ਹੈ ਨਾ। ਜਦ ਪਰਮਾਤਮਾ, ਆਪਾਂ ਇੱਕ ਪਾਸੋਂ ਕਹਿੰਦੇ ਪਰਮਾਤਮਾ ਸਭ ਕੁਛ ਕਰ ਰਿਹਾ, ਫਿਰ ਆਪਾਂ ਉਹਦੇ ਭਾਣੇ ਨੂੰ ਮੰਨਣ ਲਈ ਵੀ ਤਿਆਰ ਨਹੀਂ ਹੁੰਦੇ, ਹੈ ਨਾ, ਕਿ ਜੋ ਹੋਇਆ। ਪਰ ਚਲੋ ਮੈਨੂੰ ਉਮੀਦ ਹੈ ਕਿ ਜੇ ਨਸੀਬ ਬਾਈ ਤੱਕ ਇਹ ਵੀਡੀਓ ਪਹੁੰਚੇਗੀ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੈਂ ਨਾਮ ਲੈ ਕੇ ਕੀਤਾ ਪੋਡਕਾਸਟ। ਉਹਦਾ ਇੱਕ ਕਾਰਨ ਮੈਂ ਦੱਸਤਾ ਕਿ ਨਾ ਮੈਨੂੰ ਹਰਟ ਹੋਈ ਗੱਲ, ਅਤੇ ਇੱਦਾਂ ਨਹੀਂ ਹੋਣੀ ਚਾਹੀਦੀ। ਔਰ ਇੱਥੇ ਮੈਂ ਕਦੀ ਜ਼ਿੰਦਗੀ 'ਚ ਵਿਤਕਰਾ ਨਹੀਂ ਕੀਤਾ। ਔਰ ਮੈਨੂੰ ਪਤਾ ਹੈ ਕਈ ਹੋਣਗੇ, ਕਈ ਟਿੱਕੇ ਲਾ ਕੇ ਵੀ ਹਿੰਦੂ ਧਰਮ ਵਾਲੇ ਬਾਣੇ 'ਚ ਵੀ ਗਲਤ ਕੰਮ ਕਰਦੇ ਹੋਣਗੇ, ਮੈਂ ਆਪਣੇ ਮੂੰਹੋਂ ਕਹਿਣਾ। ਪਰ ਗੱਲ ਉਹੀ ਫਿਰ ਬਾਬਾ ਜੀ ਦੀ ਹੱਥ ਦੀਆਂ ਪੰਜੋਂ ਉਂਗਲੀਆਂ ਬਰਾਬਰ ਨਹੀਂ। ਕੋਈ ਡਾਕਟਰ ਆ ਕੇ ਸਾਰੇ ਡਾਕਟਰਾਂ ਦੀ ਗਰੰਟੀ ਚੱਕ ਸਕਦਾ? ਜੀ ਬਿਲਕੁਲ ਨਹੀਂ। ਉਵੇਂ ਇੱਕ ਬੰਦਾ ਕਿਵੇਂ ਗਰੰਟੀ ਚੱਕ ਸਕਦਾ ਕਿ ਇਸ ਰੂਪ ਦੇ ਵਿੱਚ, ਜਿੱਦਾਂ ਹੁਣ ਸਪੋਜ਼ ਮੈਂ ਬਾਈ ਦਾ ਜੇ ਮੇਕਅਪ ਕਰਕੇ ਜਾਂ ਕੋਈ ਰੂਪ ਬਦਲ ਦੇਵਾਂ ਅਤੇ ਅੰਦਰੋਂ ਬਾਈ ਦਾ ਹੀ ਸਰੀਰ ਹੈ ਜਾਂ ਅੰਦਰੋਂ ਬਾਈ ਦੀ ਰੂਹ ਹੈ, ਤਾਂ ਮੈਂ ਵਿਚਾਰ ਸੁਣ ਕੇ ਦੱਸੂਗਾ ਨਾ ਕਿ ਜਸ ਬਾਈ ਹੈ ਕਿ ਕੌਣ ਹੈ। ਜੀ ਬਿਲਕੁਲ। ਜਦੋਂ PK ਫਿਲਮ ਦੇ ਵਿੱਚ ਕੀ ਕੀਤਾ ਉਹਨਾਂ ਨੇ, ਇੱਦਾਂ ਹੀ ਨਾ ਲੋਕਾਂ ਦਾ ਪਰਦਾ ਚੱਕਣ ਲਈ 5 ਧਰਮਾਂ ਦੇ ਲੋਕ ਖੜਾਤੇ ਜੀ, ਅਤੇ ਉਹਨਾਂ ਨੂੰ ਇੱਕ ਦੂਜੇ ਦੀਆਂ ਡਰੈਸਾਂ ਪਵਾਤੀਆਂ। ਉਹਨੂੰ ਦੂਜੇ ਧਰਮ ਦੀ ਬਹੁਤ ਕਹਿੰਦਾ ਦੱਸੋ ਹੁਣ ਕਿਹੜੇ ਧਰਮ ਦੇ ਨੇ। ਉਹਨੇ ਦੱਸਤਾ ਕਿ ਇਹ ਹਿੰਦੂ ਹੈ, ਗੁਰਸਿੱਖ। ਉਹ ਕਹਿੰਦਾ ਕਿੱਦਾਂ ਦੱਸਿਆ? ਕਹਿੰਦੇ ਤਾਂ ਸਾਫ਼ ਪਤਾ ਲੱਗ ਰਿਹਾ ਜੀ। ਅਤੇ ਅੰਦਰੋਂ ਕਿਸੇ ਨੂੰ ਪੜ੍ਹਿਆ ਹੀ ਨਹੀਂ। ਉਹ ਕਹਿੰਦੇ ਨਾ ਕਿ ਬਾਹਰੋਂ ਅਸਮਾਨ ਨੂੰ ਉੱਡਦੀਆਂ ਫੜਦਾ, ਆਪਣੇ ਆਪ ਨੂੰ ਤਾਂ ਅੰਦਰ ਬਹਿ ਕੇ ਕਦੀ ਪੜ੍ਹਿਆ ਹੀ ਨਹੀਂ। ਬਿਲਕੁਲ। ਮੈਂ ਇੱਕ ਹੋਰ ਵਿਸ਼ੇ 'ਤੇ ਭਾਜੀ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਜਿਵੇਂ ਗੁਰਜੋਤ ਦੀ ਤੁਸੀਂ ਗੱਲ ਕੀਤੀ, ਉਹਦੀ ਡੈਥ ਹੋ ਗਈ, ਕਿਡਨੀਆਂ ਡੈਮੇਜ ਹੋ ਗਈਆਂ, ਅਤੇ ਮੇਰੀ ਇੰਟਰਵਿਊ ਹੋਈ ਜਾਂਦੀ ਸੀ ਸਵੇਰੇ। ਉਹ ਮੈਨੂੰ ਪੁੱਛ ਰਹੇ ਸੀਗੇ ਕਿ ਹੁਣ ਇਹਦੇ 'ਤੇ ਕੀ ਕਰੋਗੇ। ਤਾਂ ਇੱਕ ਪਾਸੋਂ ਤਾਂ ਮੈਂ ਕਹਿ ਰਿਹਾ ਸੀ ਕਿ ਰੱਬ ਦਾ ਭਾਣਾ, ਦੂਜੇ ਪਾਸੋਂ ਮੇਰੇ ਦਿਮਾਗ 'ਚ ਆ ਰਿਹਾ ਸੀਗਾ ਕਿ ਅੱਜ ਸਮਾਜ ਦੇ ਵਿੱਚ ਜਿਹੜੇ ਗੁਰੂ ਦੇ ਨਾਮ 'ਤੇ, ਭਾਵੇਂ ਪ੍ਰਭੂ ਰਾਮ ਦੇ ਨਾਮ 'ਤੇ, ਭਾਵੇਂ ਅੱਲਾ ਦੇ ਨਾਮ 'ਤੇ ਲੋਕ ਜਿਹੜੇ ਬਿਮਾਰੀ ਪੀੜਤ ਲੋਕਾਂ ਨੂੰ ਲੁੱਟ ਰਹੇ ਨੇ ਜਾਂ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ, ਉਹਨਾਂ ਨੂੰ ਆਪਾਂ ਕਿਵੇਂ ਕੱਢੀਏ। ਜਿਵੇਂ ਹੁਣ ਕਿਡਨੀ ਖਰਾਬ ਦੀ ਫਸਟ ਸਟੇਜ ਆਈ, ਉਹਨੂੰ ਮੱਥਾ ਟਿਕਾਣ ਲੈ ਗਏ, ਉਹਨੂੰ ਉੱਧਰ ਲੈ ਗਏ, ਉਹਦੇ ਨਾਲ ਬਿਮਾਰੀ ਹੋਰ ਵੱਧ ਗਈ। ਜਿਵੇਂ ਕੈਂਸਰ ਪੀੜਤ ਕੋਈ ਪੇਸ਼ੈਂਟ ਆਇਆ, ਫਸਟ ਸਟੇਜ ਹੈ, ਉਹਦਾ ਜੇ ਟਰੀਟਮੈਂਟ ਹੋ ਜਾਵੇ ਉਹ ਬਚ ਸਕਦਾ, ਪਰ ਉਹਨੂੰ ਲੈ ਗਏ ਕਿਸੇ ਹੋਰ ਪਾਸੇ ਕਿ ਮੈਂ ਠੀਕ ਕਰ ਦੂੰਗਾ ਜੀ, ਆਹ ਕਰ ਦੂੰਗਾ। ਇਸ ਚੀਜ਼ ਦੇ ਵਿੱਚੋਂ ਲੋਕਾਂ ਨੂੰ ਕਿਵੇਂ ਕੱਢਿਆ ਜਾਵੇ? ਜੀ ਇਹ ਦੇਖੋ, ਇਹ ਜ਼ਰੂਰੀ ਹੈ ਜੀ। ਦੇਖੋ ਗੁਰੂ ਸਾਹਿਬ 'ਤੇ ਭਰੋਸਾ ਸਿੱਧਕ ਜ਼ਰੂਰੀ ਹੈ। ਜੇ ਤੁਹਾਡੀ ਸ਼ਰਧਾ ਵਾ, ਅਸੀਂ ਵੀ ਲੈ ਕੇ ਜਾਣਾ ਜੀ, ਸਦਕੇ ਆਪਾਂ ਨੂੰ ਲੈ ਕੇ ਜਾਣਾ ਚਾਹੀਦਾ। ਪਰ ਜਿਹੜਾ ਤੁਸੀਂ ਆਪਣੇ ਡਾਕਟਰੀ ਕੋਈ ਵੀ ਹੈਗਾ ਇਲਾਜ, ਉਹ ਤਾਂ ਕਰਵਾਉਣਾ ਹੀ ਪੈਣਾ ਨਾ। ਉਹ ਤਾਂ ਆਪਾਂ ਨੂੰ ਹੁਣ ਜੋ ਡਾਕਟਰੀ ਇਲਾਜ ਆ, ਹੁਣ ਕੈਂਸਰ ਦਾ ਇਲਾਜ ਤਾਂ ਕਰਾਉਣਾ। ਕੋਈ ਆਪਾਂ ਇੰਨੇ ਜਪੀ ਤਪੀ ਤਾਂ ਹੈ ਨਹੀਂ ਕਿ ਵੀ ਆਪਾਂ ਕਹਿਣਾਂਗੇ ਵੀ ਆਪਾਂ ਕਹਿਤਾ ਅਤੇ ਨਾਲ ਹੀ ਬਚਨ ਪੂਰਾ ਹੋ ਜਾਊਗਾ ਨਾ। ਕਲਯੁੱਗ ਦਾ ਸਮਾਂ ਇੱਦਾਂ ਹੋ ਸਕਦਾ ਭਾਜੀ? ਵੈਸੇ ਕਿਸੇ ਦੀ ਬਿਮਾਰੀ ਚੁਟਕੀਆਂ 'ਚ ਠੀਕ ਹੋ ਸਕਦੀ ਹੈ ਬਿਨਾਂ ਡਾਕਟਰੀ ਇਲਾਜ ਦੇ? ਦੇਖੋ ਡਾਕਟਰੀ ਇਲਾਜ ਤਾਂ ਜ਼ਰੂਰੀ ਹੈ ਜੀ। ਬਾਕੀ ਜਿਨ੍ਹਾਂ ਨਾਲ ਹੁੰਦਾ, ਫਿਰ ਉਹੀ ਗੱਲ, ਜਿਨ੍ਹਾਂ ਨਾਲ ਹੋ ਜਾਂਦਾ ਉਹ ਵਿਰਲੇ ਨਾਲ ਕਿਸੇ ਨਾਲ ਹੋ ਜਾਂਦਾ, ਅਤੇ ਫਿਰ ਉਹ ਸਾਰਿਆਂ ਦੀ ਗਰੰਟੀ ਨਹੀਂ ਨਾ ਆਪਾਂ ਚੱਕ ਸਕਦੇ ਜੇ ਆਪਾਂ ਇਸ ਗੱਲ 'ਤੇ ਪਹਿਰਾ ਦੇਣ ਲੱਗ ਗਏ। ਭਰੋਸਾ ਤੁਹਾਡਾ ਸਿੱਧਕ ਹੈਗਾ ਵਾ ਕਿਤੇ ਵੀ, ਉਹ ਤੁਸੀਂ ਕਰ ਸਕਦੇ ਹੋ, ਤੁਹਾਡੀ ਆਜ਼ਾਦੀ ਆ। ਪਰ ਡਾਕਟਰੀ ਇਲਾਜ ਤਾਂ ਜ਼ਰੂਰੀ ਹੈ ਨਾ, ਉਹ ਕਰਾਉਣ ਨੂੰ ਪਹਿਲ ਦਿਓ। ਹੋਰ ਤੁਸੀਂ ਇਹਦੇ ਚੱਕਰ ਦੇ ਵਿੱਚ ਆਪਣਾ ਧੀ ਪੁੱਤ ਨਾ ਗਵਾ ਲਿਓ, ਆਪਣੀ ਕੋਈ ਮਾਂ ਨਾ ਗਵਾ ਲਿਓ, ਠੀਕ ਆ ਜੀ, ਕੋਈ ਆਪਣਾ ਬਜ਼ੁਰਗ ਨਾ ਗਵਾ ਲਿਓ। ਇਸ ਗੱਲ ਦੇ ਚੱਕਰ ਦੇ ਵਿੱਚ ਵੀ ਆਪਾਂ ਉੱਥੇ ਯਾਰ ਮੱਥਾ ਟੇਕ ਕੇ ਲੋਟ ਕਰਾਉਣਾ ਅਤੇ ਡਾਕਟਰਾਂ ਕੋਲ ਨਹੀਂ ਆਪਾਂ ਜਾਣਾ। ਇਹ ਗੱਲ ਦੀ ਬਾਈ ਬਹੁਤ ਜ਼ਰੂਰੀ ਆ। ਤੁਸੀਂ ਇਹ ਗੱਲ ਸ਼ੁਰੂ ਕੀਤੀ ਆ ਨਾ, ਅਤੇ ਕੋਈ ਆਪਣਾ ਇਸ ਤਰ੍ਹਾਂ ਦਾ ਧੀ ਪੁੱਤ, ਹੁਣ ਜਿਵੇਂ ਸਟਰਗਲ ਕਰਦੇ ਰਹੇ, ਗੁਰਜੋਤ ਆਪਣਾ ਚਲਿਆ ਗਿਆ, ਬਹੁਤ ਦੁੱਖ ਆ। ਪਰ ਆਪਾਂ ਕੋਈ ਹੋਰ ਇਸ ਤਰ੍ਹਾਂ ਦਾ ਨਹੀਂ ਜਾਣ ਦੇਣਾ ਨਾ, ਆਪਣੇ ਵੱਲੋਂ ਆਪਾਂ ਐਫਰਟ ਜਾਰੀ ਰੱਖਣਾ ਵੀ ਆਪਾਂ ਜਿੰਨਾ ਵੀ ਹੋ ਸਕੇ। ਬਾਕੀ ਆਪਾਂ ਫਿਰ ਇੱਕ ਗੱਲ ਹੋਰ ਵੀ ਕਰਨੀ ਚਾਹੁੰਦੇ ਹਾਂ, ਜੋ ਮੇਨ ਆਪਣਾ ਜਿਹੜਾ ਇੱਕ ਜ਼ਰੀਆ ਆਪਣੀ ਸਮੁੱਚੀ ਟੀਮ ਬੈਠਦੀ ਹੈ ਨਾ ਜੀ, ਇੱਥੇ ਬਹੁਤ ਹੀ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੇ ਕਿੰਨੇ ਗੁਰਜੋਤ ਨੇ ਆਪਣੇ, ਅਤੇ ਕਿੰਨੀਆਂ ਹੀ ਮਾਵਾਂ ਨੇ, ਭੈਣਾਂ ਨੇ, ਜਿਨ੍ਹਾਂ ਦੇ ਟਰੀਟਮੈਂਟ ਚੱਲ ਰਹੇ ਨੇ ਆਲਰੇਡੀ, ਹੈ ਨਾ। ਅਤੇ ਜਿਹੜੀ ਸੰਗਤ ਜਿੱਥੇ ਵੀ ਸੁਣਦੇ ਆਪਾਂ, ਉਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਇੱਧਰ ਜ਼ਰੂਰ ਆਪ ਆ ਕੇ ਹੱਥੀਂ ਸੇਵਾ ਜ਼ਰੂਰ ਕਰੋ ਜੀ। ਇਹ ਅਸੀਂ ਵੀ ਕਿਉਂ ਕਰਕੇ ਅਸੀਂ ਇੱਥੋਂ ਦਾ ਮਾਹੌਲ ਦੇਖਦੇ ਹਾਂ, ਸੰਗਤ ਦਾ ਆਉਣਾ ਬਹੁਤ ਜ਼ਰੂਰੀ ਆ।
ਲੋੜਵੰਦ ਬਹੁਤ ਨੇ, ਉਹ ਦੇਖ ਰਹੇ ਨੇ ਹੁਣ ਸਰਕਾਰੀ ਹਸਪਤਾਲਾਂ ਦਾ ਹਾਲ। ਸੱਚ ਤੁਸੀਂ ਵੀ ਦੇਖਦੇ ਹੋ, ਸੱਚ ਅਸੀਂ ਵੀ ਦੇਖਦੇ ਹਾਂ ਨਾ, ਕੋਈ ਬਾਹਲਾ ਚੰਗਾ ਨਹੀਂ ਹੈ। ਬਿਲਕੁਲ ਲੋਕ ਵਿਲਕਦੇ ਆ, ਜਿਵੇਂ ਉਹਦੇ ਵੀ ਇੱਥੋਂ ਹੁਣ ਸਾਡੇ ਸੀਗਾ ਤੇ ਉਹਨਾਂ ਨੂੰ ਗਾਂ PGI ਰੈਫਰ ਕਰ ਦਿੱਤਾ ਜਾਂਦਾ ਹੈ ਨਾ। ਤੇ ਬੰਦਾ ਪਹਿਲਾਂ ਹੱਸਦਾ ਕਿ ਉਹ ਕਹਿੰਦੇ ਬਾਈ ਜੀ ਪਹਿਲਾਂ ਅਸੀਂ ਜਗਰਾਓਂ ਗਏ ਸਿਵਲ ਦੇ ਵਿੱਚ, ਠੀਕ ਆ, ਉੱਥੋਂ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਨਹੀਂ ਹੈਗਾ ਲੁਧਿਆਣੇ ਜਾਓ। ਉਹ ਵਿਚਾਰੇ ਇੱਥੋਂ ਜਾ ਕੇ ਟ੍ਰੈਫਿਕ ਟਰੂਫਿਕ 'ਚ ਤੁਹਾਨੂੰ ਪਤਾ ਲੰਘ ਕੇ ਕਿਹੜਾ ਸਿਵਲ ਨੂੰ ਹੀ ਪਹੁੰਚ ਜਾਣਾ। ਬਿਲਕੁਲ ਉਹ ਇੰਨਾ ਟਾਈਮ ਵੇਸਟ ਹੋਇਆ, ਉੱਥੇ ਗਏ, ਉੱਥੋਂ ਕਹਿ ਦਿੱਤਾ ਗਿਆ ਵੀ ਹੁਣ ਤੁਸੀਂ ਜਾਓ PGI। ਤੇ ਯਾਰ ਉਹ ਪਰਿਵਾਰ ਤੁਸੀਂ ਸੋਚੋ ਵੀ ਸਾਡੀ ਮਾਂ ਕੋਈ, ਸਾਡਾ ਹੀ ਮਾਂ ਬੇਟਾ, ਸਾਡਾ ਹੀ ਕੋਈ ਧੀ ਪੁੱਤ ਆ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਏ। ਤੇ ਇਨਸਾਨੀਅਤ ਲੋਕਾਂ ਦੇ ਵਿੱਚ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਜੋ ਮਰਦੀ ਜਾ ਰਹੀ ਹੈ, ਇਹ ਆਪਾਂ ਮਰਨ ਨਹੀਂ ਦੇਣੀ ਗੀ। ਕਿਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕੋਈ ਸਰੀਰ ਆ, ਤੁਸੀਂ ਆਪ ਵੀ ਹੈਲਪ ਕਰੋ। ਤੇ ਜਿਵੇਂ ਵੀ ਹੁਣ ਆ ਤੁਹਾਡੇ ਸਾਹਮਣੇ ਸਮੁੱਚੀ ਸੰਸਥਾ ਚੱਲਦੀ ਆ ਅੱਖਾਂ ਦੇ ਸਾਹਮਣੇ, ਤੇ ਇੱਥੇ ਆ ਕੇ ਵੀ ਸਾਰੀ ਸੰਗਤ ਨੂੰ ਤੇ ਜਿਵੇਂ ਬਾਈ ਨਸੀਬ ਨੂੰ ਆਪ ਆ ਕੇ ਸੇਵਾ ਵੀ ਕਰਨੀ ਚਾਹੀਦੀ ਹੈ। ਜੇ ਉਹਨੂੰ ਕੋਈ ਗੱਲਬਾਤ ਲੱਗੇ ਹੈ ਨਾ ਵੀ ਮੈਂ ਅਨਮੋਲ ਨਾਲ, ਯਾਰ ਅਨਮੋਲ ਨੇ ਕੋਈ ਗੱਲ ਕੀਤੀ ਆ ਤੇ ਮੈਂ ਕੋਈ ਗੱਲ ਕਰਨੀ ਚਾਹੁੰਦਾ, ਤੇ ਜਾਂ ਕੋਈ ਆਪਣੇ ਨਾਲ, ਤਾਂ ਕਦੇ ਵੀ ਬਾਈ 24 ਘੰਟੇ ਆਪਾਂ ਹਾਜ਼ਰ ਆ ਉਹਨਾਂ ਲਈ, ਜਦੋਂ ਮਰਜ਼ੀ ਆਉਣ, ਜੀ ਆਇਆਂ ਨੂੰ, ਹੈ ਨਾ। ਕਦੇ ਵੀ ਆਉਣ, ਆਪਦੇ ਅੱਖੀਂ ਆ ਕੇ ਦੇਖੋ ਇਹ ਸੇਵਾਵਾਂ ਨੂੰ ਵੀ। ਤੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਵੇ ਵੀ ਮੈਂ ਤੁਹਾਡੇ ਨਾਲ ਯਾਰ ਗੱਲ ਕਰਨੀ ਆ, ਤਾਂ ਬਾਈ ਜਦੋਂ ਮਰਜ਼ੀ ਕਰ ਸਕਦਾ। ਪਰ ਫਿਰ ਆਪਾਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਵੀ ਦਸਤਾਰ ਇੱਕ ਜ਼ਿੰਮੇਵਾਰੀ ਆ, ਦਸਤਾਰ ਇੱਕ ਰੁਤਬਾ ਜੀ। ਜਦੋਂ ਇਹ ਤੁਹਾਡੇ ਸਰੀਰ ਤੇ ਤੁਹਾਨੂੰ ਇੱਕ ਤਾਜ ਤੁਹਾਡੇ ਸਰੀਰ ਤੇ ਆ ਗਿਆ, ਸੀਸ ਤੇ ਆ ਗਿਆ, ਤੇ ਤੁਹਾਡੀ ਇੱਕ ਜ਼ਿੰਮੇਵਾਰੀ ਆ। ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰਿਓ ਜਿਹਦੇ ਨਾਲ ਕਿਸੇ ਆਉਣ ਵਾਲੇ ਕਿਸੇ ਨੌਜਵਾਨ ਪੀੜ੍ਹੀ ਵਿੱਚ ਜਾਂ ਆਪਸ ਦੇ ਵਿੱਚ ਸਪੇਸ ਪੈ ਜੇ। ਬਿਲਕੁਲ ਪਹਿਲਾਂ ਹੀ ਬਹੁਤ ਜ਼ੋਰ ਲੱਗਿਆ ਪਿਆ ਇਹ ਸਪੇਸ ਪਾਉਣ ਦਾ। ਸਪੇਸ ਤਾਂ ਬਈ ਇੱਕ ਹੋਰ ਗੱਲ ਕੀਤੀ ਸੀ ਨਸੀਬ ਨੇ, ਪਰ ਉਸ ਗੱਲ ਤੇ ਮੈਂ ਬੋਲਣਾ ਨਹੀਂ ਚਾਹੁੰਦਾ। ਉਹਨਾਂ ਨੇ, ਨਸੀਬ ਜੀ ਨੇ ਕਿਹਾ ਸੀਗਾ ਅਸਲ 'ਚ ਜਿਹੜਾ ਮੁੱਦਾ ਚੱਲ ਰਿਹਾ ਉਹਦੇ ਬਾਰੇ ਤਾਂ ਅਸੀਂ ਬੋਲੇ ਨਹੀਂ ਹਜੇ। ਉਹਨਾਂ ਨੇ ਇੰਟਰਵਿਊ 'ਚ ਕਹਿਤਾ ਕਿ ਇਫ ਯੂ ਵੀਅਰ ਟਰਬਨ, ਤੁਸੀਂ ਅਗਰ ਪੱਗ ਬੰਨ੍ਹਦੇ ਹੋ ਤੁਹਾਨੂੰ ਜ਼ਿਆਦਾ ਫੇਮ ਮਿਲੂਗਾ, ਜ਼ਿਆਦਾ ਕੁੜੀਆਂ ਮਿਲਣਗੀਆਂ, ਜ਼ਿਆਦਾ ਚੜ੍ਹਾਈ ਮਿਲੂਗੀ। ਉਹ ਮੈਨੂੰ ਪਤਾ ਹੈ ਕਿ ਉਹ ਬੋਲਣਾ ਨਹੀਂ ਚਾਹੁੰਦਾ ਹੋਊਗਾ, ਇੰਨਾ ਤਾਂ ਚਲੋ ਨਹੀਂ, ਦਿਮਾਗ ਉਹਦਾ ਵੀ ਖਰਾਬ ਸੀਗਾ ਕਿ ਉਹਨੇ ਇਹ ਗੱਲ ਕਹਿ ਦਿੱਤੀ ਕਿ ਪੱਗ ਬੰਨ੍ਹਣ ਨਾਲ ਕੁੜੀਆਂ ਆਉਂਦੀਆਂ ਨੇ ਜ਼ਿਆਦਾ ਤੇ ਤੁਹਾਨੂੰ ਫੇਮ ਮਿਲਦਾ, ਪੈਸਾ ਮਿਲਦਾ। ਉਹ ਤਾਂ ਪੱਕਾ ਹੀ ਗਲਤ ਦਿਖਾਇਆ ਗਿਆ। ਪਰ ਅਸਲ ਮੁੱਦਾ ਇਹੀ ਚੱਲ ਰਿਹਾ ਕਿ ਉਹਨਾਂ ਨੇ ਕਿਵੇਂ ਕਹਿ ਤਾ ਇਹ ਗੱਲ ਨੂੰ ਕਿ ਪੱਗ ਪਾਉਣ ਨਾਲ, ਨਾਲ ਕੁੜੀਆਂ ਜ਼ਿਆਦਾ ਆਉਂਦੀਆਂ, ਫੇਮ ਜ਼ਿਆਦਾ ਆਉਂਦਾ। ਉਹ ਤਾਂ ਬਿਲਕੁਲ ਹੀ ਗਲਤ ਗੱਲ ਹੋ ਜੂਗੀ। ਜੇ ਮੈਂ ਤਮਾਸ਼ਬੀਨ ਨਹੀਂ ਨਾ ਮੈਂ ਹੈਗਾ। ਬਿਲਕੁਲ ਜਿਹੜੀ ਗੱਲ ਮੈਨੂੰ ਲੱਗ ਰਿਹਾ ਕਿ ਯਾਰ ਇਹ ਗੱਲ ਨਹੀਂ ਨਸੀਬ ਨੇ ਕੀਤੀ ਹੋਣੀ। ਚਲੋ ਜਿਹੜੀ ਉਹ ਗੱਲਾਂ ਹੋਈਆਂ ਉਹ ਮੈਨੂੰ ਹਰਟ ਹੋਈਆਂ। ਇਹ ਜਿਹੜੀ ਗੱਲ ਹੈ ਇਹ ਮਿਸਅੰਡਰਸਟੈਂਡਿੰਗ ਆ। ਉਹਨੇ ਇੰਗਲਿਸ਼ 'ਚ ਕਹਿਤੀ ਜੀ, ਇੰਟਰਵਿਊ 'ਚ ਇਹ ਗੱਲ ਪਈ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਫ ਯੂ ਵੀਅਰ ਟਰਬਨ ਯੂ ਵਿਲ ਗੈਟ ਮੋਰ ਗਰਲਸ, ਮੋਰ ਮਨੀ, ਮੋਰ ਪਾਵਰ, ਮੋਰ ਮਨੀ। ਇਹ ਮੈਨੂੰ ਇੱਕ ਵਾਰ ਦੁਬਾਰੇ ਅਰਥ ਸਮਝਾਇਓ। ਇਹਨਾਂ ਨੇ ਨਾ ਭਾਜੀ ਕਿਹਾ ਕਿ ਅਗਰ ਪੱਗ ਮੁੰਡਾ ਬੰਨ੍ਹਦਾ ਨਾ, ਕੋਈ ਮੁੰਡਾ ਪੱਗ ਬੰਨ੍ਹਣ ਲੱਗ ਜਾਂਦਾ, ਉਹਨਾਂ ਨੂੰ ਕੁੜੀਆਂ ਜ਼ਿਆਦਾ ਪਸੰਦ ਕਰਨ ਲੱਗ ਜਾਂਦੀਆਂ, ਪੈਸਾ ਜ਼ਿਆਦਾ ਮਿਲਣ ਲੱਗ ਜਾਂਦਾ, ਫੇਮ ਮਿਲਣ ਲੱਗ ਜਾਂਦਾ। ਤੇ ਅਸਲ 'ਚ ਮੁੱਦਾ ਇਹ ਚੱਲ ਰਿਹਾ ਸੋਸ਼ਲ ਮੀਡੀਆ 'ਤੇ। ਪਰ ਆਪਾਂ ਇਹ ਡਿਸਕਸ ਹੀ ਨਹੀਂ ਕੀਤਾ ਕਿਉਂਕਿ ਮੇਰੀ ਇਹਦੇ ਨਾਲ ਕੰਸਰਨ ਨਹੀਂ, ਕਿਉਂਕਿ ਇਹ ਗੱਲ ਨਸੀਬ ਨਹੀਂ ਕਹਿ ਸਕਦਾ ਜੀ, ਪਰ ਉਹਨੇ ਕਹੀ ਹੈ ਜੀ। ਪਰ ਮੈਨੂੰ ਲੱਗਦਾ ਕਿ ਮੈਂ ਇਸ ਗੱਲ ਤੇ ਨਾ ਛੇੜਾਂ ਜੀ। ਪੱਗ ਦੀ ਜਿਹੜੀ ਕੀਮਤ ਆ ਉਹ ਸਿਰ ਦੇ ਕੇ ਮਿਲੀ ਹੈ ਨਾ। ਤੇ ਮੈਂ ਜਿੰਨੀ ਫਿਰ ਕੈਮਰੇ 'ਚ ਕਹਿ ਦਿੰਦਾ ਕਿ ਜਿੰਨੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਕਰਦਾ ਦੁਨੀਆ 'ਚ ਸ਼ਾਇਦ ਬਰਾਬਰ ਨੇ ਸਾਰੇ ਧਰਮ ਤਾਂ ਵੈਸੇ, ਪਰ ਫਿਰ ਵੀ ਮੇਰਾ ਬੜਾ ਨਤਮਸਤਕ ਆ ਮੈਂ ਇਹਨਾਂ ਮੂਹਰੇ। ਬਿਲਕੁਲ ਕੋਈ ਸ਼ੱਕ ਨਹੀਂ ਵੀਰੇ ਇਸ ਗੱਲ 'ਚ। ਕੋਈ ਵੀ ਪੰਜਾਬੀ ਜਦੋਂ ਪੰਜਾਬ 'ਚੋਂ ਕੋਈ ਗੁਰਸਿੱਖ ਵੀਰ ਜਾਂ ਉਹਨਾਂ ਨੇ ਅੰਮ੍ਰਿਤ ਛਕਿਆ ਹੁੰਦਾ, ਸਾਡੇ ਕੋਲ ਪੇਸ਼ੈਂਟ ਆਉਂਦਾ, ਸਾਡੇ ਲਈ ਵੀ ਮਨ 'ਚ ਆ ਜਾਂਦਾ ਇੱਕ ਵਾਰੀ ਕਿ ਯਾਰ ਸਾਡੇ ਪੰਜਾਬ ਦੇ, ਸਾਡੇ ਗੁਰੂ ਦੇ ਜਿਹੜੇ ਸਪੈਸ਼ਲ ਬੱਚੇ ਨੇ, ਕਿਉਂਕਿ ਨਿਤਨੇਮ ਕਰਨਾ ਹੈ ਨਾ, ਮਤਲਬ ਅਲੱਗ ਹੋ ਦੁਨੀਆ ਤੋਂ। ਤੁਸੀਂ ਹੁਣ ਬਾਣਾ ਪਾਇਆ ਹੋਇਆ, ਤੁਸੀਂ ਅੰਮ੍ਰਿਤ ਛਕਿਆ, ਤੁਸੀਂ 24 ਘੰਟੇ ਸੇਵਾ ਕਰ ਰਹੇ ਹੋ, ਤਾਂ ਓਬਵੀਅਸਲੀ ਤੁਹਾਡੇ ਲਈ ਜ਼ਿਆਦਾ ਇੱਜ਼ਤ ਹੀ ਹੋਏਗੀ, ਜ਼ਿਆਦਾ ਸੌਫਟ ਕਾਰਨਰ ਹੀ ਹੋਏਗਾ। ਅਤੇ ਪੇਸ਼ੈਂਟ 'ਚ ਵੀ ਇੱਦਾਂ ਹੀ ਹੁੰਦਾ। ਪਰ ਫਿਰ ਵੀ ਉਸ ਗੱਲ ਨੂੰ ਮੈਂ ਨਹੀਂ ਛੱਡਣਾ ਚਾਹੁੰਦਾ। ਨਹੀਂ ਵੈਸੇ ਬਿਲਕੁਲ ਇਹ ਗੱਲ ਦੇਖੋ, ਟਰਬਨ ਆ ਜਿਹੜੀ ਦਸਤਾਰਾਂ 'ਚ ਬਹੁਤ ਫਰਕ ਹੁੰਦਾ। ਤੁਸੀਂ ਨੋਟ ਕਰਿਓ, ਅੱਜ ਆਪਾਂ ਕਹਿੰਦੇ ਜੀ ਸਾਡੇ ਲੜਾਈ ਹੋ ਗਈ ਤੇ ਸਾਡੀ ਦਸਤਾਰ ਲਾਤੀ ਫਲਾਣੇ ਨੇ। ਬਿਲਕੁਲ ਤੁਸੀਂ ਬਹੁਤ ਇਹ ਗੱਲ ਸੁਣੀ ਹੋਣੀ, ਬਹੁਤ ਸੁਣੀ ਹੈ ਜੀ। ਅਸਲ 'ਚ ਦਸਤਾਰ ਆਪਣੇ ਹੁਣ ਮੇਰੇ ਸਿਰ ਤੇ ਇਹਨੂੰ ਦਮਾਲਾ ਕਹਿੰਦੇ ਨੇ, ਦਸਤਾਰ ਆ ਜੀ ਜੋ ਮੇਰੇ ਸਿਰ ਤੇ ਇਸ ਟਾਈਮ ਜੀ। ਇਹਦੇ ਵਿੱਚ ਤੁਸੀਂ ਕਦੇ ਟੱਚ ਕਰਕੇ ਦੇਖਿਆ, ਦਸਤਾਰ ਸਜੀ ਨਾ ਪੁੰਗਾ ਲੱਗਿਆ ਹੋਇਆ, ਠੀਕ ਹੈ ਜੀ। ਤੇ ਆਹ ਦਸਤਾਰ ਇਹ ਕੋਈ ਆਈ ਨਹੀਂ ਹੈਗਾ ਹੁਣ ਮੈਨੂੰ ਇੱਥੇ ਝਾੜਕਾ ਵੱਜ ਗਿਆ ਤੇ ਮੇਰੀ ਦਸਤਾਰ। ਕਹਿੰਦੇ ਇਸ ਤਰ੍ਹਾਂ ਦੀ ਪੱਗ ਬੰਨੋ ਵੀ ਧੌਣ ਲੈ ਜੇ, ਪੱਗ ਨਾ ਲਵੇ। ਅੱਛਾ ਜੀ, ਪੱਗ ਐਂ ਬੰਨੋ ਜੀ। ਅੱਜ ਕੱਲ੍ਹ ਕਹਿੰਦੇ ਸਾਡੀਆਂ ਪੱਗਾਂ ਲਈਆਂ ਨਾ ਤੁਸੀਂ ਕਰਦੇ ਹੋ। ਮੈਨੂੰ ਬਹੁਤ ਬੁਰੀ ਆ ਕੇ ਜਿਸ ਫਲਾਣੇ ਨੇ ਸਾਡੀ ਪੱਗ ਲਾਤੀ, ਮੈਂ ਕਿਹਾ ਤੂੰ ਕੀ ਕਰਦਾ ਸੀ ਮੂਹਰੋਂ ਵੀ ਤੂੰ ਪੱਗ ਬੰਨੀ ਬੈਠਾ ਵਾ, ਤੇ ਪੱਗ ਦੀ ਮਹਾਨਤਾ ਤੇ ਪੱਗਾਂ ਵਾਲੇ ਪੱਗਾਂ ਲਵਾ ਕੇ ਦੂਜੇ ਕੋਲੇ ਜਾਂਦੇ ਹੁੰਦੇ ਆ ਵੀ ਤੂੰ ਦੂਜੇ ਨੂੰ ਡੀਕਦਾ, ਮੈਂ ਤੇਰੇ 'ਚ ਜਾਣ ਹੈ ਨਹੀਂ। ਬਿਲਕੁਲ ਵੀ ਜੇ ਤੇਰੀ ਪੱਗ ਨੂੰ ਕਿਸੇ ਨੇ ਹੱਥ ਪਾਇਆ। ਦੂਜੀ ਬਈ ਸਹੀ ਪੱਗ ਤੁਸੀਂ ਜੇ ਦਸਤਾਰ ਦੇਖੋਗੇ ਤਾਂ ਇਹ ਦਸਤਾਰਾਂ ਸਹੀ ਆ, ਕਿਉਂ ਕਰਕੇ ਇਹ ਦਸਤਾਰਾਂ ਲੈਂਦੀਆਂ ਨਹੀਂ। ਇਹ ਲੌਜਿਕ ਹੈ ਇਹਦੇ ਵਿੱਚ। ਇਹਦੇ ਸਿਰ ਦੇ ਉੱਪਰ ਇਸ ਤਰ੍ਹਾਂ ਦਾ ਮੁੰਗਾ ਲੱਗ ਜਾਂਦਾ, ਕੱਪੜਾ ਹੀ ਹੁੰਦਾ, ਕੋਈ ਖਾਸ ਕਹਾਣੀ ਨਹੀਂ ਹੁੰਦੀ ਉਹ ਕੱਪੜਾ। ਪਰ ਇਹਦੇ ਹੁਣ ਬੇਸ ਇਹਦੇ ਵਿੱਚ ਭਾਵੇਂ ਲੋਹੇ ਦੀ ਚੀਜ਼ ਵੱਜੇ, ਭਾਵੇਂ ਮੈਂ ਕਿਤੇ ਡਿੱਗ ਪਾਂ, ਮੇਰੇ ਬੰਦਾ ਸਭ ਤੋਂ ਵੱਧ ਜਾਂਦਾ ਸਿਰ ਤੋਂ ਮਰਦਾ ਜੀ। ਤੁਸੀਂ ਨੋਟ ਕੀਤੀ ਹੋਣੀ, ਸਿਰ ਤੋਂ ਸਭ ਤੋਂ ਵੱਧ ਆਪਣੀ ਸੱਟ ਹੈ ਨਾ ਜੀ। ਤੇ ਇਹ ਦਸਤਾਰ ਨਾ ਤਾਂ ਲੈਣੀ ਹੈ, ਨਾ ਹੀ ਤੁਹਾਡੇ ਸਿਰ ਦੇ ਵਿੱਚ ਛੇਤੀ ਸੱਟ ਵੱਜਣੀ ਜੀ। ਅੱਜ ਕੱਲ੍ਹ ਦਸਤਾਰਾਂ ਵੀ ਇਸ ਤਰ੍ਹਾਂ ਵਾ, ਟੋਪੀਆਂ ਵਰਗੀਆਂ ਦਸਤਾਰਾਂ ਹੋ ਗਈਆਂ।
ਤੇ ਉਹ ਮਾੜੇ ਜਿਹੇ ਹੱਥ ਨਾਲ ਤੁਸੀਂ ਐਂ ਜੇ ਕਰ ਦੋ ਤੇ ਲੈ ਜਾਂਦੀਆਂ। ਬਈ ਇਹ ਵੀ ਸੁਣਨ ਚ ਮਿਲਦਾ ਕਈ ਵਾਰੀ ਕਿ ਜਦੋਂ ਕਿਸੇ ਮਤਲਬ ਜਿਹਨੇ ਕੇਸ ਨਹੀਂ ਰੱਖੇ ਉਹਦੀ ਲੜਾਈ ਹੋ ਗਈ ਤੇ ਸਰਦਾਰ ਬੰਦੀ ਲੜਾਈ ਹੋ ਗਈ ਤੇ ਹੁਣ ਲੜਾਈ ਲੜ ਪਏ, ਦੋਨੋਂ ਇੱਕ ਦੂਜੇ ਨੂੰ ਕੁੱਟ ਰਹੇ ਨੇ ਤੇ ਕਿਸੇ ਦੀ ਪੱਗ ਉਤਰ ਗਈ ਤਾਂ ਉਹ ਇਸ਼ੂ ਚੱਕ ਲੈਂਦੇ ਨੇ ਕਿ ਸਾਡੀ ਬੇਅਦਬੀ ਕਰਤੀ। ਉਹਦੇ ਬਾਰੇ ਕੀ ਦੱਸੋ ਪਾਗਲ, ਉਹ ਮੈਂ ਤਾਂ ਅੱਗੇ ਗੱਲ ਕਹਿਣਾ ਮੇਰੇ ਨਾਲ ਬਾਈ ਬਹੁਤ ਫੇਸ ਕਰਦੇ ਆ ਹਸਪੀਟਲਾਂ ਦੇ ਵਿੱਚ, ਕਿਉਂਕਿ ਲੜਾਈ ਝਗੜੇ ਵਾਲੇ ਆਉਂਦੇ ਆ ਉੱਥੇ ਤੇ ਉਹ ਬਣ ਦੇ ਕੇ ਮੈਂ ਕਿਹਾ ਹੁਣ ਜਾ ਕੇ ਵੀ ਅਸੀਂ ਉਹਨਾਂ ਦੇ ਦੀਵਾਰ ਕਰਕੇ ਹੀ ਕਹਿੰਦੇ ਆ ਵੀ ਅਸੀਂ ਆਪਣਾ ਮਿਸ਼ਨ ਛੱਡ ਕੇ ਤੇ ਤੁਹਾਡੇ ਘਰੇਲੂ ਕਲੇਸ਼ ਵਿੱਚ ਪੈ ਜਾਈਏ। ਕਈ ਵਾਰੀ ਬਈ ਮੋਨੇ ਬੰਦੇ ਦੀ ਇੰਟੈਂਸ਼ਨ ਨਹੀਂ ਵੀ ਹੁੰਦੀ ਲੜਾਈ ਦੇ ਵਿੱਚ, ਨਹੀਂ ਹੁੰਦੀ ਬਈ ਆਲਰੇਡੀ, ਬਿਲਕੁਲ, ਪਰ ਉਹ ਕਈ ਵਾਰ ਹੱਥੋਂ ਪਾਈ ਦੇ ਵਿੱਚ ਪੱਗ ਵੈਸੇ ਹੀ ਉਤਰ ਜਾਂਦੀ ਹੈ, ਬਿਲਕੁਲ। ਤਾਂ ਫਿਰ ਉਹਦੇ ਤੇ ਪਰਚਾ, ਉਹਦੇ ਤੇ ਧਰਨੇ ਕਿ ਹਾਂ ਵੀ ਇਹਨੇ ਜਾਣ ਕੇ ਲਾਤੀ, ਬੇਅਦਬੀ ਕਰਤੀ। ਉਹਨਾਂ ਲੋਕਾਂ ਬਾਰੇ ਫਿਰ ਕੀ ਕਹਿਣਾ? ਮੈਂ ਉਹੀ ਬਈ ਉਹਨਾਂ ਦੀ ਗੱਲ ਕਰ ਰਿਹਾ ਨਾ। ਪਹਿਲੀ ਗੱਲ ਤਾਂ ਵੀ ਦਸਤਾਰ ਤੁਸੀਂ ਸਜਾਈ ਆ ਤਾਂ ਤੁਹਾਡੀ ਰਿਸਪੌਂਸਿਬਿਲਟੀ ਹੈ, ਨਹੀਂ ਵੀ ਮੇਰੀ ਫਲਾਨੀ ਨੇ ਲਾਤੀ ਉਹ ਤੇ ਉਹਦੇ ਨਾਲ ਤੇਰੀ ਕੋਈ ਹੈਗੀ ਆ ਲਾਗ ਡਾਟ ਤਾਂ ਤੂੰ ਨਿਬੜਨਾ, ਉਹਨੂੰ ਪੰਥ ਵਿੱਚ ਜਾਂ ਸਮਾਜ 'ਚ ਨਾ ਵਾੜ। ਮਤਲਬ ਇਹ ਨਾ ਕਹੋ ਕਿ ਉਹਨੇ ਪੱਗ ਦੀ ਬੇਅਦਬੀ ਤੂੰ ਜਾ ਕੇ ਕਿਸੇ ਹੋਰ ਨੂੰ ਉਸ ਚੀਜ਼ ਨਾਲ ਵਰ ਤੇਰਾ ਹੁਣ ਕ੍ਰੇਜ਼ ਹੁੰਦਾ। ਕਈ ਵਾਰੀ ਤੁਸੀਂ ਕਿਸੇ ਦੇ ਪਿੱਛੇ ਚਲੇ ਜਾਓ, ਮੰਨ ਲਓ ਵੀ ਤੇਰੀ ਦਸਤਾਰ ਲਾਤੀ, ਤੁਸੀਂ ਜਾ ਕੇ ਸਟੈਂਡ ਲੈ ਜਾਣਾ ਤੇ ਉਹ ਬੰਦੇ ਨੇ ਬਾਅਦ 'ਚ ਜਾ ਕੇ ਸਮਝੌਤਾ ਕਰ ਲੈਣਾ। ਕੀ ਕਰੋਗੇ ਉੱਥੇ ਜਾ ਕੇ? ਪਰ ਬਾਈ ਜੇ ਕਿਸੇ ਦੀ ਪੱਗ ਲਾਈ ਤੇ ਉਹਦੇ ਗੱਲ ਦਿਲ ਤੇ ਲੱਗ ਗਈ ਕਿ ਤੂੰ ਮੇਰੀ ਪੱਗ ਲਾਈ ਹੈ ਤੇ ਇਸ ਪਿੱਛੇ ਕਤਲ ਬਾਈ ਮਾਰਤਾ, ਲੋਕ ਇੱਕ ਦੂਜਿਆਂ ਨੂੰ ਕਤਲ ਕਰਤਾ ਇੰਨੀਆਂ ਗੱਲਾਂ ਵਿੱਚ। ਫਿਰ ਉਹ ਗਲਤ ਹੋਇਆ ਕਿ ਬਾਈ? ਤੇ ਬਾਈ ਪੂਰਾ ਹੀ ਗਲਤ ਹੋਇਆ। ਪਹਿਲੀ ਗੱਲ ਤਾਂ ਤੁਸੀਂ ਦਸਤਾਰ ਹੀ ਉਹ ਸਜਾਈ ਬੈਠੇ ਆ, ਪਹਿਲਾਂ ਆਪਦੀ ਦਸਤਾਰ ਦੇਖੋ ਕੌਣ ਆ ਤੁਹਾਡੀ ਦਸਤਾਰ, ਉਹ ਦਸਤਾਰ ਸਜਾਓ, ਫਿਰ ਦੱਸਿਓ ਵੀ ਲੈਂਦੀ ਹੈ ਕਿ ਨਹੀਂ ਲੈਂਦੀ। ਫਿਰ ਲੜ ਲਿਓ, ਘੁਲ ਲਿਓ ਇੱਕ ਦੂਜੇ ਨਾਲ, ਭਾਵੇਂ ਭਲਵਾਨੀ ਕਰ ਲਿਓ, ਫਿਰ ਦੱਸਿਓ ਵੀ ਤੁਹਾਡੀ ਦਸਤਾਰ, ਪਹਿਲਾਂ ਦਸਤਾਰ ਉਹ ਸਜਾਓ ਤਾਂ ਸਹੀ। ਦਸਤਾਰ ਦਾ ਮੁੱਦਾ ਬਹੁਤ ਬਣਦਾ ਜੀ। ਮੈਂ ਦਿਲੋਂ ਚਾਹੁੰਦਾ ਭਾਜੀ ਸਮਾਜ ਦੇ ਵਿੱਚ ਨਾ ਇਹ ਚੀਜ਼ਾਂ ਸਾਰੀਆਂ ਖਤਮ ਹੋਣ, ਇਹ ਜ਼ਰੂਰੀ ਹੈ, ਸਾਰੇ ਇੱਕ ਧਰਮ ਦੇ ਬੈਨਰ ਹੇਠ ਆਣ। ਇੱਥੇ ਕੋਈ ਕਹਿੰਦਾ ਜੀ ਅਸੀਂ ਘੈਂਟ ਆ, ਹਾਂਜੀ, ਤੇ ਕੋਈ ਕਹਿੰਦਾ ਅਸੀਂ ਘੈਂਟ ਆ। ਮੈਂ ਜ਼ਿੰਦਗੀ ਦੇ ਵਿੱਚ ਇਕੱਲਾ ਇਨਸਾਨ ਆ ਬਾਈ, ਘੈਂਟ ਨੇ ਇਨਸਾਨੀਅਤ ਜੀ। ਜੇ ਕੋਈ ਬੰਦਾ ਇਨਸਾਨੀਅਤ ਦੀ ਗੱਲ ਕਰ ਰਿਹਾ ਉਹ ਕਿਸੇ ਵੀ ਰੂਪ ਦੇ ਵਿੱਚ ਹੈ, ਮੇਰੇ ਲਈ ਉਹ ਰੱਬ ਦਾ ਰੂਪ ਹੈ। ਔਰ ਜੇ ਕੋਈ ਬੰਦਾ ਪਾੜ ਦੀ ਗੱਲ ਕਰ ਰਿਹਾ ਉਹ ਫਿਰ ਭਾਵੇਂ ਜਿੰਨੇ ਮਰਜ਼ੀ ਸਾਫ਼ ਰੂਪ ਦੇ ਵਿੱਚ ਹੈ, ਜਿੰਨਾ ਮਰਜ਼ੀ ਪਰਮਾਤਮਾ ਦੇ ਨੇੜੇ ਰੂਪ 'ਚ ਹੈ, ਮੇਰੇ ਲਈ ਉਹ ਇਨਸਾਨ ਵੀ ਹੈ ਨਹੀਂ। ਇਹੀ ਹੋਣਾ ਚਾਹੀਦਾ। ਸੱਚਾਈ ਆ ਬਾਈ ਜੀ। ਫਿਰ ਗੱਲ ਤਾਂ ਉਹ ਆਪਾਂ ਪਹਿਲਾਂ ਵੀ ਗੁਰੂ ਸਾਹਿਬ ਦੀ ਗੱਲ ਤੇ ਮਹਾਰਾਜ ਕਹਿੰਦੇ ਆ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇੱਕ ਓੰਕਾਰ ਆ, ਇੱਕ ਦੀ ਜੋਤ ਆ ਸਾਰਿਆਂ ਦੇ ਅੰਦਰ, ਇੱਕ ਤੋਂ ਹੀ ਸਾਰੇ ਆਪਾਂ ਪਸਰੇ ਹੋਏ ਆ, ਇੱਕੋ ਹੀ ਆ, ਧੁਰਾ ਵੀ ਇੱਕੋ ਹੀ ਆ। ਅੱਜ ਉਹ ਇੱਕ ਓੰਕਾਰ ਨੂੰ ਛੱਡ ਕੇ ਸਾਰੇ ਆਪਦੇ ਧੜਿਆਂ ਪਿੱਛੇ ਲੜੀ ਜਾਂਦੇ ਆ ਵੀ ਤੁਸੀਂ ਇੱਕ ਦੇ ਦਰ ਤੇ ਆਓ। ਕਿਤੇ ਵੀ ਤੁਸੀਂ ਆਪਾਂ ਉਹਦੇ ਵੀ ਗੱਲ ਕੀਤੀ ਸੀਗੀ ਧਰਮਾਂ ਦਾ ਬਾਈ, ਤੇ ਇਹ ਨਾ ਮੁੱਦੇ ਹੀ ਹੈ ਨਹੀਂ ਆਪਣੇ, ਬਿਲਕੁਲ। ਇਹ ਜਿਹੜੇ ਮੁੱਦੇ ਬਣਾ ਤੇ ਆਪਾਂ ਲੜੀ ਜਾਂਦੇ ਆ, ਡੂੰਗੀ ਗੱਲ ਹੈ। ਤੇ ਉਹ ਅਸਲ ਦੇ ਵਿੱਚ ਆਪਣੇ ਨਾ ਤਾਂ ਪੰਜਾਬ ਦਾ, ਨਾ ਹੀ ਆਪਣੇ ਦੇਸ਼ ਦਾ ਧਰਮ, ਆਪਣੇ ਦੇਸ਼ ਦਾ ਮੁੱਦਾ ਨਹੀਂ। ਇਹ ਮੁੱਦੇ ਹੀ ਨਹੀਂ ਜਿਹੜੇ ਡਿਸਕਸ ਹੋ ਰਹੇ ਨੇ। ਆਪਣੇ ਮੁੱਦੇ ਅਸਲ ਦੇ ਵਿੱਚ ਹੈਗੇ ਨੇ ਬੇਰੁਜ਼ਗਾਰੀ, ਆਪਣੇ ਮੁੱਦੇ ਹੈਗੇ ਨੇ ਜਿਵੇਂ ਲੋਕ ਇਨਸਾਨੀਅਤ ਦਾ ਸ਼ਰਮਸ਼ਾਰ ਹੋ ਰਹੀ ਆ, ਦਿਨ ਦਿਹਾੜੇ ਵਾਰਦਾਤਾਂ ਹੋ ਰਹੀਆਂ ਨੇ, ਇਹ ਮੁੱਦੇ ਨੇ, ਠੀਕ ਆ ਜੀ। ਤੇ ਜਿਹੜੇ ਪਰਿਵਾਰਾਂ ਦੇ ਇਲਾਜ ਨਹੀਂ ਹੋ ਰਹੇ, ਕਿਸੇ ਦੇ ਘਰ ਕੋਈ ਪੜ੍ਹਾਈ ਪੱਖੋਂ, ਅੱਗੇ ਵੀ ਅਸੀਂ ਗੱਲ ਕੀਤੀ ਸੀ, ਸਾਨੂੰ ਇਹ ਸੀ ਵੀ ਇਸ ਤਰ੍ਹਾਂ ਦੇ ਗੁਰੂ ਘਰਾਂ ਦੇ ਵਿੱਚ, ਗੁਰੂ ਘਰਾਂ ਦਾ ਮਤਲਬ ਇਹ ਸੀ ਵੀ ਜਿਹੜੀਆਂ ਗੁਰੂ ਘਰ ਦੀਆਂ ਗੋਲਕਾਂ ਨੇ ਅਸਲ ਦੇ ਵਿੱਚ ਉਹ ਸੰਗਤ ਮੱਥਾ ਟੇਕਦੇ, ਸੰਗਤ ਵਾਸਤੇ ਹੀ ਨੇ ਉਹ। ਸਾਨੂੰ ਤਾਂ ਹੀ ਗੁਰੂ ਘਰਾਂ, ਅਸੀਂ ਤਾਂ ਹੀ ਹੁਣ ਤੁਸੀਂ ਕਦੇ ਜ਼ਰੂਰ ਆਇਓ ਆਪਣੇ ਪਿੰਡ ਵੀ ਨਾ, ਉਦੋਂ ਆਪਾਂ ਆਏ ਸੀ ਪਰ ਆਪਾਂ ਉੱਥੇ ਆਏ ਨਹੀਂ। ਆਪਾਂ ਨਾ ਤਾਂ ਹੁਣ ਆਪਾਂ ਕੋਈ ਡੇਰਾ, ਨਾ ਹੀ ਆਪਾਂ ਸਥਾਨ ਤੇ, ਆਪਾਂ ਆਪਣੇ ਘਰ ਦੇ ਵਿੱਚ ਜੋ ਗੁਰੂ ਸਾਹਿਬ ਨੇ ਜਿੰਨਾ ਆਪਾਂ ਨੂੰ ਬਖਸ਼ਿਆ ਨਾ ਜੀ। ਗੁਰੂ ਘਰਾਂ ਦੇ ਵਿੱਚ ਅਸਲ 'ਚ ਗੋਲਕਾਂ ਦਾ ਮਤਲਬ ਹੀ ਇਹ ਹੈ ਵੀ ਜਿਹਦੀ ਇਲਾਜ ਦੀ ਲੋੜ ਆ ਉਹਦਾ ਇਲਾਜ ਕਰਵਾਇਆ ਜਾਵੇ, ਜਿਹੜਾ ਪੜ੍ਹਨਾ ਚਾਹੁੰਦਾ ਉਹਨੂੰ ਪੜ੍ਹਾਇਆ ਜਾਵੇ। ਮੇਰਾ ਤਾਂ ਕਈ ਵਾਰ ਮਨ ਕਰਦਾ ਬਾਈ ਕਿ ਇੱਕ ਰੂਲ ਬਣਨਾ ਚਾਹੀਦਾ ਕਿ ਦੁਨੀਆ ਦੇ ਵਿੱਚ ਜਿੰਨੀ ਵੀ ਰਿਲੀਜੀਅਸ ਪਲੇਸਾਂ ਨੇ, ਭਾਵੇਂ ਗੁਰੂ ਘਰ ਨੇ, ਭਾਵੇਂ ਮੰਦਿਰ ਹੈ, ਭਾਵੇਂ ਮਸਜਿਦ ਹੈ, ਉਹਦੇ ਨਾਲ ਇੱਕ ਹੌਸਪੀਟਲ ਮੈਂਡੇਟਰੀ ਕਰ ਦੇਣ ਕਿ ਹੌਸਪੀਟਲ ਹੀ ਨਾਲ ਚਲਾਉਣਾ ਪੈਣਾ, ਤਾਂ ਹੀ ਪਰਮਿਸ਼ਨ ਮਿਲੂਗੀ ਨਾ, ਜਾਂ ਤਾਂ ਹੀ ਉਹ ਚੀਜ਼ ਚੱਲੇਗੀ। ਇਹ ਜੀ ਬੜਾ ਜ਼ਰੂਰੀ ਹੈ। ਹੁਣ ਮਹਾਰਾਜ ਦੇ ਇਤਿਹਾਸ ਨਾਲ ਅੱਜ ਕੱਲ੍ਹ ਆਪਾਂ ਇਤਿਹਾਸ ਨਹੀਂ ਪੜ੍ਹਦੇ ਗੇ। ਸ਼੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦਾ ਵੇਲਾ ਤੁਸੀਂ ਸਿੱਖ ਇਤਿਹਾਸ ਵਿੱਚ ਯਾਦ ਕਰਿਓ। ਗੁਰੂ ਸਾਹਿਬਾਨ ਵੇਲੇ ਮਹਾਰਾਜ ਦੇ ਇਹ ਨਾ ਇਨ ਖੋਲ੍ਹੇ ਹੁੰਦੇ ਸੀ ਦਵਾਖਾਨੇ, ਪਿੰਡ। ਅੱਛਾ ਜੀ। ਤੇ ਐਡਾ ਵੱਡਾ ਦਵਾਖਾਨਾ ਹੁੰਦਾ ਸੀ ਵੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ, ਜਿਵੇਂ ਉਸ ਵੇਲੇ ਸ਼ਹਿਨਸ਼ਾਹ ਸ਼ਾਹਜਹਾਨ ਹੁੰਦਾ ਸੀ ਜੀ, ਉਹਦੇ ਪੁੱਤਰ ਸੀ ਔਰੰਗਜ਼ੇਬ ਵੀ ਉਹਦਾ ਹੀ ਮੁੰਡਾ ਸੀ। ਇੱਕ ਉਹਦਾ 3 ਪੁੱਤਰ ਸੀ ਸ਼ਾਇਦ ਉਹਦੇ, ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਨਾ, ਸ਼ਾਇਦ ਉਹਨਾਂ ਦੇ ਵੱਡਾ ਪੁੱਤਰ ਸੀ ਦਾਰਾ ਜੀ। ਤੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਉਸ ਟਾਈਮ ਦੇ ਵਿੱਚ ਜੀ, ਤੇ ਉਹਦੇ ਵਾਸਤੇ ਜੋ ਮੈਡੀਸਨ ਚਾਹੀਦੀ ਸੀ, ਜੋ ਦਵਾਈ ਚਾਹੀਦੀ ਸੀ, ਤਾਂ ਉਹਨਾਂ ਨੇ, ਦੇਸ਼ ਦਾ ਬਾਦਸ਼ਾਹ ਸੀ, ਉਹਨੇ ਸਾਰੇ ਦੇਸ਼ਾਂ ਨਾਲ ਸੰਪਰਕ ਕੀਤਾ ਜੀ। ਉਹਨੂੰ ਕਿਤੋਂ ਨਹੀਂ ਮਿਲੀ ਸੀ, ਤੇ ਉਹਨੂੰ ਮਿਲਿਆ ਕਿੱਥੋਂ ਸੀ? ਉਹ ਜਾ ਕੇ ਸ਼੍ਰੀ ਗੁਰੂ ਹਰਿਰਾਏ ਪਾਤਸ਼ਾਹ ਜੀ ਦੇ ਦਰਬਾਰ 'ਚ, ਮਹਾਰਾਜ ਦੇ ਦਵਾਖਾਨੇ ਦੇ ਵਿੱਚ। ਵੀ ਗੁਰੂ ਸਾਹਿਬ ਨੇ ਦਵਾਖਾਨੇ ਆਪਾਂ ਨੂੰ ਦਿੱਤੇ ਸੀ ਵੀ ਹਰੇਕ ਗੁਰੂ ਘਰ ਦੇ ਵਿੱਚ ਪੱਕਾ ਹੀ ਹੋਵੇ ਦਵਾਖਾਨਾ, ਬਿਲਕੁਲ ਠੀਕ ਆ। ਜਿਹੜਾ ਪੜ੍ਹਨ ਵਾਲਾ, ਵੱਡੇ ਜਿਹੜੇ ਗੁਰੂ ਘਰ ਨੇ, ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀ ਜਾਇਦਾਦ ਗੁਰੂ ਘਰਾਂ ਦੇ ਨਾਮ ਕੀਤੀ ਆ। 200 ਕਿੱਲੇ, 250 ਕਿੱਲੇ, ਕਈ 100 ਕਿੱਲੇ ਗੁਰੂ ਘਰਾਂ ਦੇ ਨਾਲ ਨੇ। ਤੇ ਜੇ ਆਪਾਂ ਆਪ ਹੀ ਚਾਹੀਏ, ਆਪਾਂ ਪੰਜਾਬ ਸਰਕਾਰ ਨੂੰ ਤਾਂ ਬਾਅਦ 'ਚ ਦੇਖੀਏ, ਜੇ ਆਪਾਂ ਚਾਹੀਏ ਤਾਂ ਬਹੁਤ ਡੂੰਗੀ ਗੱਲ, ਜੇ ਬਾਈ ਚਾਹੁਣ, ਆਪਾਂ ਆਪ ਹੀ ਚਾਹੀਏ, ਆਪਣੀ ਸੰਸਥਾਵਾਂ ਹੀ ਚਾਹੁਣ ਨਾ, ਇਕੱਲੀਆਂ ਸਿੱਧੀਆਂ ਹੋ ਕੇ ਤੁਰ ਪੈਣ, ਆਪਦੇ ਭੇਦਭਾਵ ਛੱਡ ਕੇ
ਤੁਰ ਕੇ ਦੇਖਣ ਇੱਕ ਵਾਰ। ਮੈਨੂੰ ਸੁਣਨ 'ਚ ਇੰਨਾ ਵਧੀਆ ਲੱਗ ਰਿਹਾ ਨਾ ਇਹ ਹਾਂਜੀ ਕਿ ਜੇ ਕਿਤੇ ਹੋ ਜਾਵੇ ਜੀ, ਕਿ ਸਾਰੇ ਧਰਮਾਂ ਦੇ ਜਿਹੜੇ ਹੈੱਡ ਨੇ, ਭਾਵੇਂ ਉਹ ਗ੍ਰੰਥੀ ਸਿੰਘ ਨੇ, ਭਾਵੇਂ ਉਹ ਪੰਡਿਤ ਜੀ ਨੇ, ਭਾਵੇਂ ਪੁਜਾਰੀ ਜੀ ਨੇ, ਸਾਰੇ ਇਕੱਠੇ ਹੋ ਕੇ ਬਹਿ ਜਾਣ, ਚਲੋ ਰਲ ਕੇ ਬਈ ਬਸ ਸਮਾਜ ਹੀ ਸੁਧਾਰਨਾ, ਵੀ ਆਪਾਂ ਬਸ ਉਹੀ ਕੰਮ ਕਰਨਾ ਵੀ ਜਿੱਥੇ ਸਮਾਜ ਨੂੰ ਲੋੜ ਆ। ਮੈਂ ਉਹ ਮੈਨੀਫੈਸਟ ਕਰਨ ਲੱਗ ਗਿਆ, ਸੋਚਣ ਲੱਗ ਗਿਆ ਕਿ ਸਾਰੇ ਇਕੱਠੇ ਹੋ ਗਏ ਹਨਾ ਦੁਨੀਆ 'ਚ, ਤੇ ਕਿੰਨਾ ਪੈਸਾ ਆਰਮੀਆਂ 'ਚ ਖਰਾਬ ਕਰ ਰਹੇ ਨੇ ਨਾ ਲੜਨ ਦੇ ਚੱਕਰ 'ਚ, ਕਿ ਉਹ ਨਾ ਲੜ ਪਵੇ ਮੈਂ ਐਟਮ ਬੰਬ ਤਿਆਰ ਰੱਖਾਂ, ਉਹ ਕਹਿੰਦਾ ਤੂੰ ਨਾ ਲੜ ਪਵੇ ਮੈਂ ਬੰਦੂਕਾਂ ਤਿਆਰ ਰੱਖਾਂ, ਲੜ ਕੇ ਜਾਣਾ ਕਿੱਥੇ ਹਨਾ। ਪਰ ਚਲੋ ਮੈਨੂੰ ਬੜਾ ਵਧੀਆ ਲੱਗਿਆ ਤੁਹਾਡਾ। ਬਈ ਆਪਾਂ ਗੱਲ ਕਰ ਸੇਫਟੀ ਬਹੁਤ ਜ਼ਰੂਰੀ, ਚਲੋ ਉਹ ਆਪਣਾ ਵਿਸ਼ਾ ਹੈਗਾ। ਜੇ ਆਪਣੇ ਸਾਰੇ ਇਸ ਤਰ੍ਹਾਂ ਦੇ ਸੋਚਣ, ਆਪਾਂ ਗੱਲ ਕਰ ਰਹੇ ਸੀ ਤਾਂ ਤੁਸੀਂ ਸੋਚੋ ਪੰਜਾਬ ਦਾ ਨਕਸ਼ਾ ਕਿਹੋ ਜਿਹਾ ਬਣ ਜੂ। ਵਾਰਦਾਤੀ ਕਿਸੇ ਨੂੰ ਤੁਹਾਨੂੰ ਲੋੜ ਹੀ ਨਹੀਂ ਪੈਣੀ ਗੀ, ਪਰ ਉਹਦੇ ਲਈ ਤੁਰਨਾ ਜ਼ਰੂਰੀ ਆ, ਉਹ ਆਪਾਂ ਤੁਰਨਾ ਨਹੀਂ। ਉਹ ਤਾਂ ਆਪਾਂ ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਆਪਣੀ ਦਿਲੋਂ ਰੀਝ ਆ, ਪਰ ਜੇ ਆਪਾਂ ਕਵਾਂਗੇ ਵੀ ਤੁਰੋ ਇੱਧਰ ਨੂੰ ਤਾਂ ਸਾਰਿਆਂ ਨੇ ਕੋਈ ਨਾ ਕੋਈ ਇਸ਼ੂ ਖੜਾ ਕਰ ਲੈਣਾ। ਹੁਣ ਜਿਵੇਂ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਦੇ ਸੀ ਵੀ ਕੋਈ ਹੈ ਤਾਂ ਘਰੇਲੂ ਇਸ਼ੂ ਹੀ ਆ, ਬਿਲਕੁਲ ਪਰ ਉਹ ਘਰੇਲੂ ਇਸ਼ੂ ਅੱਜ ਸਮਾਜ ਦੇ ਵਿੱਚ ਆ ਗਿਆ, ਕਿਉਂ ਕਰਕੇ ਆਪਣੀ ਜਦੋਂ ਆਪਾਂ ਇਸ ਸਟੇਜ ਤੇ ਬੈਠੇ ਆ, ਮਾਈਕ ਆ, ਕੋਈ ਇੰਟਰਵਿਊ ਹੋ ਰਹੀ ਆ, ਤਾਂ ਇੱਕ ਜ਼ਿੰਮੇਵਾਰੀ ਆ। ਮੈਂ ਉਹੀ ਕਹਿ ਰਿਹਾ ਬਈ, ਸਿੱਧੂ ਜਦੋਂ ਜਿੰਦਾ ਸੀ ਨਾ, ਹੋ ਸਕਦਾ ਉਹਦੇ ਬੜੇ ਨਾਲ ਰੌਲੇ ਸੀ, ਸਿੱਧੂ ਬੜੀ ਜਗ੍ਹਾ ਗਲਤ ਵੀ ਹੋਏਗਾ, ਜੀ ਉਹਨੇ ਨਸੀਬ ਨਾਲ ਗਲਤ ਕੀਤਾ ਹੋਏਗਾ ਕਿ ਨਹੀਂ ਕੀਤਾ ਹੋਏਗਾ, ਪਰ ਅੱਜ ਸਮਾਂ ਨਹੀਂ ਆ ਆਪਾਂ ਨੂੰ ਉਹਦੇ ਬਾਰੇ ਬੋਲਣ ਬਾਰੇ, ਚਲਾ ਗਿਆ ਬਿਲਕੁਲ ਹਨਾ। ਜਿਵੇਂ ਦਾ ਵੀ ਸੀ ਉਸ ਨਸੀਬ ਨੇ ਗਾਣਾ ਕੀਤਾ ਉਹਦੇ ਨਾਲ, ਜੀ। ਜਾਂ ਆਪਾਂ ਬੰਦੇ ਨੂੰ ਪਹਿਲਾਂ ਪਰਖ ਲਈਏ ਭਾਜੀ, ਹੁਣ ਮੈਂ ਤੁਹਾਡੇ ਨਾਲ ਵਰਤ ਲਈ ਪਹਿਲਾਂ 6 ਮਹੀਨੇ ਚੰਗੀ ਤਰ੍ਹਾਂ, ਫਿਰ ਮੈਂ ਕਹਾਂ ਕਿ ਹਾਂਜੀ ਭਾਈ ਜੱਸਾ ਭਾਜੀ ਮੇਰੇ 'ਚ ਭਰਾ ਨੇ ਜੀ, ਔਰ ਵਰਤ ਕੇ ਫਿਰ ਮੈਂ 6 ਮਹੀਨਿਆਂ ਦਾ ਕਹਾਂ ਮਾੜੇ ਨੇ, ਫਿਰ ਮਾੜੇ ਸੀ ਤਾਂ ਪਹਿਲਾਂ ਵਰਤੀ ਕਿਉਂ ਜੀ ਹਨਾ। ਅੱਜ ਵਰਤ ਕੇ ਗਾਲਾਂ ਕੱਢ ਰਹੇ, ਠੀਕ ਹੈ, ਮੇਰੇ ਦੋਸਤੀ 'ਚ ਮੈਨੂੰ ਵੀ ਬੜੇ ਲੋਕ ਛੱਡ ਕੇ ਗਏ ਨੇ, ਪਰ ਮੈਂ ਕਦੀ ਉਹਨਾਂ ਦੇ ਬਾਰੇ ਨਾਮ ਲੈ ਕੇ ਗਾਲ ਨਹੀਂ ਕੱਢੀ, ਜੀ ਕਦੀ ਬੋਲਿਆ ਨਹੀਂ ਜੀ। ਠੀਕ ਹੈ, ਗੁਰੂ ਸਾਹਿਬ ਨੇ ਜਿੰਨੀ ਲਿਖੀ ਸੀ ਉਨੀ ਨਿਭ ਗਈ। ਬਿਲਕੁਲ। ਹੁਣ ਆਪਾਂ ਆਪਣੇ ਰਸਤੇ ਨਾ, ਪਰ ਆਪਣੇ ਇੱਕ ਦੋਸਤ ਨਾਲ ਬਹਿ ਕੇ ਖਾ ਕੇ ਉਹਨੂੰ ਗਾਲਾਂ ਕੱਢਣੀਆਂ, ਉਹਦੇ ਬਾਰੇ ਮਾੜਾ ਬੋਲਣਾ, ਇਹ ਮੈਨੂੰ ਲੱਗਦਾ ਨਹੀਂ ਕਿ ਕਿਤੇ ਚੰਗੀ ਗੱਲ। ਬਿਲਕੁਲ ਉਹੀ ਗੱਲ ਹੈ ਨਾ ਵੀ ਬਾਈ ਦੇ ਜੋ ਜਿਉਂਦੇ ਸਾਨੂੰ ਚਲਿਆ ਗਿਆ। ਬਾਕੀ ਤੁਸੀਂ ਐਂ ਦੇਖੋ, ਜਿਵੇਂ ਉਹਦੇ ਇੰਟਰਵਿਊ ਵਿੱਚ ਇਹ ਕਹਿੰਦੇ ਵੀ ਜਿਹੜਾ ਓਲਡ ਸਕੂਲ ਕੋਈ ਉਹ ਵੀ ਗਾਣਾ ਸੀ ਉਹਦੇ ਵਿੱਚ ਕਹਿੰਦੇ ਵੀ ਜਿਹੜਾ ਰੈਪ ਇਹਨਾਂ ਨੇ ਕੋਈ ਕੀਤਾ ਹੋਣਾ, ਕਹਿੰਦੇ ਵੀ ਮੈਂ ਤਾਂ ਨਹੀਂ ਉਹ ਚਲਾਇਆ ਆਪਣੀ ਗੱਡੀ ਜ਼ਿਆਦਾ ਹਨਾ, ਕੁਛ ਇਸ ਤਰ੍ਹਾਂ ਗੱਲ ਕੀਤੀ ਸੀ ਨਾ। ਮੈਂ ਬੜਾ ਇੱਕ ਵਾਰੀ ਸੁਣਿਆ ਸੀਗਾ ਨਾ ਉਹਦੇ ਬਾਰੇ, ਮੈਂ ਕਿਹਾ ਪਰ ਮੈਂ ਮੁੰਡਿਆਂ ਦੇ ਮੂੰਹੋਂ ਬੜਾ ਇਹਨੇ ਕਹੇ ਨਾ ਟੇਢੀ ਵੱਟਾਂ ਵਾਲੀ ਪੱਗ, ਹਾਂਜੀ ਓਲਡ ਸਕੂਲ, ਯਾਰ ਕਿਉਂ ਨਹੀਂ ਵਧੀਆ ਸੀ? ਬਹੁਤ ਸੋਹਣਾ ਸੀਗਾ। ਤੂੰ ਸਮਾਂ ਤੂੰ ਗਾਣਾ ਤੂੰ ਬਹੁਤ ਸੋਹਣਾ ਗਾਇਆ। ਮੈਂ ਤਾਂ ਕਹਿੰਦਾ ਬਈ ਅੱਗੇ ਵੀ ਤੁਸੀਂ ਸੋਚੋ ਬਈ, ਰਣਵੀਰ ਸਿੰਘ ਪਹਿਲਾ ਬਾਲੀਵੁੱਡ ਦਾ ਸਿੰਗਰ ਸੀ ਜਿਹੜਾ ਸਿੱਧੂ ਨੂੰ ਨੇ ਮੈਸੇਜ ਕੀਤਾ ਸੀ। ਹਾਂਜੀ। ਦੂਜਾ ਮੇਰੇ ਖਿਆਲ ਨਾਲ ਇਹ ਆ ਜਿੰਨੇ ਇਹਦੇ ਗਾਣੇ ਤੇ ਆਪਣੀ ਪ੍ਰੋਫਾਈਲ ਤੇ ਵੀਡੀਓ ਪਾਈ ਆ। ਹਾਂਜੀ। ਹੁਣ ਮੈਨੂੰ ਇੰਨੀ ਖੁਸ਼ੀ ਹੋਈ ਜਾਂਦੀ ਹੈ ਕਿਉਂਕਿ ਮੈਨੂੰ ਪਤਾ ਕਿ ਉਹ ਆਪਣੇ ਕਰਮਾਂ ਦਾ ਖਾਏਗਾ ਨਸੀਬ ਜੀ, ਜੇ ਉਹਦਾ ਲਿਖਿਆ ਉੱਪਰ ਜਾਣਾ ਤਾਂ ਜਾਏਗਾ, ਔਰ ਮੈਨੂੰ ਖੁਸ਼ੀ ਹੈ ਮੈਂ ਵੀ ਸੜੀ ਜਾਵਾਂ। ਜੀ ਬਿਲਕੁਲ। ਮੈਂ ਅੱਜ ਹੁਣ ਲੋਕੀ ਰੋਸਟ ਵੀ ਕਰ ਰਹੇ ਨੇ, ਨਸੀਬ ਨੂੰ ਗਾਲਾਂ ਵੀ ਕੱਢ ਰਹੇ ਨੇ, ਮੈਂ ਨਹੀਂ ਉਹ ਠੀਕ ਮੰਨਦਾ ਨਾ, ਕਿਉਂ ਫਿਰ ਤਾਂ ਮੈਂ ਵੀ ਉਹਦੇ ਵਰਗਾ ਹੀ ਹੋ ਗਿਆ। ਹੈ ਤਾਂ ਆਪਣਾ ਹੀ ਧੀ ਪੁੱਤਾ, ਆਪਣਾ ਹੀ ਭਰਾ, ਆਪਾਂ ਉਹ ਬਿਰਤੀ, ਫਿਰ ਤੁਹਾਡੇ ਤੇ ਉਹਦੇ ਚ ਫਰਕ ਨਹੀਂ ਨਾ ਰਹਿਣਾ ਜੇ ਤੁਸੀਂ ਵੀ ਉਸੇ ਬਿਰਤੀ ਨਾਲ ਹੀ। ਹੁਣ ਵੀਰ ਆ, ਭਰਾ ਆਪਾਂ ਤਾਂ ਸਾਰਿਆਂ ਨੂੰ ਆਪਣੇ ਭਰਾਵਾਂ ਦੀ ਨਿਗਾਹ ਨਾਲ, ਜਿੰਨੇ ਵੀ ਗਾਇਕ ਨੇ ਉਹਨਾਂ ਨੂੰ ਕਹਿੰਦੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਤੁਹਾਡੀ, ਚੰਗਾ ਲਿਖੋ, ਸਮਾਜ ਤੇ ਲਿਖੋ ਜੋ ਵਾਪਰ ਰਿਹਾ, ਨਾਲੇ ਇਕੱਠੇ ਰਹੋ। ਹਾਂ, ਤੇ ਆਪਣਾ ਪਰਿਵਾਰ ਆ ਤੁਹਾਡਾ, ਜੇ ਤੁਸੀਂ ਕੋਈ ਲੜੀ ਜਾਓਗੇ ਯਾਰ, ਤੁਹਾਡਾ ਪਰਿਵਾਰ ਗਾਂ ਸਮਾਜ ਦੇ ਵਿੱਚ ਤੁਹਾਡੇ ਫੈਨ ਲੜੀ ਜਾਂਦੇ ਆ ਨਾ, ਤੇ ਤੁਸੀਂ ਕਿਹੋ ਜਿਹਾ ਸਮਾਜ ਸਿਰਜੀ ਜਾਂਦੇ ਆ, ਲੜ ਰਹੇ ਪੂਰੇ। ਤੇ ਤੁਸੀਂ ਇਸ ਗੱਲ ਕਿ ਵੀ ਸਾਨੂੰ ਦੁਨੀਆ ਤੱਕ ਕੀ ਮਤਲਬ ਆ, ਤੁਹਾਨੂੰ ਬਹੁਤ ਮਤਲਬ ਆ। ਮੈਂ ਉਹਨਾਂ ਸਿੱਧੂ ਦੇ ਫੈਨਸ ਨੂੰ ਵੀ ਕਹਿਣਾ ਚਾਹੁੰਦਾ ਕਿ ਭਰਾ, ਜੇ ਮਾੜੀ ਮੋਟੀ ਸਾਡੇ ਪੋਡਕਾਸਟ ਦੀ ਤੁਹਾਨੂੰ ਇੱਜ਼ਤ ਲੱਗਦੀ ਹੈ ਤਾਂ ਕਿਸੇ ਵੀ ਸਿੱਧੂ ਵਿਰੋਧੀ ਸਿੰਗਰ ਨੂੰ, ਭਾਵੇਂ ਉਹ ਸਿੱਧੂ ਨਾਲ ਸੀ ਕਿ ਨਹੀਂ ਸੀ, ਉਹਨਾਂ ਨੂੰ ਗਾਲਾਂ ਕੱਢਣੀਆਂ ਬੰਦ ਕਰ ਦਿਓ, ਕੋਈ ਕਮੈਂਟ ਨਹੀਂ ਕਰਨਾ। ਠੀਕ ਹੈ, ਤੁਸੀਂ ਸਿੱਧੂ ਨੂੰ ਪਿਆਰ ਕਰਦੇ ਹੋ, ਸਿੱਧੂ ਦੇ ਗਾਣੇ ਸੁਣੋ, ਸਿੱਧੂ ਦੇ ਗਾਣਿਆਂ ਤੇ ਕਮੈਂਟ ਕਰੋ, ਪਰ ਕਿਸੇ ਬਗਾਨੇ ਦੇ ਜਾ ਕੇ ਗਾਣੇ ਤੇ ਕਮੈਂਟ ਕਰਨਾ ਨੀਚੇ ਸਿੱਧੂ ਦਾ ਨਾਮ ਲੈ ਕੇ, ਉਹ ਗਲਤ ਹੈ। ਜੀ ਜੀ ਬਿਲਕੁਲ। ਹੁਣ ਬਾਈ ਨੇ ਗਾਲ ਬਾਰੇ ਵੀ ਬੋਲਿਆ ਸੀ, ਉਹ 295 ਵਿੱਚ ਨਾ ਗਾਲ ਬਾਰੇ ਵੀ ਉਹਨਾਂ ਨੇ ਇੱਕ ਕੋਈ ਗੱਲ ਕਹੀ ਸੀ ਵੀ ਜੱਚਦਾ ਨਹੀਂ ਬੰਦਾ ਵੀ ਜਿਹੜਾ ਦਾੜੀ ਰੱਖ ਕੇ ਜਾਂ ਗਾਲ ਕੱਢਦਾ ਹੋਵੇ ਨਾ, ਬਿਨਾਂ ਦਾੜੀ ਵਾਲਾ ਵੀ ਜੱਚਦਾ ਬਾਈ। ਹਾਂਜੀ, ਗਾਲ ਕੱਢਣੀ ਕਿਸੇ ਨੂੰ ਜੀ। ਉਹਨਾਂ ਨੇ ਇਹਦੇ ਵਿੱਚ ਕੋਈ ਕਿਹਾ ਸੀ, ਹੁਣ ਭਾਵੇਂ ਅਸੀਂ ਵੀ ਆ ਪਿੰਡਾਂ ਦੇ ਵਿੱਚ ਇਹ ਗੱਲਾਂ ਨੋਰਮਲ ਆ, ਪਰ ਆਪਾਂ ਆਪਦੇ ਜ਼ੁਬਾਨ ਨਾਲ ਵੀ ਇਹ ਕਰਮ ਹੀ ਕਰੀ ਜਾਂਦੇ ਆ। ਇਸ ਤਰ੍ਹਾਂ ਦੀ ਭਾਸ਼ਾ ਲੋੜ ਨਹੀਂ, ਆਪਣੀ ਭਾਸ਼ਾ, ਤੁਹਾਡਾ ਕਿਰਦਾਰ ਹੀ ਇਸ ਤਰ੍ਹਾਂ ਦਾ ਹੋਵੇ, ਤੁਹਾਡੇ ਕਹਿਣ ਬਿਨਾਂ ਹੀ ਤੁਹਾਡਾ ਕਿਰਦਾਰ ਬੋਲੇ, ਆਪ ਹੀ ਬੋਲੇ, ਤੁਹਾਡਾ ਕਿਰਦਾਰ ਹੀ ਬੋਲੇ। ਤੇ ਆਪਾਂ ਹੁਣ ਵੀ ਐਂਡ ਬਾਈ ਨਹੀਂ ਜਾਂਦੇ ਇਹੀ ਕਵਾਂਗੇ ਨਾ ਵੀ ਅਸੀਂ ਹੁਣ ਵੀ ਤੇਰੇ ਲਈ ਸੱਚੇ ਦਿਲੋਂ, ਅਸੀਂ ਸੱਚੇ ਤੇਰੇ ਭਰਾ ਹੀ ਆ, ਤੇ ਮੋਸਟ ਵੈਲਕਮ ਆ। ਮੈਂ ਗਾਣਾ ਸ਼ੇਅਰ ਕਰੂੰਗਾ ਜਿਸ ਦਿਨ ਅਗਲਾ ਗਾਣਾ। ਬਿਲਕੁਲ, ਤੂੰ ਬਹੁਤ ਵਧੀਆ ਕਿਰਦਾਰ ਨਿਭਾਏ ਆਉਣ ਵਾਲੇ ਸਮੇਂ 'ਚ, ਤੇ ਦਸਤਾਰ ਨੂੰ ਤੂੰ ਬੜਾ ਉੱਚਾ ਲੈ ਕੇ ਜਾਵੇਂ, ਤੇ ਸਾਡੀ ਦਿਲੋਂ ਅਰਦਾਸ ਆ। ਪਰ ਉਹੀ ਆ, ਭਰਾਵਾਂ ਨਾਤੇ ਕਹਿੰਦੇ ਇੱਕ ਸਲਾਹ ਹੀ ਹੁੰਦੀ ਆ। ਜਾਂ ਇਹ ਪੋਡਕਾਸਟ ਕਰਾ ਕੇ ਬਈ ਮਾਫੀ ਵੀ ਨਹੀਂ ਮੰਗਾਣੀ, ਕਿਉਂਕਿ ਮਾਫੀਆਂ ਮੇਰੇ ਨਾਲ ਜਿੱਦਾਂ ਹੋਈਆਂ ਸੀ, ਮੇਰੇ ਨਾਲ ਬਹੁਤ ਗਲਤ ਹੋਇਆ। ਉਹ ਅਸੀਂ ਉਹ ਸਪੇਸ ਨਹੀਂ ਦੇਣਾ ਇਹਨੂੰ। ਅਸੀਂ ਬਸ ਇਹ ਹੈ ਕਿ ਬਹਿ ਕੇ ਵਿਚਾਰ ਬਦਲੋ,
ਵਿਚਾਰ ਐਕਸਪੀਰੀਅੰਸ ਕਰੋ ਦੁਨੀਆ ਨਾਲ ਕਿ ਕਿਵੇਂ ਕਿਵੇਂ, ਜਿਵੇਂ ਬਾਈ ਨੇ ਦੱਸਿਆ ਨਾ ਕਿ ਮੇਰਾ ਐਕਸਪੀਰੀਅੰਸ ਪਿਆ ਉਹ ਬਾਈਕਰ ਨਾਲ, ਤੇ ਉਹਨੇ ਇੱਕ ਵਾਰੀ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪ੍ਰਕਾਸ਼ ਇੱਕ ਚੌਂਕੜੇ ਤੇ ਜੀ ਲਗਾਤਾਰ, ਮੈਂ ਕਹਿੰਦਾ ਕਿੰਨੇ ਘੰਟੇ 48 ਘੰਟੇ ਤੋਂ ਤਕਰੀਬਨ ਸਮਾਂ ਲੱਗ ਜਾਂਦਾ ਲਗਾਤਾਰ। ਕਿੱਡੀ ਵੱਡੀ ਗੱਲ ਹੈ। ਤੇ ਹੁਣ ਉਹਨੂੰ ਤੁਸੀਂ ਬਾਈ ਨੂੰ ਕਹਿੰਦੇ ਵੀ ਉਹਨੂੰ ਤੂੰ ਹੁਣ ਉਹਦੇ ਦਿਲ 'ਚ ਤੇਰੇ ਇਸ ਬਿਆਨ ਤੋਂ ਬਾਅਦ 'ਚ ਤੂੰ ਕਹਿੰਦਾ ਵੀ ਤੈਨੂੰ ਕੋਈ ਦੁਨੀਆ ਤੱਕ, ਸ਼ਾਇਦ ਆਪਾਂ ਕਹਿੰਦੇ ਨੇ ਵੀ ਸਾਨੂੰ ਮਤਲਬ ਨਹੀਂ, ਦੁਨੀਆ ਤੱਕ ਬਹੁਤ ਮਤਲਬ ਆ। ਬਾਈ ਮੇਰੇ ਵੀ ਦੋਸਤ ਦੁਨੀਆ ਕਰਕੇ ਹੀ ਹੈ। ਮੇਰੇ ਵੀ ਦੋਸਤ ਨੇ ਜਿਹੜੇ ਬਿਲਕੁਲ ਵੀ ਮੋਨੇ ਨੇ, ਔਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਓਨਾ ਕੁ ਗਿਆਨ ਹੈ ਜਾਂ ਉਨੀ ਕੁ ਉਹਨਾਂ ਨੂੰ ਪੰਕਤੀਆਂ ਯਾਦ ਨੇ ਜਿੰਨੀਆਂ ਮੈਂ ਸੋਚ ਵੀ ਨਹੀਂ ਸਕਦਾ ਜੀ। ਤਾਂ ਮੈਂ ਵੀ ਉਹਨਾਂ ਨੂੰ ਸੋਚਦਾ ਹੁੰਦਾ ਕਿ ਤੁਸੀਂ ਤਾਂ ਲੱਗ ਹੀ ਨਹੀਂ ਰਹੇ ਜੀ। ਮਤਲਬ ਉਹ ਫਿਰ ਆਪਣੇ ਵਿਚਾਰ ਦੱਸਦੇ ਨੇ ਕਿ ਇਨਸਾਨ ਬਣਨਾ ਕਿੰਨਾ ਜ਼ਰੂਰੀ ਹੈ, ਤੇ ਲੋਕ ਅੱਜ ਕੱਲ੍ਹ ਗੁਰੂ ਨੂੰ ਨਹੀਂ ਮੰਨ, ਗੁਰੂ ਦੀ ਨਹੀਂ ਮੰਨ ਰਹੇ ਤੇ ਗੁਰੂ ਨੂੰ ਮੰਨ ਰਹੇ ਨੇ। ਬਿਲਕੁਲ। ਹੁਣ ਜਿਹਨਾਂ ਨੂੰ ਬਾਈ ਨੇ ਆਪਣੇ ਸਾਡੇ ਸਰਕਲ ਵਿੱਚ ਵੀ ਬਹੁਤ ਨੇ, ਸਾਡਾ ਤਾਂ ਪ੍ਰੇਮ ਆ, ਸਾਨੂੰ ਤਾਂ ਬਾਈ ਇਹ ਗੱਲ ਹੈ ਪਤਾ ਨਹੀਂ ਯਾਰ ਕਿਵੇਂ ਲੋਕ ਸੋਚ ਲੈਂਦੇ ਨੇ। ਆਪਣੇ ਇਹਨਾਂ ਅੱਖਾਂ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਆਪਣੇ ਆਪ ਨੂੰ ਅਸੀਂ ਸਿੱਖ ਹਾਂ, ਸਾਰੇ ਕਹਿੰਦੇ ਜੀ ਅਸੀਂ ਸਿੱਖ ਹਾਂ ਜੀ ਗੁਰੂ ਸਾਹਿਬ ਦੇ, ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖ ਹਾਂ, ਤੇ ਗੁਰੂ ਨੇ ਭੇਦਭਾਵ ਕਰਨਾ ਸਿਖਾਇਆ, ਆਪਾਂ ਨੂੰ ਨਹੀਂ ਸਿਖਾਇਆ। ਆਪਣੇ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, 5 ਪਿਆਰੇ ਉੱਠੇ, 5 ਪਿਆਰੇ ਹਰੇਕ ਜਾਤ ਨਾਲ ਸੰਬੰਧ ਰੱਖਦੇ ਸੀ ਕੋਈ। ਜਦੋਂ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਸੀਸ ਮੰਗਿਆ ਕਿ ਮਹਾਰਾਜ ਨੇ ਵੀ ਮੈਨੂੰ ਸੀਸ ਚਾਹੀਦਾ ਬਈ, ਕੌਣ ਉੱਠਦਾ? ਦੇਖੋ ਕਿਸੇ ਦੀ ਕਹਿੰਦੇ ਸੱਚ, ਜਦੋਂ ਸੱਚ ਦੀ ਪਰਖ ਹੁੰਦੀ ਹੈ ਨਾ, ਕਹਿੰਦੇ ਸੁੱਖ ਮੈਂ ਬਹੁਤ ਸੰਗੀ ਪਏ, ਮਹਾਰਾਜ ਕਹਿੰਦੇ ਦੁੱਖ ਮੈਂ ਸੰਗ ਨਾ ਕੋਈ। ਸੁੱਖਾਂ ਵਿੱਚ ਬੜੇ ਸੰਗੀ ਹੁੰਦੇ ਨੇ, ਤੇ ਜਦੋਂ ਤੁਹਾਡੇ ਤੇ ਦੁੱਖ ਆ ਗਿਆ ਤੁਹਾਨੂੰ ਕਈ ਵਾਰੀ ਟਾਵੇਂ ਮਿਲਣੇ ਆ, ਕੋਈ ਲੱਭਦਾ ਨਹੀਂ ਗਾ। ਤੇ ਮਹਾਰਾਜ ਨੇ ਵੀ ਐਂ ਕਿਹਾ ਸੀ ਮੈਨੂੰ ਇੱਕ ਸੀਸ ਚਾਹੀਦਾ, ਕੋਈ ਐਂ ਨਹੀਂ ਕਿਹਾ ਸੀ ਮੈਨੂੰ 5 ਸੀਸ ਹੀ ਚਾਹੀਦੇ ਆ। ਇੱਕ ਉੱਠੋ ਤੇ 2 ਆਵਾਜ਼ਾਂ ਤੇ ਕੋਈ ਉੱਠਿਆ ਹੀ ਨਹੀਂ ਸੀ, ਤੀਜੀ ਆਵਾਜ਼ ਤੇ ਉੱਠੇ ਸੀਗੇ ਭਾਈ ਦਇਆ ਸਿੰਘ ਜੀ, ਹਾਜ਼ਰ ਹੋਏ ਸੀ ਸੀਸ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਮਹਾਰਾਜ ਨੇ 5 ਪਿਆਰੇ ਸਾਜੇ, ਤੇ 5 ਪਿਆਰੇ ਸਾਜ ਕੇ ਇਹ ਵੀ ਜਾਤ ਪਾਤ ਹੀ ਖਤਮ ਕੀਤੀ ਆ। ਇਹ ਇੱਕ ਸਰੂਪ ਆ, ਬਸ ਮਹਾਰਾਜ ਨੇ ਜਾਤ ਪਾਤ ਖਤਮ ਕਰਕੇ ਦਿੱਤਾ ਏ। ਉਹਦੇ ਵੀ ਆਪਾਂ ਗੱਲ ਕੀਤੀ ਸੀ, ਕੋਈ ਵਿਸ਼ੇਸ਼ ਧਰਮ ਨਾਲ ਨਹੀਂ ਜੋੜਨਾ, ਧਰਮ ਆਪਣੇ ਦੇਸ਼ ਦਾ ਮੁੱਦਾ ਨਹੀਂ। ਅਸਲੀ ਮੁੱਦੇ ਤੁਸੀਂ ਆਓ, ਬਾਹਲਾ ਨਹੀਂ ਤਾਂ ਲੁਧਿਆਣੇ ਵਿੱਚ ਹੀ ਤੁਸੀਂ ਦਰਸ਼ਨ ਕਰੋ, ਤੁਹਾਨੂੰ ਅਸਲੀ ਮੁੱਦੇ ਦਿਸਣਗੇ ਤੁਹਾਨੂੰ। ਤੇ ਬਾਕੀ ਦਸਤਾਰ ਬਾਰੇ ਮੈਂ ਇਹ ਬਾਈ ਨੂੰ ਫੇਰ ਜ਼ਰੂਰ ਕਹਿਣਾ ਵੀ ਬਾਈ ਢੀਂਡਸੇ ਵਰਗਿਆਂ ਨੂੰ ਮਿਲੇ ਇੱਕ ਵਾਰੀ, ਜ਼ਿੰਦਗੀ 'ਚ ਐਕਸਪੀਰੀਅੰਸ ਕਰੇ। ਤੇ ਬਾਈ ਢੀਂਡਸੇ ਦੇ ਨਾਲ ਉਹ ਤਕਰੀਬਨ 7 ਜਣੇ ਸੀਗੇ, ਤੇ 7 ਹੀ ਇਸ ਤਰ੍ਹਾਂ ਸੀਗੇ। ਇੱਕ ਉਹਨਾਂ ਦੇ ਵਿੱਚ ਸਰਦਾਰ ਸੀ ਬਾਈ, ਪਰ ਤੁਸੀਂ ਸੱਚ ਜਾਣਿਓ ਅਸੀਂ ਉਹਨਾਂ ਕੋਲੇ ਕਈ ਵਾਰ ਮਿਲੇ, ਕਦੇ ਇਹ ਟੌਪਿਕ ਹੀ ਨਹੀਂ ਛਿੜਿਆ ਵੀ ਤੁਸੀਂ ਯਾਰ ਪੱਗ ਬੰਨ੍ਹਦੇ ਹੋ ਤੇ ਅਸੀਂ ਇਹ ਆ। ਇੱਕ ਵਾਰ ਕਦੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ, ਕਿਉਂ ਕਰਕੇ ਗੁਰੂ ਸਾਹਿਬ ਜੀ ਦੀ ਜਦੋਂ ਸੋਝੀ ਆ ਜੇ ਤਾਂ ਇਹ ਮੁੱਦਾ ਹੀ ਨਹੀਂ, ਇਹ ਗੁਰੂ ਸਾਹਿਬ ਨੇ ਨਹੀਂ ਸਿਖਾਇਆ। ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ, ਉਪਦੇਸ਼ 54 ਨਾ ਕੋ ਸਾਂਝਾ ਏ, ਸਾਰਿਆਂ ਨੂੰ ਐਂਟਰੀ ਆ, ਤੇ ਆਪਾਂ ਦਰਬਾਰ ਸਾਹਿਬ ਤੋਂ ਸਿੱਖਿਆ ਲੈਣੀ ਆ। ਤੇ ਉਹੋ ਜਿਹੀ ਤੁਹਾਡੀ ਜ਼ਿੰਮੇਵਾਰੀ ਆ, ਕੋਈ ਵੀ ਦਸਤਾਰ ਸਜਾਉਂਦਾ ਕਦੇ ਵੀ ਸਪੇਸ ਨਾ ਦਿਓ, ਸਾਰਿਆਂ ਨੂੰ ਆਪਣੇ ਗਲ ਨਾਲ ਲਾਓ, ਧਰਮ ਨੂੰ ਛੱਡ ਕੇ ਇਨਸਾਨੀਅਤ ਦੇ ਨਾਤੇ। ਕਿਸੇ ਵੀ ਧਰਮ ਨਾਲ ਅਸੀਂ ਹੁਣ ਸਾਨੂੰ ਕੋਈ ਮੌਲਵੀ ਵੀਰ ਵੀ ਅਜੇ ਤਾਂ ਜੱਫੀ ਪਾ ਕੇ ਮਿਲਦੇ ਆ ਘੁੱਟ ਹੋਣਾ ਹੀ ਬਾਈ ਜੀ, ਇਹੀ ਚਾਹੀਦਾ। ਮੇਰੇ ਨਾਲ ਵੀ ਜਦੋਂ ਵਿਤਕਰਾ ਹੋਇਆ ਸੀਗਾ ਤਾਂ ਮੈਂ ਇਹ ਥੋੜ੍ਹੀ ਸੋਚ ਲਿਆ ਸੀਗਾ ਇਹ ਸਾਰੇ ਮਾੜੇ ਨੇ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ, ਮੈਂ ਵੀਡੀਓ 'ਚ ਸਟਾਰਟਿੰਗ ਕਰਦਾ ਸਤਿ ਸ਼੍ਰੀ ਅਕਾਲ ਤੋਂ, ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਨਾ, ਤਾਂ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਰਾਮ ਕਿਉਂ ਨਹੀਂ ਬੋਲਦਾ, ਇਹ ਨਮਸਤੇ ਕਿਉਂ ਨਹੀਂ ਬੋਲਦਾ, ਹੈ ਨਾ। ਹੁਣ ਦੁਨੀਆ, ਹੁਣ ਮੈਂ ਸੋਚਾਂ ਯਾਰ ਇੱਦਾਂ ਦੀ ਦੁਨੀਆ ਮੌਜ ਹੈ ਪਰਮਾਤਮਾ ਦੀ, ਪਰ ਮੈਂ ਹੁਣ ਇੱਦਾਂ ਦਾ ਵੀ ਨਹੀਂ ਹੈਗਾ ਕਿ ਮੈਂ ਹਿੰਦੂ ਧਰਮ ਬਾਰੇ ਕੋਈ ਗਲਤ ਸੁਣ ਲਾਂ, ਜਾਂ ਜੇ ਕੋਈ ਬੇਅਦਬੀ ਕਰ ਰਿਹਾ ਤਾਂ ਮੈਂ ਉਹਨੂੰ ਸਹੀ ਕਹਿ ਦਾਂ, ਹੈ ਨਾ। ਮੈਂ ਇੱਜ਼ਤ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੀ, ਸਿੱਖ ਧਰਮ ਦੀ, ਪਰ ਮੈਂ ਸੁਣ ਹਿੰਦੂ ਧਰਮ ਬਾਰੇ ਵੀ ਨਹੀਂ ਸਕਦਾ। ਯਾਰ ਤੁਸੀਂ ਇੱਕ ਹਿੰਦੂ ਧਰਮ ਨੂੰ ਟਾਰਗੇਟ ਕਰ ਰਹੇ ਹੋ, ਇੱਕ ਮੁਸਲਿਮ, ਹੁਣ ਮੈਂ ਮੁਸਲਿਮ ਧਰਮ ਤੋਂ ਨਹੀਂ ਹੈਗਾ, ਮੈਂ ਉਹਦੇ ਬਾਰੇ ਵੀ ਨਹੀਂ ਮਾੜਾ ਸੁਣ ਸਕਦਾ ਜੀ, ਕਿਉਂਕਿ ਗੁਰੂ ਸਾਹਿਬ ਨੇ ਜਾਂ ਪਰਮਾਤਮਾ ਨੇ ਸਾਨੂੰ ਇਹ ਚੀਜ਼ਾਂ ਤਾਂ ਸਿਖਾਈਆਂ ਹੀ ਨਹੀਂ ਕਿ ਮੈਂ ਦੂਜੇ ਨੂੰ ਮਾੜਾ ਬੋਲਾਂ ਜੀ, ਬਿਲਕੁਲ, ਹੈ ਨਾ। ਆਪਣੇ ਆਪ ਨੂੰ ਸੁਧਾਰੋ। ਔਰ ਬੜਾ ਵਧੀਆ ਲੱਗਿਆ ਅੱਜ ਫਿਰ ਪੋਡਕਾਸਟ ਕਰਕੇ, ਉਮੀਦ ਹੈ ਕਿ ਲੋਕਾਂ ਨੂੰ, ਸੰਗਤ ਨੂੰ ਵਧੀਆ ਲੱਗਿਆ ਹੋਵੇਗਾ। ਜੇ ਫਿਰ ਵੀ ਮੇਰੀ ਕੋਈ ਗੱਲ ਰੱਖਣ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਉਸ ਚੀਜ਼ ਲਈ ਮਾਫੀ ਮੰਗਦਾ, ਕਿਉਂਕਿ ਮੇਰੇ ਮਨ ਦੇ ਸਵਾਲ ਸੀ, ਔਰ ਮੈਨੂੰ ਲੱਗਦਾ ਕਿ ਮੇਰੇ ਨਾਲ ਬਹੁਤ ਦੁਨੀਆ ਦੇ ਸਵਾਲ ਜੁੜੇ ਸੀ ਜਿਹੜੇ ਆਪਾਂ ਡਿਸਕਸ਼ਨ ਕੀਤੇ ਨੇ। ਫਿਰ ਵੀ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਅਗਲਾ ਟੌਪਿਕ, ਕਿਉਂਕਿ ਉਹਨੇ ਸਾਡੇ ਭਰਾ ਨੇ, ਇਹਨਾਂ ਨੂੰ ਬੁਲਾਉਣਾ ਬਸ ਇਹ ਹੈ ਕਿ ਥੋੜ੍ਹਾ ਟਾਈਮ ਜਿਹੜਾ ਹੁੰਦਾ ਉਹ 12 ਵੱਜ ਗਏ ਨੇ ਜੀ, ਇਹ ਸਮਾਂ ਬਸ ਮੈਨੂੰ ਖੁਸ਼ੀ ਹੈ ਕਿਉਂਕਿ ਇਹ ਟਾਈਮ ਦੇ ਵਿੱਚ ਕੋਈ ਟੈਨਸ਼ਨ ਨਹੀਂ ਫੋਨ ਦੀ, ਕਿਤੇ ਆਉਣ ਦੀ, ਕਿਤੇ ਜਾਣ ਦੀ। 12 ਵਜੇ ਹੋਏ ਨੇ ਰਾਤ ਦੇ, ਤੇ ਬੜਾ ਵਧੀਆ ਲੱਗ ਰਿਹਾ। ਤੁਸੀਂ ਕੋਈ ਗੱਲ ਰਹਿ ਗਈ ਹੋਵੇ ਭਾਜੀ ਕੋਈ? ਜੀ ਬਿਲਕੁਲ, ਬਈ ਗੱਲ ਇਹੀ ਹੈ ਬਈ ਇਨਸਾਨੀਅਤ ਨੂੰ ਪਿਆਰ ਕਰੋ, ਤੇ ਤੁਹਾਨੂੰ ਦਿਲੋਂ, ਤੁਹਾਨੂੰ ਤੁਹਾਡੀ ਰੂਹ ਨਾਲ ਪਿਆਰ ਕਰੋ, ਔਰ ਸਿਰਫ ਦਿਖਾਣ ਲਈ ਨਹੀਂ, ਅਸਲੀ ਕਰੋ, ਕਹਿਣ ਲਈ ਨਹੀਂ। ਕੁਛ ਇਨਸਾਨ ਨੇ, ਕੁਛ ਗਾਇਕ ਨੇ, ਆਪਾਂ ਪਹਿਲਾਂ ਗੱਲ ਥੋੜ੍ਹੀ ਜਿਹੀ ਚਲਾਈ ਸੀਗੀ ਵੀ ਬਾਈ ਸਿੱਧੂ ਦਾ ਜ਼ਿਕਰ ਕਰਕੇ ਆਪਾਂ ਕੋਈ ਫੇਮ ਨਹੀਂ ਲੈਣਾ। ਇਸ ਤਰ੍ਹਾਂ ਦੇ ਬਹੁਤ ਮੈਨੂੰ ਪਰਸਨ ਜ਼ਿੰਦਗੀ 'ਚ ਮਿਲੇ ਆ, ਆਪਾਂ ਕਿਸੇ ਨੂੰ ਪਤਾ ਵੀ ਨਹੀਂ ਮਿਲੇ ਨੇ, ਪਰ ਉਹ ਬੜੇ ਵੱਡੇ ਅਹੁਦਿਆਂ 'ਤੇ ਨੇ। ਅਤੇ ਇਹ ਬਾਈ ਸਿੱਧੂ ਦਾ ਜ਼ਿਕਰ ਹੋਣਾ ਇਸ ਲਈ ਲਾਜ਼ਮੀ ਆ ਨਾ, ਇਹ ਬਾਹਲਾ ਕਰੀਬ ਆ ਗਿਆ ਦਿਲ ਦੇ। ਅਤੇ ਇਹਦਾ ਜ਼ਿਕਰ ਭਾਵੇਂ ਅਸੀਂ
ਇੱਥੇ ਬੈਠੇ ਆ ਭਾਵੇਂ ਨਹੀਂ ਬੈਠੇ, ਉਹ ਅਸੀਂ ਜ਼ਿਕਰ ਹਮੇਸ਼ਾ ਕਰਦੇ ਰਹਿੰਦੇ ਆ। ਉਹਦੇ ਜਿਉਂਦੇ ਵੀ ਕਰਦੇ ਹੁੰਦੇ ਸੀਗੇ, ਬਿਲਕੁਲ ਕਰਦੇ। ਉਦੋਂ ਜਾਣ ਬਾਅਦ 'ਚ ਉਹਦੇ ਹੋਰ ਨੇੜੇ ਚਲੇ ਗਏ, ਤੇ ਅੱਜ ਵੀ ਇਹ ਸਾਡਾ ਉਹਦੀ ਰੂਹ ਨਾਲ, ਕਿਉਂਕਿ ਪਹਿਲਾਂ ਵੀ ਰੂਹ ਤਾਂ ਆਪਣੀ ਤਾਂ ਆਪਾਂ ਤਾਂ ਇਹ ਸੋਚਦੇ ਆ ਵੀ ਰੂਹ ਤਾਂ ਰਹਿੰਦੀ ਆ, ਸਰੀਰ ਹੀ ਮਰਦਾ। ਬਾਈ ਸਿੱਧੂ ਦਾ ਜ਼ਿਕਰ ਅਸੀਂ ਨਾਮ ਹੀ ਕਰੀਏ ਨਾ, ਕੰਨਾਂ 'ਚ ਨਾਮ ਪੈ ਜਾਂਦਾ ਜੀ। ਕੱਲ ਉਹ ਛੋਟਾ ਮੁੰਡਾ ਬਾਜ ਜਿਹੜਾ ਤੁਹਾਨੂੰ ਅੱਜ ਮਿਲਿਆ ਸੀ, ਹਾਂਜੀ ਬਿਲਕੁਲ। ਉਹ ਮੇਰੇ ਕੋਲ ਆਇਆ ਦਸਤਾਰ ਸਜਾ ਕੇ, ਮੈਂ ਕਿਹਾ ਬੜਾ ਸੋਹਣਾ ਲੱਗ ਰਿਹਾ ਅੱਜ, ਕਹਿੰਦਾ ਸਿੱਧੂ ਮੂਸੇਵਾਲੇ ਵਾਂਗੂ ਪੱਗ ਸਜਾਈ ਹੈ। ਹਾਂਜੀ। ਤਾਂ ਉਹ ਮੇਰੇ ਰੌਂਗਟੇ ਲੱਗੇ, ਮੈਂ ਕਿਹਾ ਸਾਰੀ ਜ਼ਿੰਦਗੀ ਪੱਗ ਨਾ ਲਾਈਏ, ਪੱਗ ਬੰਨ ਕੇ ਰੱਖਣੀ। ਦੇਖੋ ਤੁਸੀਂ ਕਈ ਬਾਈ ਸਿੱਧੂ, ਕੋਈ ਕਹਿੰਦਾ ਮੈਂ ਯਾਰ ਨਸੀਬ ਨੂੰ ਦੇਖ ਕੇ ਨਾ, ਮੁੰਡੇ ਕਹਿੰਦੇ ਆ ਤੇ ਮੈਂ ਪੱਗ ਬੰਨਣੀ ਸਿੱਖੀ ਆ, ਕੱਲ ਨੂੰ ਨਸੀਬ ਬਾਈ ਆਏ ਨਾ ਹੋਵੇ ਵੀ ਤੇਰੇ ਕਰਕੇ ਉਹ ਬੱਚੇ ਨੇ ਪੱਗ ਬੰਨੀ ਆ ਤੇ ਉਹ ਜਾ ਕੇ ਪਿੰਡ 'ਚ ਉਹਨੂੰ ਵੀ ਰੋਡੇ ਭੋਡਿਆਂ ਪ੍ਰਤੀ ਉਹ ਨਜ਼ਰ ਨਾ ਪੈ ਜੇ। ਇਹ ਬਹੁਤ ਡੀਪ ਗੱਲ, ਇਹੀ ਇਸੇ ਕਰਕੇ ਆਪਾਂ ਦਾ ਪੋਡਕਾਸਟ ਕੀਤਾ। ਜੀ ਬਿਲਕੁਲ। ਉਹ ਫੇਰ ਨਾ ਉਹ ਮਾੜਾ ਹੋ ਜੂਦਾ, ਨਤੀਜਾ ਬਹੁਤ ਮਾੜਾ, ਤੇ ਉਹ ਫਿਰ ਸਾਰਾ ਤੈਨੂੰ ਹੀ ਭੁਗਤਣਾ, ਕਿਉਂ ਕਰਕੇ ਉਹਦੀ ਰੰਪਤਾ ਤੋਂ ਨਿਕਲਣਾ ਨਹੀਂ ਕਦੀ, ਸਾਲੋਂ ਸਾਲ ਲੱਗ ਜਾਣ। ਕਿਉਂਕਿ ਇੱਕ ਗੱਲ ਜਿਹੜੀ ਦਿਮਾਗ 'ਚ ਬਹਿ ਗਈ, ਹੁਣ ਪਤਾ ਨਹੀਂ ਨਾ ਉਹ ਜਿਹੜੀ ਉਹ ਵੀਡੀਓ ਸੁਣੀ ਨਸੀਬ ਨੇ, ਆਡੀਅנס ਨੇ, ਉਹ ਸੇਮ ਇਹ ਸਾਰੇ ਸੁਣਨ, ਔਰ ਕੀ ਪਤਾ ਸਹਿਮਤ ਹੋਣ ਨਾ ਹੋਣ, ਹਨਾ। ਪਰ ਮੈਂ ਉਮੀਦ ਕਰਦਾ ਕਿ ਚੀਜ਼ਾਂ ਸਮਾਜ 'ਚ ਨਾ ਆਉਣ ਬਾਹਰ ਨੂੰ, ਹਮੇਸ਼ਾ ਏਕਤਾ ਰਵੇ, ਇਕੱਠੇ ਰਹਿਣ। ਠੀਕ ਹੈ, ਜਿਹੜੇ ਇੱਕਾ ਦੁੱਕਾ ਲੋਕ ਪਾੜ ਪਾਉਣ ਲਈ ਰਹਿੰਦੇ ਨੇ, ਉਹ ਤਾਂ ਰਹਿਣੇ ਨੇ, ਉਹ ਤਾਂ ਬਈ ਚੱਲੀ ਜਾਣੇ, ਪੁਰਾਣੇ ਵੀ ਸੀਗੇ ਹੁਣ ਵੀ ਰਹਿਣੇ, ਉਹਨਾਂ ਨੇ ਨਿਬੜਨਾ ਨਹੀਂ। ਆਪਾਂ ਉਹਨਾਂ ਨੂੰ ਹੁਣ ਉਹੀ ਗੱਲ ਆ ਵੀ ਹੁਣ ਇਹ ਵਿਸ਼ੇ, ਹੁਣ ਇੰਨਾ ਕੁ ਤਾਂ ਆਪਾਂ ਸਮਝ ਗਏ ਵੀ ਇਹ ਆਪਣਾ ਵਿਸ਼ਾ ਨਹੀਂ, ਪਰ ਇਹ ਚੱਲ ਰਿਹਾ। ਹਾਂ ਚੱਲ ਰਿਹਾ। ਆਪਾਂ ਸਹੀ ਵਿਸ਼ਿਆਂ ਤੇ ਆਈਏ ਤੇ ਆਪਾਂ ਆਪਣੇ ਸਮਾਜ ਨੂੰ ਸਹੀ ਕਰੀਏ। ਇਹ ਵੀ ਹੁਣ ਸਮਾਜ ਦਾ ਇੱਕ ਅੰਗ ਸੀ, ਇਹਦੇ ਬਾਰੇ ਆਪਾਂ ਚਲੋ ਗੱਲਬਾਤ ਕੀਤੀ, ਆਪਣੀ ਰੱਖਣੀ ਚਾਹੀਦੀ ਆ। ਮੈਂ ਬੜਾ ਸੈਟੀਸਫਾਈਡ ਫੀਲ ਕਰ ਤੇ ਰਿਹਾ। ਆਪਾਂ ਕਿਹੜਾ ਕੋਈ ਦੁਨੀਆ ਤੋਂ ਉੱਲੇ ਰਹਿਣਾ, ਅਸੀਂ ਗਰਾਊਂਡ ਲੈਵਲ ਤੇ ਰਹਿਣਾ ਹਮੇਸ਼ਾ, ਤੇ ਤੁਹਾਨੂੰ ਜ਼ਮੀਨੀ ਪੱਧਰ ਤੇ ਮਿਲਾਂਗੇ ਸੰਗਤ ਨੂੰ। ਜਦੋਂ ਵੀ ਸਾਰਿਆਂ ਨੂੰ ਮੋਸਟ ਵੈਲਕਮ ਆ, ਕਦੋਂ ਵੀ ਆ ਕੇ ਕਦੋਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਸਪੇਸ ਨਾ ਰੱਖਿਓ, ਬਾਈ ਨਾਲ ਤੁਸੀਂ ਮਿਲਦੇ ਹੋ ਜਾਂ ਮੇਰੇ ਕੋਲ ਵੀ ਬਾਬਾ ਜੀ ਨਹੀਂ, ਮੈਂ ਤੁਹਾਡਾ ਵੀਰ ਆ, ਭਰਾ ਮਾ, ਪੁੱਤਾਂ, ਕਿਸੇ ਦਾ ਭਰਾ ਮਾ। ਇਹ ਤਾਂ ਮੈਂ ਫੀਲ ਕੀਤਾ ਬਾਈ, ਜਦੋਂ ਮੈਂ ਤੁਹਾਨੂੰ ਮਿਲਿਆ, ਮੈਂ ਬੜੀ ਵਾਰੀ ਪਿਛਲੇ ਪੋਡਕਾਸਟ ਵੀ ਦੱਸਿਆ, ਮੈਂ ਹਮੇਸ਼ਾ ਪੋਡਕਾਸਟਿੰਗ ਤੇ ਉਸ ਇਨਸਾਨ ਨੂੰ ਹੀ ਲੈ ਕੇ ਆਉਣਾ ਜਿਹਦੇ ਲਈ ਮੇਰਾ ਦਿਲ ਝੁਕਦਾ। ਸਿਰਫ ਇਸ ਲਈ ਨਹੀਂ ਕਿ ਮੈਂ ਇਹਨੂੰ ਪਸੰਦ ਨਹੀਂ ਕਰਦਾ, ਪਰ ਮੈਂ ਪੋਡਕਾਸਟ ਕਰਨਾ ਚਾਹੁੰਦਾ ਵਿਊਜ਼ ਲੈਣ ਲਈ। ਇੱਦਾਂ ਦੇ ਵਿਊਜ਼ ਮੈਨੂੰ ਕਦੀ ਵੀ ਨਹੀਂ ਚਾਹੀਦੇ। ਔਰ ਮੈਂ ਨਸੀਬ ਵੀਰੇ ਨੂੰ ਵੀ ਕਹੂੰਗਾ ਕਿ ਵੀਰੇ ਮੈਂ ਤੁਹਾਨੂੰ ਵੀ ਹੀ ਪਿਆਰ ਕਰਦਾ, ਤੁਸੀਂ ਵੀ ਆਓ, ਬੈਠੋ। ਅਸੀਂ ਕੌਣ ਆ, ਚਲੋ ਪ੍ਰਮੋਟ ਕਰਨ ਵਾਲੇ ਗੁਰਸਾਹਿਬ ਨੇ, ਪਰ ਜਿੰਨਾ ਪਿਆਰ ਅਸੀਂ ਸਿੱਧੂ ਨੂੰ ਕਰਦੇ ਹਾਂ ਓਨਾ ਹੀ ਤੁਹਾਨੂੰ ਕਰਾਂਗੇ। ਤੇ ਤੁਸੀਂ ਐਂ ਹੀ ਬਿਨਾਂ ਕਿਸੇ ਪਾੜ ਤੋਂ ਪਿਆਰ ਕਰਨਾ ਸ਼ੁਰੂ ਕਰੋ। ਔਰ ਇਹ ਬੜੀ ਖੂਬਸੂਰਤ ਦੁਨੀਆ ਮੇਰਾ ਭਰਾ। ਸਿਰਫ ਤੁਹਾਡਾ ਐਕਸਪੀਰੀਅੰਸ ਮਾੜਾ ਹੋ ਗਿਆ ਤਾਂ ਮਤਲਬ ਇਹ ਨਹੀਂ ਕਿ ਸਾਰੇ ਇੱਕੋ ਤਰਾਜੂ 'ਚ ਤੋਲ ਦੇਣੇ ਨੇ। ਠੀਕ ਹੈ, ਕਈ ਵਾਰ ਜ਼ਿੰਦਗੀ 'ਚ ਹੋ ਜਾਂਦਾ, ਮੇਰੇ ਨਾਲ ਵੀ ਹੋਇਆ, ਮੈਂ ਬਾਈ ਨੂੰ ਦੱਸਿਆ ਇਨਸੀਡੈਂਟ, ਪਰ ਮਤਲਬ ਇਹ ਨਹੀਂ ਕਿ ਉਹ ਸਾਰੇ ਹੀ ਮਾੜੇ ਹੋ ਗਏ। ਕੁਛ ਇੰਸੀਡੈਂਟ ਹੁੰਦੇ ਨੇ, ਤੁਹਾਡੇ ਨਾਲ ਰੇਸਿਜ਼ਮ ਹੋਇਆ, ਮੈਂ ਮੰਨਦਾ, ਮੈਂ ਐਗਰੀ, ਪਰ ਤੁਸੀਂ ਸਭ ਨੂੰ ਇੱਕ ਨਜ਼ਰ ਨਾਲ ਦੇਖੋ ਤੇ ਅੱਗੇ ਜਨਤਾ ਨੂੰ ਵੀ ਮੈਸੇਜ ਦਿਓ ਕਿ ਦੇਖਣ ਲਈ ਉਹ ਗਲਤ ਹੈ। ਤੇ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਡਾ ਪੋਡਕਾਸਟ ਵਧੀਆ ਲੱਗਿਆ ਹੋਵੇਗਾ। ਅੱਗੇ ਫਿਰ ਲੈ ਕੇ ਆਵਾਂਗੇ, ਗੱਲਬਾਤ ਕਰਦੇ ਰਹਾਂਗੇ ਬਾਈ ਨਾਲ ਅਲੱਗ-ਅਲੱਗ ਟੌਪਿਕਸ ਤੇ ਤੁਹਾਡੀਆਂ ਕੋਈ ਸੁਜੈਸ਼ਨਸ ਹੋਈਆਂ ਤੁਸੀਂ ਕਮੈਂਟ ਕਰ ਸਕਦੇ ਹੋ। ਬਹੁਤ-ਬਹੁਤ ਧੰਨਵਾਦ ਬਾਈ, ਬਹੁਤ-ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।